ਅਕਾਲ ਜੀ, ਸਲਾਮ ਦੁਆ। ਮੈਂ ਤੁਹਾਡਾ ਆਪਣਾ ਰੋਬੀ ਬੈਨੀਪਾਲ ਇੱਕ ਵਾਰੀ ਫੇਰ ਲੈ ਕੇ ਆਇਆ ਤੁਹਾਡੀ ਕਚਹਿਰੀ ਦੇ ਵਿੱਚ ਖੁੰਡ ਚਰਚਾ ਦਾ ਇੱਕ ਨਵਾਂ ਰੰਗ। ਪਹਿਲਾ ਐਪੀਸੋਡ ਔਰ ਪਹਿਲੇ ਐਪੀਸੋਡ ਦੇ ਵਿੱਚ ਤੁਹਾਡੇ ਨਾਲ ਅਸੀਂ ਇੰਟਰੋਡਿਊਸ ਕਰਾਂਗੇ ਇੱਥੋਂ ਦੀ ਇੱਕ ਖਾਸ ਸ਼ਖਸੀਅਤ ਨੂੰ। ਖੁੰਡ ਚਰਚਾ ਜਿਹੜਾ ਕਿ ਯਕੀਨਨ ਤੁਸੀਂ ਇਸ ਪ੍ਰੋਗਰਾਮ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਜਦੋਂ ਇਹ ਰੇਡੀਓ ਦੇ ਮੰਚ ਦੇ ਉੱਪਰੋਂ ਆਵਾਜ਼ ਦੀ ਦੁਨੀਆ ਦੇ ਰਾਹੀਂ ਤੁਹਾਡੇ ਕੰਨਾਂ ਤੱਕ, ਤੁਹਾਡੇ ਦਿਲ ਦੀਆਂ ਗਹਿਰਾਈਆਂ ਦੇ ਵਿੱਚ ਬੈਠ ਗਿਆ ਸੀ। ਰੇਡੀਓ, ਆਵਾਜ਼ ਦੀ ਦੁਨੀਆ, ਅੱਜ ਦਾ ਯੁੱਗ, ਬਦਲਦੇ ਯੁੱਗ ਦੇ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਉਸ ਆਵਾਜ਼ ਦੀ ਦੁਨੀਆ ਨੂੰ ਇਸ ਜਿਹੜੀ ਸਕਰੀਨ ਦੀ ਦੁਨੀਆ ਦੇ ਰਾਹੀਂ ਤੁਹਾਡੇ ਤੱਕ ਲੈ ਕੇ ਆਈਏ। ਕਨਸੈਪਟ ਉਹੀ ਰਹੇਗਾ, ਉਹੀ ਗੱਲਬਾਤ ਰਹੇਗੀ, ਉਹੀ ਬਹਿਸ ਰਹੇਗੀ। ਉਸੇ ਤਰ੍ਹਾਂ ਹੀ ਸਾਡੇ ਨਾਲ ਸਾਡੇ ਜਿਹੜੇ ਸਰੋਤੇ ਨੇਗੇ, ਦਰਸ਼ਕ ਨੇ, ਉਹ ਫੋਨ ਕਾਲਸ ਦੇ ਉੱਪਰ ਜੁੜਨਗੇ। ਪਰ ਇਹ ਸਿਲਸਿਲਾ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਇੰਟਰੋ ਦੌਰ ਜਿਹੜਾ ਚੱਲੇਗਾ ਉਹਨਾਂ ਲੋਕਾਂ ਦੇ ਨਾਲ, ਉਹਨਾਂ ਸ਼ਖਸੀਅਤਾਂ ਦੇ ਨਾਲ ਜਿਹੜੀਆਂ ਸਾਡੇ ਸ਼ਹਿਰ ਦੇ ਵਿੱਚ ਆਮ ਬਣ ਕੇ ਆਈਆਂ ਅਤੇ ਖਾਸ ਬਣ ਕੇ ਵਿਚਰ ਰਹੀਆਂ ਹਨ ਸਾਡੇ ਵਿਚਕਾਰ। ਕੱਲ੍ਹ ਨੂੰ ਉਹ ਸਾਡੇ ਨਾਲ ਇਹਨਾਂ ਜਿਹੜੀਆਂ ਚਰਚਾਵਾਂ ਦੇ ਵਿੱਚ ਆਪਣੇ ਜਿਹੜੇ ਵਿਚਾਰਾਂ ਦਾ ਜਿਹੜਾ ਰਾਬਤਾ ਸਾਡੇ ਨਾਲ ਕਰਵਾਉਣ ਆਇਆ ਕਰਨਗੇ। ਸੋ ਗੱਲ ਨੂੰ ਬਹੁਤ ਲੰਬਾ ਨਾ ਖਿੱਚਦਾ ਹੋਇਆ ਅੱਜ ਦੀ ਜਿਹੜੀ ਸ਼ਖਸੀਅਤ ਆ, ਅੱਜ ਦੀ ਜਿਹੜੀ ਪਰਸਨੈਲਿਟੀ ਆ, ਉਸ ਨੂੰ ਮੈਂ ਤੁਹਾਡੇ ਰੂਬਰੂ ਕਰਨਾ ਚਾਹੂੰਗਾ। ਜਾਣਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਦਾ ਪੂਰਾ ਜਿਹੜਾ ਜ਼ਿੰਦਗੀ ਦਾ ਸਫ਼ਰ, ਜਦੋਂ ਤੋਂ ਇੱਥੇ ਆਏ, ਇੱਥੇ ਆਉਣ ਤੋਂ ਪਹਿਲਾਂ ਕਿਹੜੇ ਸੁਪਨੇ ਉਹਨਾਂ ਨੇ ਸਜਾਏ ਅਤੇ ਇੱਥੇ ਆ ਕੇ ਉਹਨਾਂ ਸੁਪਨਿਆਂ ਨੂੰ ਕਿੰਨਾ ਕੁ ਬੂਰ ਆਇਆ, ਕਿੰਨਾ ਕੁ ਸਹਿਯੋਗ ਸਾਡੇ ਆਪਣੇ ਭਾਈਚਾਰੇ ਵੱਲੋਂ ਜਾਂ ਹੋਰ ਭਾਈਚਾਰੇ ਵੱਲੋਂ ਮਿਲਿਆ, ਕਿੱਦੋਂ ਕੁ ਤੱਕ, ਕਿੰਨਾ ਕੁ ਦੂਰ ਤੱਕ ਜਾਣ ਦਾ ਜਿਹੜਾ ਨਿਸ਼ਚਾ ਕੀਤਾ ਹੋਇਆ, ਔਰ ਕਿੰਨੀ ਕੁ ਉਹ ਧੁਨ ਹੈ ਉਹਨਾਂ ਦੇ ਦਿਮਾਗ ਦੇ ਵਿੱਚ ਅੱਗੇ ਜਾਣ ਦੀ, ਕਿੰਨੇ ਕੁ ਖਿਆਲ, ਕਿੰਨੇ ਕੁ ਵਿਚਾਰ ਉਹਨਾਂ ਦੀ ਸੋਚ ਦੇ ਵਿੱਚ ਨੇ, ਸਾਰਿਆਂ ਨੂੰ ਆਪਾਂ ਫਰੋਲਣ ਦੀ ਕੋਸ਼ਿਸ਼ ਕਰਾਂਗੇ। ਅੱਜ ਪਹਿਲੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਰੂਬਰੂ ਮੇਰੇ ਨਾਲ ਬੈਠੇ ਨੇ ਗਗਨ ਸ਼ਰਮਾ ਜੀ। ਗਗਨ ਸ਼ਰਮਾ ਜੀ, ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ-ਬਹੁਤ ਵੈਲਕਮ ਜੀ, ਜੀ ਆਇਆਂ। ਥੈਂਕ ਯੂ ਰੋਬੀ ਵੀਰ, ਮਾਣ ਬਖਸ਼ਣ ਲਈ ਕਿ ਅੱਜ ਪਹਿਲੀ ਐਪੀਸੋਡ ਤੁਸੀਂ ਰਾਬਤਾ ਟੀਵੀ ਦੀ ਸ਼ੁਰੂਆਤ ਕਰਨ ਜਾ ਰਹੇ ਹੋ, ਔਰ ਉਹ ਵੀ ਮੈਨੂੰ ਇੰਨਾ ਮਾਣ ਬਖਸ਼ਿਆ। ਥੈਂਕ ਯੂ ਵੈਰੀ ਮਚ। ਮੈਨੂੰ ਪਤਾ ਹੈ 2012 ਤੋਂ ਜੀ ਖੁੰਡ ਚਰਚਾ 8 ਸਾਲ ਹੋ ਗਿਆ, ਟਾਈਮ ਇੰਨਾ ਲੱਗਿਆ, ਇੰਨੀ ਤੁਸੀਂ ਆਪਣੀ ਇਨਵੋਲਵਮੈਂਟ ਕਮਿਊਨਿਟੀ ਦੇ ਲਈ, ਮੈਨੂੰ ਨਹੀਂ ਹਰ ਇੱਕ ਨੂੰ ਰੋਬੀ ਵੀਰ ਨੇ ਟਾਈਮ ਦਿੱਤਾ, ਉਹਨਾਂ ਦੇ ਵਿਚਾਰ ਜਾਣਨ ਦੀ ਕੋਸ਼ਿਸ਼ ਕੀਤੀ। ਰੀਸੈਂਟਲੀ ਸ਼ਹੀਦ ਆਜ਼ਮ ਭਗਤ ਸਿੰਘ ਦਾ ਬਰਥਡੇ ਸੈਲੀਬ੍ਰੇਟ ਕੀਤਾ, ਉੱਥੇ ਵੀ ਇਹ ਆਪਣਾ ਇੰਨੇ ਵਧੀਆ ਵਿਚਾਰ, ਇੰਨੀ ਵਧੀਆ ਹੋਸਟਿੰਗ ਕੀਤੀ ਤੁਸੀਂ, ਕਾਬਿਲੇ ਤਾਰੀਫ ਹੈ। ਔਰ ਸਾਰਿਆਂ ਨੂੰ ਨਮਸਤੇ, ਸਤਿ ਸ਼੍ਰੀ ਅਕਾਲ, ਸਲਾਮ ਜੀ। ਬਿਲਕੁਲ ਸਿਲਸਿਲਾ ਜੀ, ਅਸੀਂ ਬਹੁਤ ਪੁਰਾਣੇ ਜਾਣਦੇ ਹਾਂ ਇੱਕ ਦੂਜੇ ਨੂੰ, ਔਰ ਇਹ ਜਿਹੜਾ ਸਾਡਾ ਸ਼ਹਿਰ ਹੈਗਾ ਪਿੰਡ ਵਰਗਾ ਸ਼ਹਿਰ ਆ। ਤੁਸੀਂ ਅਮਰੀਕਾ ਦੇ ਕਿਸੇ ਘਰ ਦੇ ਵਿੱਚ ਹੋ ਸਕਦਾ ਸਾਨੂੰ ਬੈਠੇ ਵਾਚ ਕਰ ਰਹੇ ਹੋ, ਦੇਖ ਰਹੇ ਹੋ ਸਕਦਾ ਯੂਰਪ ਦੇ ਕਿਸੇ ਘਰ ਦੇ ਵਿੱਚ ਸਾਨੂੰ ਦੇਖ ਰਹੇ ਹੋ ਸਕਦਾ ਤੁਸੀਂ ਸਾਨੂੰ ਲਾਈਵ ਦੇਖ ਰਹੇ ਹੋ ਜਾਂ ਬਾਅਦ ਦੇ ਵਿੱਚ ਰਿਕਾਰਡਡ ਦੇਖ ਰਹੇ ਹੋਗੇ। ਐਡੀਲੇਡ ਇੱਕ ਇਹੋ ਜਿਹਾ ਪਿਆਰਾ ਸ਼ਹਿਰ ਆ, ਦੁਨੀਆ ਦੇ ਬਹੁਤ ਸਾਰੇ ਸ਼ਹਿਰਾਂ ਨੂੰ ਦੇਖਣ ਤੋਂ ਬਾਅਦ ਇੱਕ ਸ਼ਹਿਰ ਜਿਸ ਦੇ ਨਾਲ ਪਿਆਰ ਹੋ ਗਿਆ, ਉਸ ਮਹਿਬੂਬਾ ਵਰਗਾ ਪਿਆਰ ਜਿਸ ਦੀਆਂ ਜ਼ੁਲਫਾਂ ਹੀ ਲੱਗਦੀਆਂ ਨੇ ਸਾਨੂੰ ਇੱਥੋਂ ਦੇ ਜਿਹੜੇ ਰੋਡ ਨੇ ਗਏ ਘੁੰਮਦੇ ਘੁਮਾਉਂਦੇ। ਸੋ ਬਹੁਤ ਪਿਆਰਾ ਸ਼ਹਿਰ, ਉਸ ਪਿਆਰੇ ਸ਼ਹਿਰ ਦੇ ਵਸਿੰਦੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਨ ਦਾ ਜਿਹੜਾ ਸਵਾਦ ਆ ਉਹ ਵੀ ਵੱਖਰਾ ਹੀ ਹੈ। ਸੋ ਗਗਨ, ਪਹਿਲਾ ਸਵਾਲ ਜਿਹੜਾ ਮੈਂ ਤੁਹਾਨੂੰ ਕਰਨਾ ਚਾਹੂੰਗਾ ਉਹ ਇਹ ਕਿ ਤੁਸੀਂ ਆਏ ਕਦੋਂ ਇਸ ਸ਼ਹਿਰ ਦੇ ਵਿੱਚ? 2008 ਦੇ 21 ਜੂਨ 2008 ਚ ਆਇਆ ਸੀਗਾ ਜੀ। ਐਡੀਲੇਡ ਦੇ ਵਿੱਚ ਹੀ ਆਇਆ ਸੀਗਾ ਤੇ ਐਡੀਲੇਡ ਦੇ ਵਿੱਚ ਹੀ ਉਦੋਂ ਦਾ ਰਹਿ ਰਿਹਾ, ਕਿਤੇ ਮੂਵ ਕਰਨ ਦਾ ਨਹੀਂ ਸੋਚਿਆ। ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਇਹ ਤੁਹਾਡੇ ਪਰਿਵਾਰ ਵਰਗਾ ਵਾ, ਉੱਦਾਂ ਹੀ ਮੈਨੂੰ ਵੀ ਬਹੁਤ ਪਿਆਰਾ ਐਡੀਲੇਡ। ਇੱਕ ਵਾਰੀ ਚਾਂਸ ਮਿਲਿਆ ਸੀਗਾ ਮੈਨੂੰ ਮੂਵ ਹੋਣ ਦਾ ਬ੍ਰਿਸਬੇਨ, ਪਰ ਦਿਲ ਨਹੀਂ ਮੰਨਿਆ। ਫਿਰ ਇੱਥੇ ਹੀ ਰੁਕ ਗਿਆ। ਬੜੀ ਵੱਡੀ ਅਪਰਚੁਨਿਟੀ ਮਿਲਦੀ ਪਈ ਸੀ ਗੋਲਡ ਕੋਲ ਸੈਟਲ ਹੋਣ ਦੀ, ਪਰ ਡਿਸਾਈਡ ਕੀਤਾ ਨਹੀਂ, ਐਡੀਲੇਡ ਵਿੱਚ ਹੀ ਰਹਿਣਾ। ਇੰਨਾ ਪਿਆਰ, ਇੰਨੇ ਲੋਕ ਮਿਲਣਸਾਰ, ਛੋਟਾ ਜਿਹਾ ਆਪਾਂ ਕਸਬਾ ਕਹਿ ਸਕਦੇ, ਪਿੰਡ ਤੋਂ ਚਲੋ ਥੋੜਾ ਕਸਬਾ ਕਹਿ ਦਿੰਦੇ ਆ। ਲੋਕ ਇੱਕ ਦੂਜੇ ਦੇ ਮੱਥੇ ਲੱਗਦੇ ਆ, ਲੋਕ ਇੱਕ ਦੂਜੇ ਦੁੱਖ ਸੁੱਖ ਦੇ ਵਿੱਚ ਸ਼ਰੀਕ ਹੁੰਦੇ ਆ, ਇੱਕ ਦੂਜੇ ਦੀ ਹੈਲਪ ਕਰਦੇ ਆ। ਜੋਬ ਲਈ
ਕਿਸੇ ਨੂੰ ਕਿਸੇ ਤਰ੍ਹਾਂ ਦੀ ਗਾਈਡੈਂਸ ਚਾਹੀਦੀ ਹੈ, ਸਟੂਡੈਂਟ ਨੂੰ ਕਿੱਦਾਂ ਗਾਈਡੈਂਸ ਚਾਹੀਦੀ ਹੈ, ਬਹੁਤ ਵਧੀਆ ਮੀਡੀਆ, ਬਹੁਤ ਅੱਛਾ ਸੋਰਸ ਆਫ ਜਿਹੜਾ ਹੈ ਲੋਕਾਂ ਨੂੰ ਕਨੈਕਟ ਕਰਨ ਦਾ ਇੱਕ ਦੂਜੇ ਦੇ ਨਾਲ। ਬੜੇ ਅਸੀਂ ਲੱਕੀ ਹਾਂ ਕਿ ਰਾਬਤਾ ਟੀਵੀ ਵੀ ਇੱਥੇ ਹੀ ਹੈ, ਰਾਬਤਾ ਰੇਡੀਓਜ਼ ਵੀ ਇੱਥੇ ਚੱਲ ਰਿਹਾ। ਹੁਣ ਇਹਨਾਂ ਨੂੰ ਬੈਸਟ ਵਿਸ਼ੇਸ ਦਿੰਦੇ ਹਾਂ ਕਿ ਰਾਬਤਾ ਟੀਵੀ ਲਈ ਹੋਰ ਲੋਕਾਂ ਦੇ ਵਿੱਚ ਇੱਕ ਦੂਜੇ ਦਾ ਡਿਸਟੈਂਸ ਘਟੂਗਾ, ਲੋਕ ਇੱਕ ਦੂਜੇ ਦੇ ਕਲੋਜ਼ ਹੋਣਗੇ, ਇੱਕ ਦੂਜੇ ਦਾ ਮੈਸੇਜ ਇੱਕ ਦੂਜੇ ਨੂੰ ਦੇ ਸਕਣਗੇ। ਤੇ ਬਸ 2008 'ਚ ਰਈਆ ਅੰਮ੍ਰਿਤਸਰ ਜ਼ਿਲ੍ਹਾ ਬਿਆਸ ਦੇ ਨਾਲ ਹੀ ਆ, ਉੱਥੋਂ ਕਦੀ ਸੋਚਿਆ ਨਹੀਂ ਸੀਗਾ ਕਿ ਅਸੀਂ ਐਡੀਲੇਡ ਆਵਾਂਗੇ। ਕੁਆਲੀਫਿਕੇਸ਼ਨ ਮੇਰੀ ਦੇਹਰਾਦੂਨ ਤੋਂ ਸੀਗੀ ਜੀ। ਹੋਸਟਲ 'ਚ ਉੱਥੇ ਰਹਿੰਦਾ ਸੀਗਾ। ਫਾਦਰ ਮੇਰੇ ਬੀਜੇਪੀ ਦੇ ਟੌਪ ਲੀਡਰਸ ਦੇ ਵਿੱਚ ਆਉਂਦੇ ਸੀਗੇ ਬਹੁਤ, ਔਰ ਪੋਲੀਟੀਕਲ ਨਾਲੋਂ ਉਹ ਸੋਸ਼ਲ ਵਰਕਰ ਸੀਗੇ ਜੀ। ਲਾਇਨਸ ਕਲੱਬ ਉਹਨਾਂ ਨੇ ਸ਼ੁਰੂ ਕੀਤੀ ਸੀਗੀ, ਤੇ ਬਸ ਉਹ ਅੰਦਰ ਆਪਣੇ ਹੈਗਾ ਸੀਗਾ ਕਿਤੇ ਨਾ ਕਿਤੇ ਕਨੈਕਸ਼ਨ। ਤੇ ਬਿਲਕੁਲ ਗਗਨ ਹੋਰਾਂ ਦੀ ਇੰਟਰੋ ਜੇ ਮੈਂ ਸਾਰੀ ਡਿਟੇਲ ਦੇ ਵਿੱਚ ਇਹਨਾਂ ਨਾਲ ਹੈਲੋ ਕਰਨ ਤੋਂ ਪਹਿਲਾਂ ਸ਼ੁਰੂ ਕਰ ਦਿੰਦਾ ਤਾਂ ਉਹ ਇੰਨੀ ਲੰਬੀ ਹੋ ਜਾਣੀ ਸੀ ਕਿ ਜਿਹੜਾ ਪਹਿਲਾ ਪਾਰਟ ਸੀਗਾ, ਪਾਰਟ ਹੋਣਾ ਸੀਗਾ ਇਸ ਪੂਰੇ ਪ੍ਰੋਗਰਾਮ ਦਾ ਐਡਵਰਟਾਈਜ਼ਮੈਂਟ ਤੋਂ ਪਹਿਲਾਂ, ਤਾਂ ਉਹ ਸਾਰਾ ਇੰਟਰੋ ਦੇ ਵਿੱਚ ਤੇ ਹੀ ਲੰਘ ਜਾਂਦਾ। ਸੋ ਕਾਫੀ ਸਾਰੇ ਵਰਕੇ ਨੇਗੇ, ਪੇਜ ਨੇਗੇ ਜਿਹੜੇ ਇਹਨਾਂ ਦੀ ਜ਼ਿੰਦਗੀ ਦੇ ਨਾਲ ਜੁੜੇ ਹੋਏ ਨੇ, ਉਹਨਾਂ ਨੂੰ ਕੱਲੇ ਕਰਕੇ ਫਰੋਲਾਂਗੇ ਔਰ ਕੋਸ਼ਿਸ਼ ਕਰਾਂਗੇ ਕਿ ਜ਼ਿਆਦਾ ਤੋਂ ਜ਼ਿਆਦਾ ਗਹਿਰਾਈ ਤੱਕ ਜਾਣ ਦੀ, ਤਾਂ ਜੋ ਅਗਲੇ ਪ੍ਰੋਗਰਾਮਾਂ ਦੇ ਵਿੱਚ ਜਦੋਂ ਗਗਨ ਸ਼ਰਮਾ ਜੀ ਸਾਡੇ ਨਾਲ ਬੈਠ ਕੇ ਕਿਸੇ ਮੁੱਦੇ ਦੇ ਉੱਪਰ ਬਹਿਸ ਕਰਨ ਜਾਂ ਉਸ ਦੇ ਪ੍ਰਤੀ ਆਪਣੇ ਵਿਚਾਰ ਦੇਣ, ਤਾਂ ਤੁਹਾਨੂੰ ਪਤਾ ਹੋਵੇ ਕਿ ਗਗਨ ਸ਼ਰਮਾ ਹੈ ਕੌਣ ਔਰ ਇਹ ਕੀ ਆਪਣੀ ਹਿਸਟਰੀ ਨਾਲ ਲੈ ਕੇ ਚੱਲੇ ਹੋਏ ਨੇ। ਜਿੱਦਾਂ ਤੁਸੀਂ ਕਿਹਾ ਕਿ ਤੁਹਾਡੇ ਪਰਿਵਾਰ ਦੇ ਵਿੱਚ ਹੀ ਪੋਲਿਟਿਕਸ ਜਾਂ ਰਾਜਨੀਤੀ ਦੇ ਨਾਲ ਜੁੜੇ ਹੋਏ ਨੇ, ਜਿਹੜੇ ਤੁਹਾਡੇ ਫਾਦਰ ਸਾਹਿਬ, ਸਮਾਜ ਸੇਵਾ ਦੀ ਤੁਸੀਂ ਗੱਲ ਕੀਤੀ ਆ। ਇੱਥੇ ਜਦੋਂ ਮੈਨੂੰ ਅੱਜ ਵੀ ਯਾਦ ਆ ਉਹ ਪਹਿਲੀ ਝਲਕ, ਸਾਡੇ ਲਾਈਟ ਸਕੁਆਇਰ ਦੇ ਵਿੱਚ ਪ੍ਰੋਗਰਾਮ ਹੋ ਰਿਹਾ ਸੀ। ਤੁਹਾਡੇ ਯਾਦ ਹੋਵੇ ਜਾਂ ਨਹੀਂ ਯਾਦ ਹੋਵੇ, ਮੇਰੇ ਨਾਮ ਲੋਕਾਂ ਦੇ ਭੁੱਲ ਜਾਂਦੇ ਨੇ, ਪਰ ਐਦਾਂ ਦੀਆਂ ਐਕਟੀਵਿਟੀਜ਼ ਮੈਨੂੰ ਯਾਦ ਰਹਿੰਦੀਆਂ ਹਮੇਸ਼ਾ। ਤੇ ਉਸ ਪ੍ਰੋਗਰਾਮ ਦੇ ਵਿੱਚ ਮੈਂ ਕੋਈ ਕਵਰੇਜ ਕਰ ਰਿਹਾ ਸਾਂ ਤੇ ਤੁਸੀਂ ਬੱਚੇ ਦੇ ਨਾਲ ਇੱਕ ਦੇ ਨਾਲ ਆ ਰਹੇ ਸੀ ਤੇ ਤੁਸੀਂ ਫਸਟ ਟਾਈਮ ਮੇਰੇ ਨਾਲ ਹੈਂਡਸ਼ੇਕ ਕੀਤਾ ਸੀਗਾ। ਤੇ ਉਹ ਜਿਹੜੀ ਇੱਕ ਗਰਮਜੋਸ਼ੀ ਸੀ ਤੁਹਾਡੇ ਅੰਦਰ, ਤੇ ਉਸੇ ਸਟੇਜ ਤੇ ਜਿਹੜੀ ਜਦੋਂ ਤੁਸੀਂ ਮੈਨੂੰ ਮਿਲੇ ਸੀ ਤਾਂ ਉਦੋਂ ਹੀ ਦੱਸ ਗਏ ਸੀ ਵੀ ਮੇਰੀ ਫਸਟ ਐਂਡ ਲਾਸਟ ਮੀਟਿੰਗ ਨਹੀਂ ਹੈ ਤੁਹਾਡੇ ਨਾਲ, ਮੈਂ ਮਿਲਦਾ ਰਹਾਂਗਾ। ਸੋ ਇਹ ਤੁਹਾਡਾ ਸੁਭਾਅ ਜਿਹੜਾ ਇਦਾਂ ਦੀ ਜਿਹੜੀ ਤੁਸੀਂ ਨੇਚਰ ਆ, ਉਸੇ ਨੇ ਹੀ ਤੁਹਾਨੂੰ ਇੱਥੇ ਰਾਜਨੀਤੀ ਵੱਲ ਨੂੰ ਤੁਸੀਂ ਜਿਹੜਾ ਇੱਥੇ ਦੱਸ ਦੇਵਾਂ ਕਿ ਰਾਜਨੀਤੀ ਦੇ ਵਿੱਚ ਬਹੁਤ ਐਕਟਿਵਲੀ ਪਰਫਾਰਮ ਕਰ ਰਹੇ ਨੇ, ਸੋਸ਼ਲ ਵਰਕ ਦੇ ਵਿੱਚ ਐਕਟਿਵਲੀ ਪਰਫਾਰਮ ਕਰ ਰਹੇ ਨੇ। ਇਹ ਕੀ ਸੀਗਾ ਕਿ ਤੁਸੀਂ ਆਪਣੇ ਸੁਭਾਅ ਨੂੰ ਮੁੱਦਾ ਰੱਖਿਆ, ਮੂਰੇ ਰੱਖਿਆ ਕਿ ਯਾਰ ਮੇਰਾ ਸੁਭਾਅ ਇਦਾਂ ਦਾ, ਚਾਰ ਦੋਸਤਾਂ ਨੇ ਕਿਹਾ ਕਿ ਨਹੀਂ ਯਾਰ ਯੂ ਸ਼ੁੱਡ ਗੋ ਇਨ ਦੈਟ ਵੇ, ਔਰ ਜਾਂ ਪਿੱਛੋਂ ਥਾਪੜੀ ਦੇ ਕੇ ਤੋਰਿਆ ਸੀਗਾ ਵੀ ਜਾ ਪੁੱਤ ਜਾ ਕੇ ਐਡੀਲੇਡ ਦੇ ਵਿੱਚ ਪਤਾ ਹੋਵੇ ਕਿ ਗਗਨ ਸ਼ਰਮਾ ਕੋਈ ਹੈ? ਪਹਿਲਾਂ ਤਾਂ ਮੈਨੂੰ ਵਾਕਈ ਯਾਦ ਨਹੀਂ ਆ ਕਿ ਜਦੋਂ ਆਪਾਂ ਪਹਿਲੀ ਮੁਲਾਕਾਤ ਕੀਤੀ ਸੀ, ਪਰ ਮੈਨੂੰ ਇੰਨਾ ਪਤਾ ਕਿ ਤੁਸੀਂ ਹੋਸਟ ਕਰ ਰਹੇ ਸੀਗੇ ਪ੍ਰੋਗਰਾਮ ਔਰ ਤੁਸੀਂ ਮੀਡੀਆ ਕਵਰੇਜ ਕਰ ਰਹੇ ਸੀ, ਔਰ ਮੈਂ ਦੇਖਿਆ ਕਿ ਜਿੱਦਾਂ ਇਹ ਮੈਨੂੰ ਕਹਿ ਰਹੇ, ਮੈਂ ਵੀ ਇਹਨਾਂ ਨੂੰ ਨੋਟਿਸ ਕੀਤਾ ਸੀਗਾ ਕਿ ਕਿੰਨੇ ਪਿਆਰ ਨਾਲ ਹਰ ਇੱਕ ਜਿਹੜੀ ਮੈਮਰੀਜ਼ ਨੂੰ ਇੱਕ ਕੈਮਰੇ ਵਿੱਚ ਉਹ ਕੈਦ ਕਰ ਰਹੇ ਸੀ, ਬੱਚਿਆਂ ਨੂੰ ਸਾਰੇ ਪਾਸੇ, ਔਰ ਬਿਲਕੁਲ ਕੰਸੈਂਟਰੇਸ਼ਨ ਦੇ ਨਾਲ। ਤਾਂ ਮੈਨੂੰ ਵੀ ਮੈਨੂੰ ਲੱਗਾ ਕਿ ਯਾਰ ਇਹਨਾਂ ਨੂੰ ਮੈਨੂੰ ਅਟਰੈਕਟ ਕੀਤਾ। ਮੈਂ ਕਿਹਾ ਯਾਰ ਇਹਨਾਂ ਨੂੰ ਮਿਲ ਕੇ ਆਵਾਂ, ਕੌਣ ਨੇ ਇੰਨੇ ਲਗਨ ਦੇ ਨਾਲ ਪਬਲਿਕ ਡੀਲਿੰਗ ਕਰ ਰਹੇ ਆ। ਉਸ ਟਾਈਮ ਹੁਣ ਮੈਨੂੰ ਯਾਦ ਆਇਆ, ਫਿਰ ਮੈਂ ਤੁਹਾਨੂੰ ਮੁਸ਼ਾਇਰੇ 'ਚ ਮਿਲਿਆ ਸੀਗਾ ਜੀ, ਜਦੋਂ ਤੁਸੀਂ ਮੁਸ਼ਾਇਰਾ ਕਰਾਇਆ ਸੀ ਨਾ ਅਹਿਮਦੀਆ ਕਮਿਊਨਿਟੀ ਉਹਦੇ ਨਾਲ, ਮੈਂ ਉਦੋਂ ਤੁਹਾਨੂੰ ਦੇਖਿਆ ਸੀ। ਔਰ ਮੈਂ ਕਿਹਾ ਵੀ ਇਹਨਾਂ ਨੂੰ ਤਾਂ ਸ਼ਾਇਰ ਵੀ ਹੋ, ਤੁਸੀਂ ਤੇ ਸ਼ਾਇਰ ਵੀ ਹੋ, ਤੁਸੀਂ ਅੱਛੇ ਉੱਥੇ ਸ਼ਾਇਰੀ ਵੀ ਕੀਤੀ, ਉਦੋਂ ਵੀ ਤੁਸੀਂ ਹੋਸਟ ਕੀਤਾ ਸੀਗਾ ਉੱਥੇ। ਉਦੋਂ ਮੈਨੂੰ ਲੱਗਾ ਕਿ ਨਹੀਂ, ਯੂ ਡਿਜ਼ਰਵ ਮੋਰ ਦੈਨ ਦੈਟ। ਤੇ ਮੈਂ ਆਲਵੇਜ਼ ਸਾਡੇ ਰੇਡੀਓਜ਼ ਨੂੰ ਸਪੋਰਟ ਕਰਦਾ, ਤੇ ਅਜੇ ਤੱਕ ਵੀ ਉਹੀ ਪਿਆਰ ਪ੍ਰੇਮ ਭਾਵ ਸਾਡੇ 'ਚ ਬਣਿਆ ਹੋਇਆ। ਔਰ ਅੱਜ ਦੁਆਵਾਂ ਦਿੰਦਾ ਹੈ ਕਿ ਟੀਵੀ ਵੀ ਸ਼ੁਰੂ ਕਰ ਲਿੱਤਾ ਹੈ। ਤੇ ਮੈਨੂੰ ਵੀ ਲੱਗਦਾ ਕਿ ਤੁਸੀਂ ਆਪਣੇ ਆਸਟ੍ਰੇਲੀਆ ਦੇ ਵਿੱਚ, ਐਡੀਲੇਡ ਦੇ ਵਿੱਚ ਇੱਕ ਪੂਰਾ ਨਾਮ ਰੋਸ਼ਨ ਕਰ ਵੀ ਰਹੇ ਹੋ, ਔਰ ਇਸ ਤੋਂ ਹੋਰ ਉੱਪਰ ਹਾਈਟ ਤੇ ਵੀ ਜਾਓਗੇ, the way you are doing। ਜੀ ਬਿਲਕੁਲ ਜੀ, ਥੈਂਕ ਯੂ। ਦੇਖੋ
ਕੋਸ਼ਿਸ਼ ਹੈ ਔਰ ਜਿਹੜੀ ਜ਼ਿੰਮੇਵਾਰੀ ਹਰ ਇੱਕ ਦੀ ਆਪਣੀ ਆਪਣੀ ਕੁਆਲਿਟੀਆਂ ਹੁੰਦੀਆਂ ਹੈਗੀਆਂ, ਸਟਰੈਂਥ ਹੁੰਦੀਆਂ ਨੇਗੀਆਂ, ਉਹਨਾਂ ਨੂੰ ਉਹਨਾਂ ਦੀ ਪਹਿਚਾਣ ਆਪਣੇ ਨਾਲੋਂ ਜਦੋਂ ਤੁਹਾਨੂੰ ਕੋਈ ਦੂਸਰਾ ਕਰਵਾ ਜਾਵੇ, ਮੇਰੇ ਖਿਆਲ ਦੇ ਵਿੱਚ ਤੁਸੀਂ ਉਸ ਪਾਥਵੇ ਤੇ ਉਸ ਜਰਨੀ ਦੇ ਉੱਪਰ ਚੱਲ ਪੈਂਦੇ ਹੋ ਤਾਂ ਉਹ ਥੋੜਾ ਈਜ਼ੀ ਹੋ ਜਾਂਦਾ, ਕਿਉਂਕਿ ਤੁਹਾਨੂੰ ਮਾਰਗਦਰਸ਼ਕ ਤੁਹਾਡੇ ਬਹੁਤ ਜ਼ਿਆਦਾ ਹੁੰਦੇ ਨੇ। ਮੇਰਾ ਮਾਰਗਦਰਸ਼ਕ ਮੇਰਾ ਆਲਾ ਦੁਆਲਾ, ਮੇਰੀ ਪਬਲਿਕ, ਜਿਨ੍ਹਾਂ ਦੇ ਵਿੱਚ ਤੁਸੀਂ ਵੀ ਹੋ, ਸਾਰੇ ਮੇਰੇ ਯਾਰ ਬੇਲੀ ਉਹ ਨੇ। ਤੇ ਤੁਹਾਡੇ ਪੋਲਿਟਿਕਸ ਜਾਂ ਰਾਜਨੀਤੀ ਦੇ ਮਾਰਗਦਰਸ਼ਕ ਕੌਣ ਸਨ? ਸੱਚੀ ਗੱਲ ਦੱਸਾਂ, ਮੇਰਾ ਪੋਲਿਟਿਕਸ ਦੇ ਵਿੱਚ ਜਾਣ ਦਾ ਕੋਈ ਇਰਾਦਾ ਨਹੀਂ ਸੀ। ਪਤਾ ਨਹੀਂ ਚੱਲਿਆ ਕਿ ਕਿੱਥੋਂ ਆਪਣੇ ਆਪ ਹੀ ਰਸਤੇ ਬਣਦੇ ਗਏ। ਕੁਝ ਮੇਰੇ ਫਰੈਂਡ ਸੀਗੇ, ਉਹਨਾਂ ਨੇ ਮੋਟੀਵੇਟ ਕੀਤਾ। ਕੁਝ ਇਸ਼ੂ ਸੀਗੇ ਬਹੁਤ ਸਾਰੇ ਕਮਿਊਨਿਟੀਜ਼ ਦੇ, ਜਿਨ੍ਹਾਂ ਨੂੰ ਸੌਰਟ ਆਊਟ ਕਰਨ ਲਈ ਕੋਈ ਇਦਾਂ ਦਾ ਕਮਿਊਨੀਕੇਟਰ ਚਾਹੀਦਾ ਸੀਗਾ ਕਿ ਜਿਹੜਾ ਇਹਨਾਂ ਮਾਧਿਅਮ ਚਾਹੀਦਾ ਸੀ। ਠੀਕ ਹੈ, ਚਾਹੇ ਉਹ ਮੀਡੀਆ ਤੱਕ ਲੈ ਕੇ ਆਉਣ ਤੁਹਾਡੇ ਲਈ ਆਉਣ, ਚਾਹੇ ਉਹ ਕਿਤੇ ਗਵਰਨਮੈਂਟ ਦੇ ਕੋਲ ਗੱਲ ਕਰਨ ਜਾਂ ਕੁਛ। ਮੈਨੂੰ ਵੀ ਉਸ ਚੀਜ਼ ਦੀ ਬਹੁਤ ਥੋੜ ਮਹਿਸੂਸ ਹੋਈ। ਮੈਨੂੰ ਵੀ ਲੱਗਾ ਕਿ ਵੀ ਸ਼ੁੱਡ ਹੈਵ ਸਮਵਨ ਐਕਚੁਅਲੀ ਜਿਹੜਾ ਅੱਛਾ ਕਮਿਊਨਿਟੀ ਲਈ ਕਿਸੇ ਤਰ੍ਹਾਂ ਕਨੈਕਟ ਕਰੇ ਸਾਰਿਆਂ ਨੂੰ, ਔਰ ਜਿੱਥੇ ਆਪਾਂ ਸਾਰੇ ਰਲ ਮਿਲ ਕੇ ਰਹੀਏ। ਤੇ ਬਹੁਤ ਛੋਟਾ ਸ਼ਹਿਰ ਹੈ। ਮੈਨੂੰ ਕਿਸੇ ਨੇ ਥਾਪੜਾ ਨਹੀਂ ਦਿੱਤੀ ਸੀਗੀ ਪੋਲਿਟਿਕਸ ਦੀ, ਔਰ ਨਾ ਮੇਰੀ ਮਨਸ਼ਾ ਸੀਗੀ ਕਿ ਮੈਂ ਪੋਲਿਟਿਕਸ 'ਚ ਜਾਵਾਂ। ਤੇ ਬਟ ਆਪਣੇ ਆਪ ਹੀ ਕਿਸਮਤ ਲੈ ਗਈ ਸਮਝੋ। ਪਰ ਸ਼ੌਂਕ ਸੀਗਾ ਕਿ ਪਬਲਿਕ ਸੇਵਾ ਕਰਨ ਦਾ, ਲੋਕਾਂ ਨਾਲ ਡੀਲਿੰਗ ਕਰਨ ਦਾ, ਕਮਿਊਨੀਕੇਟ ਕਰਨ ਦਾ, ਇਹ ਸ਼ੌਂਕ ਸੀਗਾ ਜੀ। ਤੇ ਬਸ ਉੱਥੋਂ ਚੱਲਦੇ ਗਏ ਅੱਗੇ। ਅੱਜ ਫਿਰ ਉੱਥੇ ਬੈਠੇ ਜਿੱਥੇ ਆਪਾਂ 2012 ਚ ਮਿਲੇ ਸੀਗੇ ਰੋਬੀ ਬਾਈ ਨੂੰ। ਸੇਮ ਉਹੀ ਉਹਨਾਂ ਦਾ ਹਸਮੁਖ ਚਿਹਰਾ, ਉਹੀ ਉਹਨਾਂ ਦਾ ਐਨਰਜੀ, ਉਹੀ ਸਭ ਕੁਝ। ਅੱਛਾ ਸਟੂਡੀਓ ਵੀ ਮੇਨਟੇਨ ਕਰਦੇ ਆ, ਹਰ ਚੀਜ਼ ਨੂੰ ਆਫਟਰ ਵਰਕ ਵੀ ਆਪਣੀ ਇੱਕ ਵਰਕ ਕਮਿਟਮੈਂਟ ਖਤਮ ਕਰਨ ਤੋਂ ਬਾਅਦ ਵੀ ਕਮਿਊਨਿਟੀ ਲਈ ਕੰਮ ਕਰਦੇ ਆ ਕਿ ਲੋਕਾਂ ਦੇ ਵਿਚਾਰ ਇੱਕ ਦੂਜੇ ਤੱਕ ਸਾਂਝੇ ਹੋ ਜਾਣ। ਜੀ ਬਿਲਕੁਲ। ਦੇਖੋ, ਮੇਰਾ ਐਜ਼ ਅ ਮੀਡੀਆ ਜਾਂ ਕਹਿ ਲਈਏ ਸਾਡਾ ਐਜ਼ ਅ ਮੀਡੀਆ ਜਿੰਨੇ ਵੀ ਇੱਥੇ ਆ, ਨਜ਼ਰੀਆ ਸਮਾਜ ਨੂੰ ਦੇਖਣ ਦਾ ਇੱਕ ਹੋਰ ਆ। ਔਰ ਸਾਡੀ ਕੋਸ਼ਿਸ਼, ਮੀਡੀਆ ਦੀ ਹਮੇਸ਼ਾ ਕੋਸ਼ਿਸ਼ ਹੁੰਦੀ ਆ ਕਿ ਉਸ ਕਾਰਜ ਨੂੰ ਜੇ ਉਹ ਬੰਦਾ ਕਰਨ ਵਾਲਾ ਤਾਂ ਉਸ ਨੂੰ ਕਿੱਦਾਂ ਇਨਕਰੇਜ ਕੀਤਾ ਜਾਵੇ ਔਰ ਕਿਸ ਤਰ੍ਹਾਂ ਉੱਪਰ ਤੱਕ ਉਹ ਗੱਲ ਪਹੁੰਚਾਈ ਜਾਵੇ। ਐਟ ਦ ਐਂਡ ਵੀ ਆਰ ਆਲ ਕਿ ਅਸੀਂ ਕਮਿਊਨਿਟੀ ਦੀ ਸੇਵਾ ਕਰਨ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਹਾਂ। ਤੁਹਾਨੂੰ ਇਸ ਸ਼ਹਿਰ ਦੇ ਵਿੱਚ ਕਿਹੜਾ ਫੈਕਟਰ ਸਭ ਤੋਂ ਜ਼ਿਆਦਾ ਲੱਗਿਆ ਕਿ ਇਸ ਦੇ ਉੱਪਰ ਬਹੁਤ ਜ਼ਿਆਦਾ ਕੰਮ ਹੋਣਾ ਚਾਹੀਦਾ, ਜਾਂ ਜਿੱਥੇ ਅਸੀਂ ਲੈਕ ਕਰ ਰਹੇ ਹਾਂਗੇ ਉਸ ਸਮੇਂ ਦੇ ਵਿੱਚ? ਮੈਨੂੰ ਜਦੋਂ ਮੈਂ ਐਡੀਲੇਡ ਦੇ ਵਿੱਚ ਫਸਟ ਟਾਈਮ 에ਅਰਪੋਰਟ ਤੇ ਉਤਰਿਆ ਸੀਗਾ, ਮੈਨੂੰ ਕੋਈ ਪਿਕਅਪ ਕਰਨ ਆ ਰਹੇ ਸੀਗੇ ਜੀ। ਮੈਂ ਸਟਿਲ ਉਹਨਾਂ ਦੇ ਨਾਲ ਅਜੇ ਤੱਕ ਉਹਨਾਂ ਦੀ ਇੰਨੀ ਰਿਸਪੈਕਟ ਕਰਦਾ ਹਾਂ। ਟਾਕਿੰਗ ਅਬਾਊਟ 2008 ਉਹਨਾਂ ਦੇ ਨਾਲ ਜਦੋਂ ਮੈਨੂੰ ਉਹਨਾਂ ਨੇ 에ਅਰਪੋਰਟ ਤੋਂ ਪਿਕ ਕਰਕੇ ਆਪਣੇ ਘਰ ਲੈ ਕੇ ਗਏ। ਮੇਰੀ ਵਾਈਫ ਸੀਗੀ, ਸ਼ੀ ਵਾਸ ਪ੍ਰੈਗਨੈਂਟ ਦੈਟ ਟਾਈਮ। ਤੇ ਉਹ ਅੰਮ੍ਰਿਤਧਾਰੀ ਪਰਿਵਾਰ, ਤੇ ਮੈਂ ਉਹਨਾਂ ਦੇ ਨਾਲ ਰਿਹਾ। ਮੇਰੀ ਪਿਛੋਕੜ ਸਾਡੀ ਅੰਮ੍ਰਿਤਸਰ ਜ਼ਿਲ੍ਹੇ ਦੀ, ਸਾਡੇ 'ਚ ਕੋਈ ਫਰਕ ਨਹੀਂ ਹੈ, ਹਿੰਦੂ ਸਿੱਖ ਕੋਈ ਫਰਕ ਨਹੀਂ ਹੈ। ਮੈਂ ਉਹਨਾਂ ਦੇ ਕੋਲ ਐਡੀਲੇਡ ਦੇ ਵਿੱਚ ਜਦੋਂ ਆਇਆ, ਉਹਨਾਂ ਦੇ ਘਰ ਰਿਹਾ। ਉਹਨਾਂ ਦੀਆਂ 3 ਬੇਟੀਆਂ ਸੀਗੀਆਂ, ਛੋਟਾ ਜਿਹਾ ਬੇਟਾ ਸੀਗਾ। ਤੇ ਸਾਡੇ ਵਿੱਚ ਕਲਚਰ ਆ ਕਿ ਜਦੋਂ ਅਸੀਂ ਕਿਸੇ ਕੰਮ ਲਈ ਜਾਂਦੇ ਜਾਂ ਕੁਝ ਬੈਸਟ ਕਰਨ ਲਈ ਜਾਂਦੇ, ਜੌਬ ਲੈਣ ਲਈ ਜਾਂਦੇ ਆ, ਤੇ ਜਿਹੜੀਆਂ ਛੋਟੀਆਂ ਲੜਕੀਆਂ ਹੁੰਦੀਆਂ, ਅਸੀਂ ਉਹਨਾਂ ਦੇ ਪੈਰੀਂ ਹੱਥ ਲਾ ਕੇ ਜਾਂਦੇ ਆ। ਸਾਡਾ ਕਲਚਰ ਆ, ਕੰਜਕ ਕਰਦੇ ਆ। ਹੁਣ ਤੇ ਉਦੋਂ ਮੈਂ ਉਹਨਾਂ ਦੇ ਘਰ ਉੱਥੇ ਰਿਹਾ, ਤੇ ਮੈਨੂੰ ਉਹਨਾਂ ਨੇ ਆਪਣੀ ਸਟੋਰੀ ਸ਼ੇਅਰ ਕੀਤੀ। ਕਹਿੰਦੇ ਕਿ ਤੁਸੀਂ ਤੇ ਅਸੀਂ ਤੁਹਾਨੂੰ ਲੈ ਕੇ ਆਏ, ਇੰਨਾ ਮਤਲਬ ਫੁੱਲਾਂ ਵਾਂਗੂ ਰੱਖਿਆ, ਪਰ ਕਹਿੰਦੇ ਜਦੋਂ ਅਸੀਂ ਐਡੀਲੇਡ ਆਏ ਸੀ ਨਾ, ਅਸੀਂ 에ਅਰਪੋਰਟ ਤੇ ਸੀਗੇ, 4 ਬੱਚੇ ਸਾਡੇ, ਮਤਲਬ ਉਹਨਾਂ ਦੀ 3 ਬੇਟੀਆਂ 1 ਬੇਟਾ, ਮੈਂ ਨਾਮ ਮੈਂਸ਼ਨ ਨਹੀਂ ਕਰੂੰਗਾ। ਤੇ ਉਹ 에ਅਰਪੋਰਟ ਤੇ ਆਏ ਸੀਗੇ। ਅੱਗੇ ਉਹਨਾਂ ਨੂੰ ਜਿਹਨੇ 에ਅਰਪੋਰਟ ਤੋਂ ਪਿਕਅਪ ਕਰਨਾ ਸੀ ਨਾ, ਉਹ ਬੰਦਾ ਨਹੀਂ ਆਇਆ। ਉਹਨੇ ਆਪਣਾ ਫੋਨ ਬੰਦ ਕਰ ਦਿੱਤਾ। ਉਹਨਾਂ ਨੇ ਮੈਨੂੰ ਆਪਣੀ ਸਟੋਰੀ ਸ਼ੇਅਰ ਕੀਤੀ। ਬੱਚੇ, ਉਹਨਾਂ ਨੂੰ ਪਤਾ ਨਹੀਂ ਜਾਣਾ ਕਿੱਥੇ ਆ। ਉਸ ਤੋਂ ਬਾਅਦ ਉਹਨਾਂ ਨੇ ਮੇਰੇ ਕਜ਼ਨ ਅਮਿਤ ਸ਼ਰਮਾ ਸਿਡਨੀ ਆ, ਉਹਨਾਂ ਕੰਟੈਕਟ ਕੀਤਾ, ਬਿਕੋਜ਼ ਉਹ ਇੱਕੋ ਹੀ ਸ਼ਹਿਰ ਤੋਂ ਸੀਗੇ। ਉਹਨੇ ਕਿਸੇ ਦਾ ਨੰਬਰ ਦਿੱਤਾ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਟੈਕਸੀ ਦੇ ਵਿੱਚ 6 ਜਣੇ ਨਹੀਂ ਬੈਠ ਸਕਦੇ, ਇੱਕ ਫੈਮਿਲੀ 5 ਸੀਟਰ ਕਾਰ ਹੈ। ਉਹ ਇੰਨਾ ਡਰ ਗਏ, ਬੱਚੇ ਬਿਮਾਰ ਹੋ ਗਏ ਉਹਨਾਂ ਨੇ ਫਿਰ ਉਹ ਰਾਤ ਜਿਹੜਾ ਯੂਨਿਟ 'ਚ ਇੱਕ ਰੂਮ ਸ਼ੇਅਰ ਕਰਦਾ ਸੀ ਮੁੰਡਾ, ਅੱਛੇ ਲੋਕ ਵੀ ਹੁੰਦੇ ਆ, ਉਹਨਾਂ ਦੇ ਘਰ ਦੇ ਵਿੱਚ ਜਾ ਕੇ ਉਹ ਰੁਕੇ। ਉਹਨੇ ਕਿਹਾ ਫ੍ਰਿਜ ਦੇ ਵਿੱਚੋਂ ਬ੍ਰੈਡ ਖਾ ਲਓ, ਇਹ ਖਾ ਲਓ। ਔਰ ਉਹਨਾਂ ਦਾ ਉਹ ਇੰਨੇ ਪੈਨਿਕ ਸੀ ਉਸ ਟਾਈਮ 'ਚ
ਕਿ ਉਹਨਾਂ ਨੇ ਸੋਚਿਆ ਸੀ ਗਲਤੀ ਕਰ ਲਈ ਆਸਟ੍ਰੇਲੀਆ ਆ ਕੇ। ਜੀ ਮੈਂ ਜਦੋਂ ਉਹਨਾਂ ਦੀ ਗੱਲ ਸੁਣੀ ਪਹਿਲੀ ਵਾਰੀ ਮੈਂ ਜੀ। ਕਿਹਾ ਵੀ ਜਿੱਦਾਂ ਇਹਨਾਂ ਨੂੰ ਹੋਇਆ ਕੀ ਪਤਾ ਕਿੰਨੇ ਲੋਕਾਂ ਨੂੰ ਹੁੰਦਾ ਹੋਊਗਾ। ਜੀ ਕੁਛ ਇਦਾਂ ਦਾ ਸਿਸਟਮ ਚਾਹੀਦਾ ਵਾ ਕਿ ਲੋਕ ਐਟ ਲੀਸਟ ਜਦੋਂ ਇੰਡੀਆ ਤੋਂ ਇੱਥੇ ਆਣ ਉਹਨਾਂ ਦੇ ਕੋਲ ਕੁਝ ਇੱਕ ਕੰਟੈਕਟ ਹੋਵੇ, ਜੀ ਮਲਟੀਪਲ ਕੰਟੈਕਟਸ ਹੋਣ, ਕਿ ਉਹ ਇੱਕ ਦੂਜੇ ਦੀ ਸਲਾਹ ਲੈ ਲੈਣ ਕਿ ਹਾਂ ਇਹ ਹੈ, ਮੈਂ ਇੱਥੇ ਆ ਰਿਹਾ ਜੀ। ਔਰ ਨੋ ਡਾਊਟ ਬਟ ਇਟਸ ਇੰਪਰੂਵਡ ਨਾਓ। ਟਰੂ ਜੀ। ਤੁਹਾਡੇ ਕੋਲ ਵੀ ਮੈਂ ਦੇਖਿਆ ਬਹੁਤ ਲੋਕ ਇਨਕੁਆਇਰੀ ਕਰਦੇ ਆ ਜੀ। ਤੁਹਾਡੇ ਪੇਜ ਦੇ ਉੱਪਰ ਵੀ ਕਿ ਜੀ। ਅਸੀਂ ਆਮ ਆਏ ਆ। ਉਹ ਜਿਹੜਾ ਉਹ ਮੇਰੇ ਉਦੋਂ ਮਾਈਂਡ 'ਚ ਆਈ ਸੀ ਗੱਲ ਕਿ ਕੋਈ ਇਦਾਂ ਦੀ ਚੀਜ਼ ਹੋਣੀ ਚਾਹੀਦੀ ਹੈ ਕਿ ਆਪਾਂ ਸਾਰਿਆਂ ਇਸ ਤੇ ਨੂੰ ਕੰਮ ਜੋੜੀਏ, ਕਿਸੇ ਨਾਲ ਕੋਈ ਇਦਾਂ ਦਾ ਪਰੇਸ਼ਾਨ ਨਾ ਹੋਵੇ। ਉਹ ਸੀਗਾ ਮੇਰੇ ਮਨ 'ਚ। ਗੁੱਡ। ਲਓ ਜੀ, ਆਪਾਂ ਆਉਣੇ ਆ ਵਾਪਸ ਇਹਨਾਂ ਦੀ ਜ਼ਿੰਦਗੀ ਦੇ ਸਫ਼ਰ ਦੇ ਨਾਲ ਹੋਰ ਦੂਰ ਤੱਕ ਵਾਕ ਕਰਨਾ। ਅਜੇ ਕਠਿਨਾਈਆਂ ਦੀ ਗੱਲ ਕਰਨੀ ਆ, ਫਿਰ ਉਸ ਤੋਂ ਬਾਅਦ ਖੁਸ਼ਹਾਲੀਆਂ ਦੀ ਗੱਲ ਕਰਨੀ ਆ। ਬਹੁਤ ਸਾਰਾ ਕੁਝ ਪਿਆ ਜਾਣਨ ਦੇ ਲਈ। ਤੁਸੀਂ ਇਸੇ ਤਰ੍ਹਾਂ ਬਣਾਈ ਰੱਖੋ ਰਾਬਤਾ। ਮਿਲਦੇ ਹਾਂ ਇਸ ਬ੍ਰੇਕ ਤੋਂ ਬਾਅਦ। ਹਾਂਜੀ, ਬ੍ਰੇਕ ਤੋਂ ਬਾਅਦ ਫਿਰ ਇੱਕ ਵਾਰੀ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹਾਂ ਜੀ, ਰਾਬਤਾ ਦੇ ਇਸ ਮੰਚ ਦੇ ਉੱਪਰ, ਜਿਸ ਦਾ ਨਾਮ ਹੈ ਖੁੰਡ ਚਰਚਾ। ਤੁਹਾਡੀ ਆਪਣੀ ਚਰਚਾ, ਸਾਡੀ ਆਪਣੀ ਚਰਚਾ। ਸੋ ਗੱਲਬਾਤ ਨੂੰ ਆਪਾਂ ਅੱਗੇ ਵਧਾਈਏ। ਕਿਸ ਤਰ੍ਹਾਂ ਤੁਸੀਂ ਇਨਸਪਾਇਰ ਹੋਏ, ਕਿਸ ਤਰ੍ਹਾਂ ਤੁਸੀਂ ਸੋਚਿਆ ਕਿ ਇਸ ਪਾਸੇ ਨੂੰ ਆਉਣਾ ਚਾਹੀਦਾ? ਇਹ ਤਾਂ ਹੁਣ ਤੱਕ ਦਾ ਜਿੱਥੇ ਆਪਾਂ ਗੱਲਬਾਤ ਕੀਤੀ, ਜਿਹਦੇ ਵਿੱਚ ਜਾਣਨ ਦੀ ਕੋਸ਼ਿਸ਼ ਕੀਤੀ ਕਿ ਓਵਰਆਲ ਇਹ ਪਰਸਨੈਲਿਟੀ ਕੀ ਹੈ ਔਰ ਕੀ ਕਰ ਰਹੀ ਹੈ ਇਸ ਸਿਟੀ ਦੇ ਵਿੱਚ। ਜਦੋਂ ਤੁਸੀਂ ਆਏ ਸੀ 2008 ਦੇ ਵਿੱਚ, ਤੁਹਾਨੂੰ 에ਅਰਪੋਰਟ ਤੇ ਕੋਈ ਲੈਣ ਆ ਗਿਆ ਸੀ ਜਾਂ ਤੁਸੀਂ ਵੀ ਉਸੇ ਕਹਾਣੀ ਦੇ ਨਾਲ ਮਿਲਦੇ ਜੁਲਦੇ ਪਾਤਰ ਬਣ ਕੇ ਵਿਚਰੇ? ਨਹੀਂ, ਮੈਨੂੰ 에ਅਰਪੋਰਟ ਤੇ ਲੈਣ ਆ ਗਿਆ ਸੀਗਾ ਜੀ। ਜਿਹੜਾ ਵੀ ਮੈਨੂੰ ਲੈਣ ਆਇਆ ਸੀਗਾ ਜੀ। ਉਹਨੂੰ ਮੈਂ ਕਦੀ ਫੇਸ ਨਹੀਂ ਦੇਖਿਆ ਸੀਗਾ, ਨਾ ਮੈਂ ਕਦੀ ਮਿਲਿਆ ਸੀਗਾ। ਜੀ। ਤਾਂ ਮੇਰੇ ਕਜ਼ਨ ਦੇ ਥਰੂ, ਅਮਿਤ, ਉਹਦੇ ਜੀ। ਥਰੂ ਮੈਂ ਉਹਨਾਂ ਨੂੰ ਮਤਲਬ ਮਿਲਿਆ ਫਸਟ ਟਾਈਮ। ਜੀ। ਬੜੇ ਪਿਆਰ ਨਾਲ ਮੈਨੂੰ ਲੱਗਾ, ਮੈਂ ਕਿਹਾ ਕਿ ਇਹਦੇ ਸ਼ਹਿਰ ਇਦਾਂ ਦੇ ਲੋਕ ਵੀ ਹੈਗੇ ਆ। ਠੀਕ ਹੈ। ਜਦੋਂ ਆਪਾਂ ਇੰਡੀਆ ਤੋਂ ਆਪਣਾ ਸਾਰਾ ਕੁਝ ਛੱਡ ਕੇ ਆਈਏ, ਜਦੋਂ ਮੈਂ ਪਲੇਨ ਦੇ ਵਿੱਚ ਮੈਂ ਦੇਖਿਆ ਨਾ ਐਡੀਲੇਡ ਆਉਣ ਵਾਲਾ, ਅੰਦਰੋਂ ਮੈਨੂੰ ਉਹ ਘਬਰਾਹਟ ਹੋਈ ਕਿ ਮੈਂ ਕਦੇ ਗਲਤੀ ਤਾਂ ਨਹੀਂ ਕਰ ਲਈ ਆਸਟ੍ਰੇਲੀਆ ਜਾ ਕੇ। ਸਭ ਤੁਹਾਨੂੰ ਵੀ ਹੋਇਆ ਹੋਊਗਾ ਨਾ। ਤੇ ਉਹ ਮੈਨੂੰ ਅਜੇ ਵੀ ਮੇਰੇ ਫੀਲਿੰਗ ਹੈਗੀ ਹੈ ਮਨ 'ਚ ਕਿ ਜਦੋਂ ਪਲੇਨ ਲੈਂਡਿੰਗ ਕਰ ਰਿਹਾ ਸੀ ਨਾ, ਤੇ ਮੈਂ ਇਦਾਂ ਦੇਖੀ, ਮੈਂ ਕਿਹਾ ਕਿ ਹਾਂ ਉਹ ਮੇਰੇ ਅੰਦਰ ਹੈ ਅਜੇ ਵੀ। ਮੈਂ ਉਦੋਂ ਸੋਚਿਆ ਸੀਗਾ ਕਿ ਮੈਂ ਇਸ ਸ਼ਹਿਰ ਦੇ ਵਿੱਚ ਖੋ ਜਾਣਾ ਕਿਤੇ ਨਾ ਕਿਤੇ। ਵੈਰੀ ਓਨੈਸਟ, ਠੀਕ ਹੈ। ਉਹ ਮੈਨੂੰ ਲੱਗਾ ਕਿਉਂਕਿ ਸਾਡੇ ਪਰਿਵਾਰ 'ਚ ਅਸੀਂ ਬਹੁਤ ਲੋਕਾਂ ਦੇ ਨਾਲ ਕਮਿਊਨੀਕੇਟ ਕੀਤਾ। ਸਾਰੇ ਸਾਡੇ ਅੰਮ੍ਰਿਤਸਰ ਏਰੀਆ 'ਚ ਜਿੰਨੇ ਵੀ ਪਿੰਡ ਸੀਗੇ, ਮੈਂ ਛੋਟੇ ਹੁੰਦੇ ਤੋਂ ਮੈਨੂੰ ਬਹੁਤ ਸਭ ਜਾਣਦੇ ਹੁੰਦੇ ਸੀ। ਡੈਡੀ ਦੇ ਨਾਲ ਜਾਣਾ, ਕਦੀ ਕਿਤੇ ਜਾਣਾ, ਕਦੀ ਕਿਸੇ ਫੰਕਸ਼ਨ 'ਤੇ ਜਾਣਾ। ਮੈਂ ਇੱਕ ਗੱਲ ਹੋਰ ਵੀ ਸ਼ੇਅਰ ਕਰੂੰਗਾ ਕਿ ਉਦੋਂ ਮੈਂ ਸਿਰਫ 21 ਸਾਲ ਦਾ ਸੀਗਾ। ਜਿਹੜੇ ਫਾਦਰ ਹੁੰਦੇ ਕਹਿੰਦੇ ਬੱਚਿਆਂ ਨੂੰ ਪੜ੍ਹੋ, ਮੇਰੇ ਡੈਡੀ ਮੈਨੂੰ ਗੁੱਸੇ ਹੁੰਦੇ ਸੀ ਕਿ ਵਾਰਡ ਦੀ ਲਿਸਟ ਲੈ ਕੇ ਆਓ। 22-23 ਸਾਲ ਦੀ ਏਜ ਦੇ ਵਿੱਚ ਹੀ ਮੈਂ ਪੋਲਿਟਿਕਸ ਵਾਲੀ ਸਾਈਡ ਤੇ ਉਦਘਾਟਨ ਕਰਦਾ ਹੁੰਦਾ ਸੀਗਾ। ਮੈਨੂੰ ਸ਼ਰਮ ਆਉਂਦੀ ਸੀਗੀ, ਅੰਦਰੋਂ ਮੈਨੂੰ ਲੱਗਦਾ ਸੀ ਕਿ ਮੈਂ ਤੇ ਛੋਟਾ ਹਾਂ। ਅਸਲ 'ਚ ਤੁਸੀਂ ਆਪਣੇ ਫਾਦਰ ਦਾ ਕੱਦ ਯੂਜ਼ ਕਰ ਰਹੇ ਸੀਗੇ ਨਾ ਉਸ ਟਾਈਮ ਤੇ। ਹਾਂ, ਉਹ ਮੈਨੂੰ ਭੇਜ ਦਿੰਦੇ ਹੁੰਦੇ ਸੀਗੇ। ਬੜੇ ਸਾਡੇ ਪਰਿਵਾਰ ਤੇ ਉਸ ਟਾਈਮ ਟੈਰਰਿਸਟ ਦਾ ਅਟੈਕ ਵੀ ਹੋਏ ਸਾਡੇ ਤੇ। ਇਹ ਕਿਹੜੇ ਸਾਲ ਦੀ ਗੱਲ ਆ? ਇਹ ਹੈਗੀ ਆ 93 ਦੀ। ਉਸ ਟਾਈਮ ਦੇ ਅੱਗ ਵਿੱਚ ਕਾਫੀ ਬਲ ਰਹੀ ਸੀ ਉਸ ਟਾਈਮ ਦੇ ਵਿੱਚ। ਹਾਂਜੀ। ਤੇ ਚਲੋ, ਪਰ ਫਿਰ ਵੀ ਅਸੀਂ ਆਪਣਾ ਸ਼ਹਿਰ ਨਹੀਂ ਛੱਡਿਆ। ਅਸੀਂ ਆਪਣੇ ਉੱਥੇ ਰਹੇ। ਸਾਡਾ ਬਹੁਤ ਪਿਆਰ ਸੀਗਾ ਕਮਿਊਨਿਟੀ ਦੇ ਵਿੱਚ, ਲੋਕਾਂ ਦੇ ਨਾਲ ਬਹੁਤ ਪਿਆਰ ਸੀਗਾ। ਤੇ ਜਦੋਂ ਮੈਂ ਇੱਥੇ ਐਡੀਲੇਡ 'ਚ ਆਇਆ, ਉਦੋਂ ਮੈਨੂੰ ਲੱਗਾ ਕਿ ਮੈਂ ਉੱਥੇ, ਜਦੋਂ ਮੈਂ ਆਪਣੇ ਘਰ ਤੋਂ ਚੱਲਿਆ ਸੀਗਾ ਮਾਰਕੀਟ ਦੇ ਵਿੱਚੋਂ, ਮੈਂ ਲੋਕਾਂ ਨਾਲ ਝੂਠ ਬੋਲ ਕੇ ਆਇਆ ਸੀ। ਮੈਂ ਕਿਹਾ ਮੈਂ ਆਸਟ੍ਰੇਲੀਆ ਘੁੰਮਣ ਜਾ ਰਿਹਾ, ਮੈਂ ਵਾਪਸ ਆ ਜਾਊਗਾ। ਮੇਰਾ ਖਿਆਲ ਕਿ ਰਈਏ ਦੇ 50 ਪਰਿਵਾਰ ਤੇ ਹੋਣੇ ਮੈਨੂੰ 에ਅਰਪੋਰਟ ਤੇ ਡ੍ਰੌਪ ਕਰਨ ਲਈ।
ਠੀਕ ਹੈ। ਉਦੋਂ ਮੈਨੂੰ ਉਹ ਫੀਲ ਹੁੰਦਾ ਸੀਗਾ ਕਿ ਕਿਤੇ ਗਲਤੀ ਤਾਂ ਨਹੀਂ ਕਰ ਲਈ ਸਾਰਾ ਆਪਣਾ। ਪਰ ਇੱਥੇ ਆ ਕੇ ਚਲੋ ਹੌਲੀ ਹੌਲੀ ਉਹੀ ਜਿੱਦਾਂ ਆਪਾਂ ਕੰਮਾਂ ਕਾਰਾਂ 'ਚ ਲੱਗਦੇ ਆ, ਡੋਰ ਨੋਕਿੰਗ ਸੇਲਸ ਜਿਹੜੀਆਂ ਆਪਾਂ ਕਦੀ ਕੀਤੀਆਂ ਨਹੀਂ ਸੀਗੀਆਂ ਉਹਦੇ ਵਿੱਚ ਆਏ। ਇੱਦਾਂ ਹੌਲੀ ਹੌਲੀ ਕਮਿਊਨਿਟੀ ਨਾਲ ਮੈਂ ਜੁੜਿਆ ਸੀਗਾ। ਜਦੋਂ ਮੈਂ 2010 ਦੇ ਵਿੱਚ ਵੋਡਾਫੋਨ ਦੇ ਵਿੱਚ ਬਿਜ਼ਨਸ ਡਿਵੈਲਪਮੈਂਟ ਮੈਨੇਜਰ ਦਾ ਮੈਨੂੰ ਜੌਬ ਜਦੋਂ ਹੋਈ, ਉਦੋਂ ਆਪਣੇ ਲੋਕ ਬਹੁਤ ਆਉਂਦੇ ਸੀਗੇ ਮੋਬਾਈਲ ਲੈਣ ਲਈ। ਉਹਨਾਂ ਨੂੰ ਪਤਾ ਸੀਗਾ ਕਿ ਸਰ ਡਾਲਰ ਬ੍ਰੈਡਮੈਨ ਰੋਡ ਤੇ ਵੋਡਾਫੋਨ ਦਾ ਆਫਿਸ, ਉੱਥੇ ਗਗਨ ਹੈ ਕੋਈ, ਉਹ ਸਾਰਿਆਂ ਨੂੰ 3 ਮਹੀਨੇ ਫ੍ਰੀ ਕ੍ਰੈਡਿਟ ਦੇ ਦਿੰਦਾ। ਔਰ ਮੈਂ ਕਰਦਾ ਵੀ ਸੀਗਾ। ਸਟੂਡੈਂਟ ਨੂੰ ਫੋਨ ਨਹੀਂ ਸੀ ਮਿਲਦੇ, ਸਟੂਡੈਂਟ ਕਹਿੰਦੇ ਸੀ ਕਿ ਸਾਨੂੰ ਸਾਡਾ ਵੀਜ਼ਾ ਘੱਟ ਹੈ, ਇਹ ਉਹ ਹੈ, ਅਸੀਂ ਹੈਲਪ ਕਰਦੇ ਸੀਗੇ ਜੀ। ਕਈਆਂ ਨੂੰ ਆਪਣੇ ਨਾਮ ਤੇ ਵੀ ਫੋਨ ਲੈ ਗਏ ਤਾਂ ਬਾਅਦ ਚੋਂ ਟ੍ਰਾਂਸਫਰ ਕਰ ਦਿੰਦੇ ਸੀਗੇ, ਮਤਲਬ ਟ੍ਰਾਈਂਗ ਟੂ ਬੀ ਇਨ ਟੱਚ ਵਿਦ, ਹਾਂ ਹੈਲਪ ਕਰਦੇ ਸੀਗੇ। ਉਦੋਂ ਇੱਕ ਸਰਕਲ ਬਣ ਗਿਆ। ਅਸੀਂ ਹੋਰ ਕਰਦੇ ਸੀ, ਜੇ ਕਿਸੇ ਦਾ ਸਟੂਡੈਂਟ ਨੂੰ ਫੋਨ ਲੈ ਲੈਂਦੇ ਸੀਗੇ, ਦੇ ਦਿੰਦੇ ਸੀ ਉਹਨੂੰ ਫੋਨ, ਅਸੀਂ ਉਹ ਕਹਿੰਦੇ ਯਾਰ ਮਿਠਾਈ ਲੈ ਕੇ ਆ ਜੀ। ਆਪਣਾ ਕਲਚਰ ਉਹ ਵਾਲਾ ਜਿਹੜਾ ਸੀਗਾ ਉਹ ਨਾਲ ਨਾਲ ਆਪਣੇ ਕਿਤੇ ਨਾ ਕਿਤੇ ਜੁੜਿਆ ਰਿਹਾ ਜੀ। ਤੇ ਬਸ ਉੱਥੋਂ ਸ਼ੌਕ ਕਨੈਕਟ ਹੁੰਦਾ ਗਿਆ ਹੌਲੀ ਹੌਲੀ। ਬਸ ਫਿਰ ਪਬਲਿਕਲੀ ਇਨਵੋਲਵਮੈਂਟ ਸ਼ੁਰੂ ਹੋ ਗਈ। ਅੱਛਾ, ਮੈਂ ਉਸ ਮੂਵਮੈਂਟ 'ਚ ਲੈ ਕੇ ਜਾਣਾ ਚਾਹੁੰਦਾ ਤੁਹਾਨੂੰ। ਜਦੋਂ ਤੁਸੀਂ ਕਿਹਾ ਬਹੁਤ ਸਾਰੇ ਪਰਿਵਾਰ ਸਾਨੂੰ ਤੁਹਾਨੂੰ ਛੱਡਣਾ ਹੈ 에ਅਰਪੋਰਟ ਤੇ, ਜਾਂ ਤੁਹਾਨੂੰ ਵਿਦਾਇਗੀ ਹੋਈ ਜਦੋਂ ਤੁਸੀਂ ਉੱਥੋਂ ਚੱਲੇ, ਤਾਂ ਉਸ ਟਾਈਮ ਦੇ ਵਿੱਚ ਬਿਕੋਜ਼ ਵਾਈ ਐਮ ਆਸਕਿੰਗ, ਕਿਉਂ ਪੁੱਛ ਰਿਹਾ ਹੈ ਕੁਐਸਚਨ, ਕਿ ਤੁਹਾਡੀ ਗੱਲਬਾਤ ਨੂੰ ਹੋ ਸਕਦਾ ਕਿ ਜੋ ਅਜੇ ਸੋਚ ਰਿਹਾ ਹੋਵੇ ਇੱਥੇ ਆਉਣ ਨੂੰ ਆਸਟ੍ਰੇਲੀਆ ਦੇ ਵਿੱਚ ਜਾਂ ਕਿਸੇ ਹੋਰ ਵੀ ਮੁਲਕ ਦੇ ਵਿੱਚ, ਤਾਂ ਉਸ ਨੂੰ ਇਹ ਮਹਿਸੂਸ ਹੋਵੇ ਕਿ ਉਹਨਾਂ ਦੇ ਅੰਦਰ ਵੀ ਉਦਾਂ ਦੀ ਫੀਲਿੰਗ। ਉਦੋਂ ਕਿਹੜਾ ਡਰ ਸੀ ਮਨ ਦੇ ਵਿੱਚ, ਜਾਂ ਕੋਈ ਤਸੱਲੀ ਹੈ ਸੀ ਕਿ ਅੱਗੇ ਹੱਥ ਹੈ ਜਿਹੜੇ ਨੇ ਮੈਨੂੰ ਫੜ ਲੈਣਾ ਔਰ ਉਸਨੇ ਮੈਨੂੰ ਸਹਾਰਾ ਦੇ ਦੇਣਾ ਔਰ ਰਸਤਾ ਦਿਖਾ ਦੇਣਾ? ਕੀ ਸੀ ਉਦੋਂ ਮਾਈਂਡ ਦੀ ਸਟੇਟਸ, ਕੀ ਸੀ ਉਸ ਟਾਈਮ? ਜਿਹੜਾ ਆਪਣੇ ਕੋਲ ਕੈਸ਼ ਹੁੰਦਾ ਹਨਾ, ਆਪਾਂ ਸੋਚਦੇ ਹਾਂ ਕਿ ਯਾਰ ਇੱਥੇ ਬੰਨਿਆ ਹੋਇਆ ਸੀ, ਹਾਂ ਇੱਥੇ ਇੱਕ ਚੈੱਕ ਬਣਾ ਕੇ ਕਈ ਇੱਧਰ ਕਹਿੰਦੇ ਵੀ ਉਹ ਕੈਸ਼ ਹੀ। ਮੈਂ ਆਪਣਾ ਹਿਸਾਬ ਲਾਇਆ ਕਿ ਕਿੰਨਾ ਕੁ ਟਾਈਮ ਆਪਾਂ ਚੱਲ ਸਕਦੇ ਹਾਂ। ਸਭ ਤੋਂ ਪਹਿਲਾਂ ਆਪਾਂ ਇਹ ਕਰਦੇ ਜੀ। ਮਨ 'ਚ ਡਰ ਤੇ ਹੈ ਸੀਗਾ, ਕਿਉਂਕਿ ਮੇਰੇ ਜਦੋਂ ਮੈਂ ਇੱਥੇ ਆਉਣਾ ਸੀਗਾ 10 ਕੁ ਦਿਨ ਪਹਿਲਾਂ, ਮੇਰੇ ਬਹੁਤ ਅੱਛਾ ਫਰੈਂਡ ਸਰਕਲ ਆ। ਮੈਂ ਆਪਣੇ ਦੋਸਤ ਆ ਮੇਰਾ ਐਡਵੋਕੇਟ ਹੇਮਦੀਪ ਸ਼ਰਮਾ, ਮੈਂ ਉਹਦੇ ਨਾਲ ਬੈਠਾ, ਮੇਰੇ ਅੰਦਰ ਘਬਰਾਹਟ ਹੋ ਗਈ ਯਾਰ ਮੈਨੂੰ ਜਾਣਾ ਚਾਹੀਦਾ ਕਿ ਨਹੀਂ ਜਾਣਾ ਚਾਹੀਦਾ ਜਾਂ ਇਹੀ ਮੈਂ ਆਪਣੇ ਨੂੰ ਸਵਾਲ ਕਰਦਾ ਰਿਹਾ। ਫਿਰ 6-7 ਮਹੀਨੇ ਹੋ ਗਏ ਸੀ ਵੀਜ਼ਾ ਲੱਗੇ ਨੂੰ, ਸਕਿਲਡ ਮਾਈਗ੍ਰੈਂਟ ਵੀਜ਼ਾ ਸੀਗਾ। ਲਾਸਟ ਮੂਮੈਂਟ ਤੇ ਆਇਆ ਮੈਂ, ਲਾਸਟ ਮੰਥ ਤੇ, ਕਿ ਰੁਕ ਜਾਈਏ ਸਮਾਂ ਰੁਕ ਜੇ। ਤੇ ਮਨ 'ਚ ਡਰ ਸੀਗਾ, ਨਾ ਕੋਈ ਇੱਥੇ ਅੱਗੇ ਹੱਥ ਫੜਨ ਵਾਲਾ, ਕਰਨਾ ਕੀ ਹੈ ਨਾ ਪਤਾ ਸਾਨੂੰ ਕੀ ਹੈ। ਉਹ ਕਹਿਣ ਤੂੰ ਜਾਂਦੇ ਟੈਕਸੀ ਫੜ ਲਈ ਜੀ। ਇੱਥੇ ਆ ਕੇ ਪਤਾ ਲੱਗਾ ਟੈਕਸੀ ਫੜਨ ਲਈ ਵੀ ਅੱਗੇ ਪ੍ਰੋਸੀਜਰ ਹੈ, ਹਰ ਚੀਜ਼ ਤੇ ਪ੍ਰੋਸੀਜਰ ਹੈ। ਉਹ ਮਨ 'ਚ ਡਰ ਸੀਗਾ। ਪਰ ਮਿਹਨਤ, ਜਦੋਂ ਆਪਾਂ ਮਿਹਨਤ ਕਰਦੇ ਹਾਂ ਸੱਚੇ ਮਨ ਨਾਲ, ਓਨੈਸਟੀ ਨਾਲ ਚੱਲਦੇ ਹਾਂ, ਤੇ ਫਿਰ ਪਰਮਾਤਮਾ ਵੀ ਸਾਥ ਦਿੰਦਾ। ਤੇ ਬਸ ਉੱਥੋਂ ਜਰਨੀ ਚੱਲੀ ਆ। 에ਅਰਪੋਰਟ ਦੀ ਜਦੋਂ ਤੁਸੀਂ ਇੱਥੇ ਆ ਕੇ ਲੈਂਡ ਕੀਤੇ, 에ਅਰਪੋਰਟ ਦੀ ਕਿਹੜੀ ਜ਼ਿਆਦਾ ਚੀਜ਼, ਕਿਹੜੀ ਜ਼ਿਆਦਾ ਇੱਥੇ ਦੀ ਜਿਹੜੀ ਐਡੀਲੇਡ ਦੇ ਵਿੱਚ ਤੋਂ ਉਸ ਟਾਈਮ 2008 ਦੀ ਗੱਲ ਕਰ ਰਿਹਾ ਮੈਂ, ਅੱਜ ਵਾਲਾ ਤੇ ਉਦੋਂ ਦੇ 에ਅਰਪੋਰਟ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੈਗਾ। ਤੇ ਕੀ ਤੁਹਾਡੀ ਮੈਮਰੀ ਕੋਈ ਜ਼ਿਆਦਾ ਹੋਵੇ ਜਿਹੜੀ? ਮੈਮਰੀ ਇਹ ਸੀਗੀ, ਮੇਰੇ ਕੋਲ ਨਾ ਲਗੇਜ ਬਹੁਤ ਜ਼ਿਆਦਾ ਸੀਗਾ। ਆਪਾਂ ਲੈ ਕੇ ਆਉਂਦੇ ਹਾਂ ਕਿ ਸਾਰਾ ਕੁਝ ਲੈ ਜਾਓ, ਘਰ ਦਾ ਮਟੀਰੀਅਲ, ਹਾਂਜੀ ਹਨਾ, ਤੇ ਉਹੀ ਸਾਰਾ ਕੁਝ ਚੀਜ਼ਾਂ ਤੇ ਮਿਲਦੀਆਂ। ਭਾਂਡੇ ਲੈ ਜਾਓ, ਇਹ ਲੈ ਜਾਓ, ਉਹ ਲੈ ਜਾਓ, ਪੂਰਾ ਫੁੱਲ ਮੈਂ ਓਵਰਲੋਡਡ ਸੀਗਾ ਜੀ। ਜਦੋਂ ਮੈਂ ਐਡੀਲੇਡ 에ਅਰਪੋਰਟ ਦੇ ਅੰਦਰ ਚੈੱਕ ਆਊਟ ਕਰਨ ਲਈ, ਮੈਂ ਉੱਥੋਂ ਆਪਣੀ ਕਿਊ ਆਉਂਦੀ ਹੈ ਜਦੋਂ ਇਮੀਗ੍ਰੇਸ਼ਨ ਚੈੱਕ ਹੁੰਦਾ ਨਾ, ਉਹਨਾਂ ਕਿਹਾ ਕਿ ਤੁਹਾਡਾ ਜਿਹੜੇ ਬੈਗੇਜ ਹੈ ਉਹ ਓਵਰਲੋਡਡ ਹੈ। ਚਲੋ ਅੰਮ੍ਰਿਤਸਰ ਤੋਂ ਸਾਡਾ ਚੱਲ ਗਿਆ, ਮੇਰੇ ਬ੍ਰਦਰ ਉਸ ਟਾਈਮ ਮਿਨਿਸਟਰ ਸੀਗੇ ਜੀ, ਉਦੋਂ ਪਤਾ ਨਹੀਂ ਚੱਲਿਆ, ਨਾਲ ਸੀਗਾ, ਸਾਰਾ ਕੁਝ ਚੜ ਗਿਆ। ਜਦੋਂ ਇੱਥੇ ਆ ਕੇ ਆਇਆ ਮੈਂ, ਤੇ ਮੈਂ ਉਹਨਾਂ ਨੂੰ, ਮੇਰੇ ਮਨ 'ਚ ਇਹ ਸੀ, ਮੈਂ ਕਿਹਾ ਯਾਰ ਮੇਰਾ ਸਮਾਨ ਬੜਾ ਓਵਰ ਹੈ ਜੀ। ਪਰ ਮੈਂ ਉਹਦੇ ਮਨ 'ਚ ਡਰ, ਜਦੋਂ ਮੈਂ ਉਹ ਇਮੀਗ੍ਰੇਸ਼ਨ ਦੇ ਉਹਦੇ ਉੱਤੇ ਪਹੁੰਚਿਆ, ਤੇ ਮੈਂ ਉਹਨਾਂ ਨੇ ਮੈਨੂੰ ਪੁੱਛਿਆ ਕਿ ਯੂ ਆਰ ਓਵਰਲੋਡਡ। ਸੋ ਮੈਂ ਉਹਨਾਂ ਨੇ, ਪਰ ਮੈਨੂੰ ਦੇਖਿਆ ਕਿ ਮੈਂ ਉਹਨੂੰ ਕਿਹਾ ਮੇਰੀ ਵਾਈਫ ਪ੍ਰੈਗਨੈਂਟ ਹੈ, ਸੋ ਆਈ ਹੈਵ ਜੀ ਲੋਟਸ ਆਫ ਸਟਫ ਫॉर, ਸੋ ਵੀ ਜਸਟ ਮਾਈਗ੍ਰੇਟਿੰਗ ਹੇਅਰ ਜੀ। ਉਹਨਾਂ ਕਿਹਾ ਓਕੇ ਕੰਗ੍ਰੈਚੁਲੇਸ਼ਨਸ। ਫਿਰ ਮੈਨੂੰ ਪਤਾ ਲੱਗਾ ਡਿਫਰੈਂਸ ਇੱਥੇ ਤੋਂ ਉੱਥੇ ਦਾ, ਹਾਂ ਕਲਚਰ ਕੀ ਇੰਨੀ ਰਿਸਪੈਕਟ ਨਾਲ ਹੈ ਨਾ। ਅਸੀਂ ਉਹ ਕਹਿੰਦੇ ਵੀ ਹਾਂਜੀ ਭਾਰਤ ਲੈ ਕੇ ਕਿੱਥੇ ਚੱਲੇ, ਆਪਣੇ ਇੱਦਾਂ ਬੋਲਦੇ ਨਾ, ਪਰ ਉਹਨਾਂ ਨੇ ਕਿਹਾ ਕਿ ਨਹੀਂ। ਫਿਰ ਮੈਨੂੰ 에ਅਰਪੋਰਟ ਤੋਂ ਉਹਨਾਂ ਨੇ, ਕਿਉਂਕਿ ਸ਼ੈਲੀ ਮੇਰੀ ਵਾਈਫ ਪ੍ਰੈਗਨੈਂਟ ਸੀ, ਉਹਨਾਂ ਨੇ ਮੈਨੂੰ ਨਾ ਥੋੜਾ ਸ਼ਾਰਟਕਟ ਕਰਕੇ ਮੈਨੂੰ ਉੱਥੇ ਬਾਹਰ ਕਰਤਾ ਜੀ। ਬਾਹਰ ਆ ਕੇ ਮੈਂ ਦੇਖਿਆ ਲੋਕ ਸਾਰਿਆਂ ਨੂੰ ਆਪਣੇ ਨੂੰ ਲੈਣ ਵਾਸਤੇ ਆ ਰਹੇ ਸੀਗੇ, ਪਿਕ ਕਰਨ ਵਾਸਤੇ ਆ ਰਹੇ ਸੀ।
ਮੈਨੂੰ ਪਤਾ ਨਹੀਂ ਕੌਣ ਮੈਨੂੰ ਪਿਕ ਕਰਨ ਆ ਰਿਹਾ, ਕਿਉਂਕਿ ਉਦੋਂ WhatsApp ਨਹੀਂ ਸੀ ਹੁੰਦੇ ਜ਼ਿਆਦਾ ਜੀ। ਮੈਨੂੰ ਹੁਣ ਤੇ ਆਪਾਂ ਟਰੱਕ ਦੀ ਫੋਟੋ ਮਾਰਦੇ ਆ, ਕੋਇਨਸ ਵਾਲਾ ਫੋਨ ਸੀਗਾ ਮੇਰੇ ਖਿਆਲ ਹਾਂਜੀ ਹਾਂਜੀ ਹਾਂ, ਸਿੱਕਾ ਪਾ ਕੇ ਕਰਦੇ ਹੁੰਦੇ ਸੀ। ਸਿੱਕਾ ਪਾ ਕੇ ਕਰਦੇ। ਮੈਂ ਆਇਆ ਤੇ ਉਹ ਮੈਨੂੰ ਕਹਿੰਦੇ ਸ਼ਰਮਾ ਜੀ। ਹਾਂ ਭਾਈ ਮੈਨੂੰ ਤਸੱਲੀ ਹੋਈ। ਹੁਣ ਆਪਾਂ ਕਿਸੇ ਬੰਦੇ ਨੂੰ ਜਿਹਨੂੰ ਮਿਲੇ ਨਹੀਂ ਕਦੀ, ਕੁਛ ਨਹੀਂ ਕੀਤਾ, ਹੁਣ ਆਪਾਂ ਕਿੱਦਾਂ ਮਿਲ ਸਕਦੇ ਹਨਾ। ਤੇ ਬੜਾ ਮੈਂ ਉਹਨਾਂ ਨੂੰ ਸਤਿ ਸ੍ਰੀ ਅਕਾਲ ਕੀਤੀ ਕਿ ਹਾਂ ਵੀ ਹੁਣ ਇਹੀ ਸਾਡੇ ਉਹ ਆ ਜਿਨ੍ਹਾਂ ਕੋ ਆਇਆ, ਹੋਰ ਤਾਂ ਸਾਡਾ ਹੈ ਨਹੀਂ ਕੋਈ ਜੀ। ਤੇ ਉਹ ਜਿਹੜੀ ਉਸ ਟਾਈਮ ਜਿਹੜਾ ਇਮੋਸ਼ਨਸ ਆ ਨਾ, ਉਹਦੇ 'ਚ ਪੋਜ਼ਿਟਿਵ ਸੀ, ਨੈਗੇਟਿਵ ਵੀ ਸੀ, ਹਰ ਚੀਜ਼ ਸੀ ਉਹਦੇ 'ਚ। ਉਹ ਟਾਈਮ ਜਿਹੜਾ ਨਾ ਉਹ ਇਸ ਕਰਕੇ ਆਪਣੇ ਨਾਲ ਜੁੜਿਆ ਰਹਿੰਦਾ ਕਿ ਆਪਾਂ ਕਦੀ ਕਦੀ ਸੋਚਦੇ ਹਾਂ ਕਿ ਬੜੇ ਤੁਸੀਂ ਸੋਚਦੇ ਆ, ਸਾਰੇ ਸੋਚਦੇ ਜਿਹੜੇ ਇੱਥੇ ਆਏ ਕਿ ਯਾਰ ਆਪਾਂ ਇੰਡੀਆ ਹੁੰਦੇ ਤੇ ਸ਼ਾਇਦ ਆ ਹੁੰਦੇ। ਇਹਦੇ ਇੱਕ ਲਾਈਫ ਦਾ ਜੇ ਤੇ ਹਰ ਨਾ ਰਹਿ ਜਾਂਦੀ ਆ। ਤੇ ਉਹ ਚੀਜ਼ਾਂ ਸੀਗੀਆਂ ਮਨ 'ਚ। ਬਟ ਹੌਲੀ 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 ਐਡੀਲੇਡ ਦੇ ਲੋਕ ਇੰਨੇ ਨਾਈਸ ਆ, ਇੰਨੇ ਅੱਛੇ ਆ। ਹੌਲੀ 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 ਮੇਰਾ ਕਮਿਊਨਿਟੀ ਨਾਲ ਥੋੜਾ ਕਨੈਕਸ਼ਨ ਆਇਆ, ਇੱਕ ਨੇ ਦੂਜੇ ਨੇ ਹੈਲਪ ਕੀਤੀ, ਉਹਨੇ ਕੀਤੀ। ਫਿਰ ਅਸੀਂ ਉਹ ਜਿਹੜੇ ਉਸ ਟਾਈਮ ਦੇ ਲੋਕ ਆ ਜਿਹੜੇ ਉਸ ਟਾਈਮ 'ਚ ਮਿਲੇ ਸੀਗੇ, ਆਮ ਸੋ ਲੱਕੀ ਕਿ ਅੱਜ ਦੀ ਡੇਟ 'ਚ ਵੀ ਉਹ ਮੈਂ ਉਹਨਾਂ ਦੇ ਨਾਲ ਮੇਰੇ ਬਹੁਤ ਕਲੋਜ਼ ਫਰੈਂਡਸ ਆ। ਆਉਣਾ ਇੱਕ ਦੂਜੇ ਦੀ ਹੈਲਪ ਲਈ ਖੜੇ ਹੋ ਜਾਂਦੇ ਆ। ਉਹ ਮੈਂ ਮਤਲਬ ਖੁਸ਼ਕਿਸਮਤ ਹਾਂ ਕਿ ਇਹੋ ਜਿਹੇ ਮਤਲਬ ਸ਼ਹਿਰ ਦੇ ਵਿੱਚ ਆਇਆ ਵਾਂ। ਹੁਣ ਮੈਂ ਤੁਹਾਨੂੰ ਰੋਬੀ ਵੀਰ ਬਹੁਤ ਸਾਰੀ ਚੀਜ਼ਾਂ ਐਕਸਪਲੇਨ ਨਹੀਂ ਕਰ ਸਕਦਾ, ਮੇਰੇ ਕੋਲ ਵਰਡ ਹੀ ਨਹੀਂ, ਮੇਰੇ ਕੋਲ ਸ਼ਬਦ ਹੀ ਨਹੀਂ। ਆਈ ਕੈਨ ਫੀਲ ਇਟ। ਤੁਹਾਡੇ ਪੂਰੇ ਚਿਹਰੇ ਤੇ ਤੁਹਾਡੇ ਐਕਸਪ੍ਰੈਸ਼ਨਸ ਨੇ ਜਿਹੜੇ ਮੈਂ ਤਾਂ ਦੇਖੀ ਆ, ਦਰਸ਼ਕ ਵੀ ਇਸ ਚੀਜ਼ ਨੂੰ ਮਹਿਸੂਸ ਕਰਦੇ ਹੋਣਗੇ ਕਿ ਉਹ ਜਿਹੜਾ ਸਮਾਂ ਜਿਹੜਾ ਫਸਟ ਟਾਈਮ ਜਦੋਂ ਤੁਸੀਂ ਵੀ ਕਿਸੇ ਕੰਟਰੀ ਦੇ ਵਿੱਚ ਐਂਟਰ ਕਰਦੇ ਹੋ, ਬਹੁਤ ਸਾਰਾ ਉਹ ਇੱਕ ਸਫ਼ਰ ਨਹੀਂ ਹੁੰਦਾ 에ਅਰਪੋਰਟ ਤੋਂ ਉਸ ਘਰ ਤੱਕ ਦਾ, ਜਿੱਥੇ ਵੀ ਤੁਸੀਂ ਜਾ ਕੇ ਪਹਿਲਾ ਚੋਗਾ ਚੁਗਣਾ ਹੁੰਦਾ ਉਸ ਦੇਸ਼ ਦਾ, ਤਾਂ ਉੱਥੇ ਤੱਕ ਦਾ ਜਿਹੜਾ ਸਫ਼ਰ ਹੁੰਦਾ ਗਾ, ਜਿਹੜਾ ਉਸ ਸਫ਼ਰ ਦੇ ਵਿੱਚ ਤੁਹਾਡੇ ਮਨ ਦੇ ਵਿੱਚ ਜੋ ਖਿਆਲ ਚੱਲ ਰਹੇ ਹੁੰਦੇ ਨੇ, ਉੱਥੇ ਕੋਈ ਸੁਪਨਾ ਲੈਤਾ ਸੀਗਾ ਉਸ ਡਰਾਈਵ ਦੇ ਵਿੱਚ, ਉਸ ਰਸਤੇ ਦੇ ਵਿੱਚ ਸੁਪਨਾ ਲੈਤਾ ਸੀਗਾ ਕਿ ਮੈਂ ਇਸ ਸਿਟੀ ਦੇ ਵਿੱਚ ਆ ਕਰੂੰਗਾ? ਸੁਪਨਾ ਮੈਂ ਸਾਰੇ ਲੋਕ ਜੌਬ ਜਦੋਂ ਆਪਾਂ ਆਉਂਦੇ ਸਭ ਤੋਂ ਪਹਿਲਾਂ ਸਾਰੇ ਲੋਕ ਹੁੰਦੇ ਜਿਹੜੇ ਆਪਣੇ ਭੈਣ ਭਾਈ ਆਉਂਦੇ, ਉਹ ਕਹਿੰਦੇ ਕਿ ਸਾਨੂੰ ਜੌਬ ਮਿਲ ਜਾਏ। ਮੈਂ ਹਸਪੀਟਲ ਲੱਭਦਾ ਸੀਗਾ ਜੀ, ਕਿ ਇੱਥੇ ਇਹ ਨਹੀਂ ਪਤਾ ਕਿ ਬੇਬੀ ਦਾ ਡਿਲੀਵਰੀ ਦਾ ਪ੍ਰੋਸੀਜਰ ਕੀ ਹੈ, ਕਿੰਨੇ ਆਪਾਂ ਜਦੋਂ ਇੰਡੀਆ ਹੁੰਦੇ ਆ ਡਾਕਟਰ ਦੇ ਜਾਂਦੇ ਆ, ਕੋਈ ਵੀ ਹੁੰਦਾ ਕਿੰਨੀ ਪੇਮੈਂਟ ਹੈ ਜੀ, ਆ ਲਓ ਜੀ, ਆਪਾਂ ਪੇ ਕਰ ਦਿੰਦੇ ਆ, ਫਿਨਿਸ਼ ਕਰ ਲਓ ਜੀ। ਇੱਥੇ ਆ ਕੇ ਮੈਂ ਇਹ ਪੁੱਛਦਾ ਸੀਗਾ ਹਾਊ ਮਚ ਯੂ ਗੋਨਾ ਚਾਰਜ ਮੀ ਫॉर द ਡਿਲੀਵਰੀਜ਼ ਐਂਡ ਆਲ ਦੈਟ। ਉਹ ਕਹਿੰਦੇ ਸੀਗੇ ਕੋਈ ਕਹਿੰਦਾ ਸੀ $8,000, ਕੋਈ ਕਹਿੰਦਾ ਸੀ $10,000, ਕਹਿੰਦੇ ਸੀ ਵੀ ਡੋਂਟ ਹੈਵ ਐਨੀ ਆਨਸਰ। ਇਹ ਇੱਥੋਂ ਦੀ ਅੱਛੀ ਗੱਲ ਸੀਗੀ ਕਿਉਂਕਿ ਕਮਿਟ ਨਹੀਂ ਕਰਦੇ ਜਿੰਨੀ ਦੇਰ ਉਹਨਾਂ ਨੂੰ ਫਾਈਨਲਾਈਜ਼ ਕੋਈ ਚੀਜ਼ ਉਹ ਕਰਨਾ, ਸਟੱਡੀ ਨਾ ਕਰ ਲੈਣ ਜੀ। ਚਲੋ ਮੈਂ ਕੀਤਾ, ਮੈਂ ਹਸਪੀਟਲ ਲੱਭ ਲੱਭ ਕੇ ਪਹੁੰਚਿਆ, ਜੀਪੀ ਕੋਲੋਂ ਪਹੁੰਚਿਆ ਵੂਮਨ ਚਿਲਡਰਨ ਹਸਪੀਟਲ 'ਚ। ਵੂਮਨ ਚਿਲਡਰਨ ਹਸਪੀਟਲ 'ਚ ਆ ਕੇ ਮੈਨੂੰ ਜਿਹੜੇ ਉਹਨਾਂ ਦਾ ਫਾਈਨਾਂਸ ਡਿਪਾਰਟਮੈਂਟ ਸੀਗਾ, ਉਹਨਾਂ ਨੂੰ ਮੈਂ ਕਿਹਾ ਕਿ ਮੈਂ ਤੇ ਮਾਈਗ੍ਰੈਂਟ ਆਇਆ, ਹੁਣੇ ਹੀ ਇੱਥੇ ਮੂਵ ਹੋਇਆ ਤੇ ਮੈਨੂੰ ਕੋਈ ਜਿਹੜਾ ਇਹਦੇ ਐਕਸਪੈਂਸਿਸ ਆ ਟੋਟਲ ਮੈਨੂੰ ਦੱਸੋ ਕਿੰਨੇ ਉਹਨਾਂ ਕਿੱਦਾਂ ਪੇ ਕਰਨੇ, ਕਿਉਂਕਿ ਉਹੀ ਪੈਸੇ ਆਪਣੇ ਕੋਲ ਤੇ ਵੀ ਜੋ ਵੀ ਦਿੱਤੇ ਸਾਰੇ ਤੇ ਕਿੱਦਾਂ। ਪਰ ਇੱਕ ਸਿਸਟਮ ਮੈਂ ਤਾਂ ਸ਼ੇਅਰ ਕਰ ਰਿਹਾ ਕਿਉਂਕਿ ਕੋਈ ਸੁਣਦਾ ਵੀ ਹੋਗਾ ਨਾ, ਉਹਨਾਂ ਨੂੰ ਪਤਾ ਲੱਗੇ ਕਿ ਇੱਥੇ ਇੱਕ ਇਸ ਤਰ੍ਹਾਂ ਦੀਆਂ ਗੱਲਾਂ ਸੁਣ ਕੇ ਕਿਸੇ ਨਾ ਕਿਸੇ ਦੀ ਹੈਲਪ ਹੋ ਜਾਂਦੀ ਹੈ। ਫਾਈਨਾਂਸ ਡਿਪਾਰਟਮੈਂਟ 'ਚ ਗਿਆ, ਉਹਨਾਂ ਨੇ ਮੈਨੂੰ ਕਹਿਤਾ ਕਿ ਤੁਸੀਂ ਪਰ ਮੰਥ ਦੇ ਦਿਆ ਕਰੋ, ਵਟ ਐਵਰ ਦ ਕੋਸਟ ਵੁੱਡ ਬੀ, ਤੁਸੀਂ ਪਰ ਮੰਥ ਦੇ ਦਿਆ ਕਰੋ। ਮੈਂ ਕਿਹਾ ਪਰ ਮੰਥ? ਕਹਿੰਦੇ ਕਿ ਉਹ ਬੈਠੀ ਕਹਿੰਦੀ ਜੌਬ ਹੈਗੀ। ਮੈਂ ਕਿਹਾ ਨਹੀਂ ਅਜੇ। ਉਹਨੇ ਪੇਜ ਤੇ ਲਿਖਿਆ ਕਹਿੰਦੀ ਕੈਨ ਯੂ ਅਫੋਰਡ $50 ਅ ਮੰਥ। ਮੈਨੂੰ ਲੱਗਾ ਕਿ ਇਹ ਕਿਤੇ ਮੇਰੀ ਉਹ ਤਾਂ ਨਹੀਂ ਮਜ਼ਾਕ ਤਾਂ ਨਹੀਂ ਕਰ ਰਹੀ। ਮੈਂ ਕਿਹਾ ਨਹੀਂ ਮੈਂ $200 ਕਰੂੰਗਾ। ਉਹ ਮੈਨੂੰ ਕਹਿੰਦੀ ਫੇਰ ਸੋਚ ਲਾ। ਮੈਂ ਕਿਹਾ ਚਲੋ ਠੀਕ ਹੈ। ਮੈਂ ਕਿਹਾ ਹਨਾ, ਉਹਨਾਂ ਨੇ ਮੈਨੂੰ ਇੱਕ ਪੇਮੈਂਟ ਪਲਾਨ ਜਿਹਾ ਦੇ ਦਿੱਤਾ, ਪਰ ਉਹਨਾਂ ਨੇ ਮੈਨੂੰ ਜਿੰਨੀ ਦੇਰ ਤੱਕ ਮੇਰਾ ਬੇਟਾ ਸਨੇਹਲ ਜਿੰਨੀ ਦੇਰ ਉਹ ਹੋਇਆ ਡਿਲੀਵਰੀ ਕਰਕੇ ਸੀ, ਘਰ ਨਹੀਂ ਆ ਗਏ, 1.25 ਮਹੀਨੇ ਦਾ ਹੋ ਕੇ ਉਦੋਂ ਤੱਕ ਵੀ ਸਾਨੂੰ ਇਨਵੌਇਸ ਨਹੀਂ ਆਈ। ਫਿਰ ਥੋੜਾ ਪਤਾ ਲੱਗਾ ਕਿ ਹਾਂ ਇਸ ਕੰਟਰੀ ਦੇ ਵਿੱਚ ਕੁਛ ਹੈਗੀ ਚੀਜ਼, ਤਾਂ ਹੀ ਲੋਕ ਇੱਧਰ ਨੂੰ ਭੱਜਦੇ ਆ। ਪਰ ਆਪਾਂ ਕੰਪੇਅਰ ਨਹੀਂ ਕਰ ਸਕਦੇ। ਇਹ ਨਹੀਂ ਕਿ ਜਿਹੜੇ ਇੰਡੀਆ 'ਚ ਉਹ ਸਹੀ ਨਹੀਂ ਹੈ, ਪਰ ਇਹ ਤੇ ਆਪਾਂ ਆਪਣੀ ਜਿਹਨੂੰ ਪਰਮਾਤਮਾ ਜਿਸ ਤਰ੍ਹਾਂ ਦੀ ਲਾਈਫ ਦਿੱਤੀ ਉਹਨੇ ਉਸ ਹਿਸਾਬ ਨਾਲ ਹੀ ਉਹਦਾ ਦਾ ਚੱਲਣਾ, ਉਹਦੇ ਵਿੱਚ ਹੀ ਢਲਣਾ ਪੈਂਦਾ, ਜਿਹੋ ਜਿਹਾ ਸਿਸਟਮ ਉਹਦੇ ਵਿੱਚ ਹੀ ਢਲਣਾ ਪੈਂਦਾ। ਤੇ ਬਸ ਮੈਂ ਤੇ ਇਸੇ ਕੰਮ 'ਚ ਉਲਝ ਗਿਆ ਸੀਗਾ ਤੇ ਵੀ ਇੱਧਰਲੇ ਪਾਸੇ ਹਸਪੀਟਲ 'ਚ।
ਫਿਰ ਉੱਥੋਂ ਮੇਰੀ ਐਕਚੁਅਲੀ ਜਰਨੀ ਸ਼ੁਰੂ ਹੋਈ। ਜੀ, ਗੱਲ ਕਰਾਂਗੇ ਤੁਹਾਡੇ ਪਰਿਵਾਰ ਦੀ ਅਗਲੇ ਐਪੀਸੋਡ ਦੇ ਵਿੱਚ, ਅਗਲੇ ਹਿੱਸੇ ਦੇ ਵਿੱਚ, ਪ੍ਰੋਗਰਾਮ ਦੇ ਵਿੱਚ, ਤੇ ਉਸ ਤੋਂ ਬਾਅਦ ਗੱਲ ਕਰਾਂਗੇ ਤੁਹਾਡੇ ਉਹ ਸੁਪਨਿਆਂ ਦੀ ਜਿਹੜੇ ਸਿੱਧੇ ਜੁੜੇ ਹੋਏ ਨੇ ਇੱਥੋਂ ਦੀ ਕਮਿਊਨਿਟੀ ਦੇ ਨਾਲ। ਅੱਜ ਦੀ ਡੇਟ ਦੇ ਵਿੱਚ ਤੁਸੀਂ ਕੀ ਕਰ ਰਹੇ ਹੋਗੇ ਉਸ ਦੇ ਉੱਪਰ ਆਪਾਂ ਗੱਲਬਾਤ ਕਰਾਂਗੇ। ਆਪਾਂ ਲੈਂਦੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਫਿਰ ਮਿਲਦੇ ਹਾਂ ਦੋਸਤੋ। ਹੁਣੇ ਮਿਲਦੇ ਆ ਤੁਹਾਨੂੰ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਫਿਰ ਗੱਲਬਾਤ ਕਰਾਂਗੇ ਇਹਨਾਂ ਦੀ ਜ਼ਿੰਦਗੀ ਦੇ ਅਗਲੇ ਸਫ਼ਰ ਦੀ। ਇਸੇ ਤਰ੍ਹਾਂ ਹੀ ਰਾਬਤਾ ਦੇ ਸਮਾਜ ਤੇ ਉੱਪਰ ਰਾਬਤਾ ਬਣਾਈ ਚੱਲੋ। ਹਾਂਜੀ ਦੋਸਤੋ, ਬ੍ਰੇਕ ਤੋਂ ਬਾਅਦ ਫਿਰ ਇੱਕ ਵਾਰੀ ਤੁਹਾਡਾ ਸਵਾਗਤ ਹੈ ਜੀ ਆਇਆਂ ਨੂੰ, ਵੈਲਕਮ। ਰਾਬਤਾ ਦੇ ਮੰਚ ਦੇ ਉੱਪਰ ਤੁਹਾਡੇ ਨਾਲ ਗੱਲਬਾਤ ਦਾ ਸਿਲਸਿਲਾ ਜਿਹੜਾ ਇਸ ਮਾਧਿਅਮ ਦੇ ਜ਼ਰੀਏ ਜਾਰੀ ਹੈ, ਤੇ ਨਾਲ ਨੇ ਮੇਰੇ ਗਗਨ ਸ਼ਰਮਾ ਜੀ। ਗਗਨ ਸ਼ਰਮਾ ਜੋ ਕਿ ਆਸਟ੍ਰੇਲੀਆ ਦੇ ਸ਼ਹਿਰ ਐਡੀਲੇਡ ਦੇ ਵਿੱਚ 2008 ਤੋਂ ਵਸ ਰਹੇ ਹਨ। ਇਹਨਾਂ ਦੀ ਜ਼ਿੰਦਗੀ ਦੇ ਸਫ਼ਰ ਦੀ ਜਿਹੜੀ ਦੌੜ ਭੱਜ ਆ ਜਾਂ ਜ਼ਿੰਦਗੀ ਦੇ ਸਫ਼ਰ ਦੇ ਜਿਹੜੇ ਉਹ ਰਸਤੇ ਨੇ ਉਹਨਾਂ ਨੂੰ ਦੁਬਾਰਾ ਤੋਂ ਅਸੀਂ ਫਰੋਲਣ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਹਾਂ, ਔਰ ਨਾਲ ਦੀ ਨਾਲ ਟਰਾਈ ਕਰ ਰਹੇ ਹਾਂ ਕਿ ਜਾਣਨ ਦੀ ਕਿ ਅੱਜ ਉਹ ਕਿੱਥੇ ਖੜੇ ਨੇ। ਸੋ ਗਗਨ ਜੀ, ਬਹੁਤ ਸਾਰੀਆਂ ਆਪਾਂ ਗੱਲਾਂ ਕਰ ਰਹੇ ਹਾਂ ਕਿ ਪਰਿਵਾਰ ਦੇ ਨਾਲ ਜੁੜੀਆਂ ਹੋਈਆਂ। ਪਰਿਵਾਰ ਦਾ ਬਹੁਤ ਵਾਰੀ ਜ਼ਿਕਰ ਹੋਇਆ ਪਿਛਲੇ ਐਪੀਸੋਡ ਦੇ ਵਿੱਚ, ਪਿਛਲੇ ਸੈਕਸ਼ਨ ਦੇ ਵਿੱਚ, ਸੈਗਮੈਂਟ ਦੇ ਵਿੱਚ। ਪਰਿਵਾਰ, ਤੁਸੀਂ ਜਦੋਂ ਕਿਹਾ ਕਿ ਤੁਸੀਂ ਇਸ ਕਲੀਅਰ ਕੀਤਾ ਹੀ ਹੈ ਕਿ ਹਾਂ ਇੰਡੀਆ ਤੋਂ ਤੁਸੀਂ ਮੈਰਿਡ ਸੀ। ਸੋ ਮੈਰਿਡ ਲਾਈਫ, ਇੱਕ ਜਦੋਂ ਮੈਰਿਡ ਪਰਸਨ ਇੱਥੇ ਆਉਂਦਾ ਗਾ ਤਾਂ ਪਰਿਵਾਰ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਮੈਂ ਜਾਣਦਾ ਕਿ ਪਰਿਵਾਰ ਦੇ ਵਿੱਚ ਜਦੋਂ ਤੁਸੀਂ ਆਏ ਸੀ ਉਦੋਂ ਕਿੰਨੇ ਜੀ ਸੀ, ਤੇ ਜਦੋਂ ਹੁਣ ਤੁਸੀਂ ਅੱਜ ਦੀ ਡੇਟ ਦੇ ਵਿੱਚ ਕਿੰਨੇ ਜੀ ਹੋ? ਸੋ ਜਦੋਂ ਅਸੀਂ 2008 ਚ ਇੱਥੇ ਆਏ ਸੀ, ਉਦੋਂ ਅਸੀਂ, ਮੈਂ ਤੇ ਮੇਰੀ ਵਾਈਫ ਦੋਨੋਂ ਆਏ ਸੀ ਜੀ। ਤੇ ਹੁਣ ਮੇਰਾ ਇੱਕ ਬੇਟਾ ਹੈ ਜੀ, ਈਅਰ 6 ਚ ਪੜ੍ਹਦਾ ਹੈ ਜੀ, 11 ਸਾਲ ਦਾ ਹੋ ਗਿਆ। ਜੀ। ਔਰ ਮੇਰੀ ਬੇਟੀ ਹੈ ਜੀ। ਸਮਾਇਰਾ, ਜਿਹੜੀ 7 ਸਾਲ ਦੀ ਹੈ। ਬੜੇ ਪਿਆਰੇ ਬੱਚੇ ਨੇ। ਦੋਨੇ ਹੀ। ਔਰ ਮੇਰੇ ਵਾਈਫ ਔਰ ਮੇਰੇ ਮਦਰ ਹੈ ਜਿਹੜੇ, ਉਹ ਮੇਰੇ ਕੋਲ ਹੀ ਰਹਿੰਦੇ ਆ। ਅੱਛਾ। ਜਦੋਂ ਮੈਂ ਇੱਥੇ ਆਇਆ ਸੀਗਾ, ਇੱਕ ਇਹ ਵੀ ਬਹੁਤ ਵੱਡੀ ਸਟ੍ਰੈਸ ਹੁੰਦੀ ਹੈ ਕਿ ਕਿਉਂਕਿ ਮੇਰੇ ਫਾਦਰ ਨਹੀਂ ਹੈਗੇ। ਜਦੋਂ ਆਪਾਂ ਛੱਡ ਕੇ ਆਨੇ, ਸਾਡੇ ਮਨ 'ਚ ਸਾਰਿਆਂ ਦੇ ਹੁੰਦਾ ਕਿ ਯਾਰ ਪਿੱਛੇ ਮੇਰੇ ਜਿਹੜੇ ਪੇਰੈਂਟਸ ਆ ਉਹਨਾਂ ਦਾ ਕੌਣ ਖਿਆਲ ਰੱਖੂਗਾ, ਕੀ ਹੋਊਗਾ, ਕਿਉਂਕਿ ਅਸੀਂ ਜ਼ਿੰਮੇਵਾਰੀਆਂ ਉੱਥੇ ਬਹੁਤ ਚੱਕੀਆਂ ਹੁੰਦੀਆਂ। ਜਦੋਂ ਮੈਂ ਇੱਥੇ ਆਇਆ ਸੀ, ਜੌਬ ਵੀ ਮੇਰੀ ਨਹੀਂ ਸੀ ਸ਼ੁਰੂ ਹੋਈ ਤੇ ਮੈਂ ਆਪਣੀ ਮੰਮੀ ਦਾ ਟੂਰਿਸਟ ਵੀਜ਼ਾ ਪਾ ਦਿੱਤਾ ਸੀਗਾ ਉਦੋਂ। ਤੇ ਉਹ ਵੀ ਬਹੁਤ ਸਪੋਰਟ ਰਹੀ ਸਾਨੂੰ, ਕਿਉਂਕਿ ਡੈਫੀਨਿਟਲੀ ਜਦੋਂ ਆਪਾਂ ਪ੍ਰੈਗਨੈਂਸੀ ਦੇ ਵਿੱਚ ਆਨੇ, ਮੰਮੀ ਨੇ ਪੂਰੀ ਹੈਲਪ ਕੀਤੀ। ਦੂਜਾ, ਅਸੀਂ ਵੀ ਮੈਂਟਲੀ ਜਿਹੜੇ ਸੀਗੇ, ਮੇਰੇ ਵੀ ਉੱਤੇ ਬਰਡਨ ਜਿਹੜੀ ਸੀ ਉਹ ਘਟ ਗਈ ਸੀ ਕਿ ਚਲ ਐਟਲੀਸਟ ਮੇਰੇ ਮਦਰ ਨਾਲ ਆ ਗਏ ਜੀ। ਪ੍ਰੋਸੀਜਰ ਬਹੁਤ ਈਜ਼ੀ ਹੈ। ਤੁਸੀਂ ਅਪਲਾਈ ਕਰਦੇ ਹੋ, ਪੇਰੈਂਟਸ ਨੂੰ ਬਹੁਤ ਸਾਰੇ ਸਾਡੇ ਭਾਈ ਭੈਣ ਆ ਜਿਹੜੇ ਸੋਚਦੇ ਆ ਕਿ ਅਸੀਂ ਆਪਣੀ ਮੰਮੀ ਨੂੰ ਅਫੋਰਡ ਕਰ ਸਕਦੇ, ਇੱਥੇ ਪੇਰੈਂਟਸ ਨੂੰ ਅਫੋਰਡ ਕਰ ਸਕਦੇ ਹਾਂ, ਬੁਲਾ ਸਕਦੇ ਹਾਂ। ਇਟਸ ਬਹੁਤ ਈਜ਼ੀ ਪ੍ਰੋਸੀਜਰ ਹੈ। ਕੋਈ ਇਹਦੇ 'ਚ ਗਵਰਨਮੈਂਟ ਵੀ ਇੱਦਾਂ ਦਾ ਕੁਛ ਨਹੀਂ ਢਿੱਕਾ ਪਾਉਂਦੀ ਕਿ ਤੁਸੀਂ ਨਹੀਂ ਲਿਆ ਸਕਦੇ ਜਾਂ ਕੁਛ ਵੀ। ਇਟਸ ਵੈਰੀ ਈਜ਼ੀ। ਹੁਣ ਤੇ ਆਪਸ਼ਨ ਵੀ ਬਹੁਤ ਸਾਰੀਆਂ ਹੋ ਗਈਆਂ ਵੀ 3 ਸਾਲ ਦਾ ਵੀਜ਼ਾ ਲੈ ਲਓ, 5 ਸਾਲ ਦਾ ਵੀਜ਼ਾ ਲੈ ਲਓ। ਤੇ ਹੁਣ ਮੇਰੇ 2 ਬੱਚੇ ਹੈ ਜੀ, ਤੇ ਮੇਰੇ ਮਦਰ ਤੇ ਮੈਂ। ਅੱਛਾ, ਜਿਹੜੀ ਇੰਡੀਆ ਦੇ ਵਿੱਚ ਪਰਿਵਾਰਕ ਲਾਈਫ ਹੁੰਦੀ ਆ, ਉਹਦਾ ਡਿਫਰੈਂਟ ਤਰ੍ਹਾਂ ਦਾ ਤਜਰਬਾ ਹੁੰਦਾ, ਐਕਸਪੀਰੀਅੰਸ ਹੁੰਦਾ। ਤੁਹਾਡੇ ਕੋਲ ਟਾਈਮ ਜ਼ਿਆਦਾ ਵੀ ਹੁੰਦਾ, ਜਾਂ ਆਲੇ ਦੁਆਲੇ ਹੁੰਦਾ ਕਿ ਵੀ ਹਾਂ 4 ਬੰਦੇ ਨੇ, ਚਲੋ ਵੀ ਉਹ ਕਿਸੇ ਨੂੰ ਆਪਾਂ ਕਹਿਤਾ ਵੀ ਤੂੰ ਭਾਈ ਕਾਰ ਧੋ ਦੇ, ਤੂੰ ਆਹ ਕਰ ਦੇ, ਤਾਂ ਇੱਕ ਹੋਰ ਡਿਫਰੈਂਟ ਤਰ੍ਹਾਂ ਦੀ ਫੀਲਿੰਗ ਹੁੰਦੀ ਆ ਪਰਿਵਾਰ ਦੇ ਵਿੱਚ। ਤੇ ਮੈਰਿਜ ਵੀ ਉਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੁੰਦੇ ਆ। ਜਦੋਂ ਤੁਸੀਂ ਇੱਥੇ ਆਉਣੇ, ਇੱਥੇ ਆ ਕੇ ਬਹੁਤ ਜ਼ਿਆਦਾ ਤੁਸੀਂ ਵਰਕ ਦੇ ਵਿੱਚ ਸੈਲਫ ਮਤਲਬ ਕਾਈਂਡ ਆਫ ਤੁਸੀਂ ਹਰ ਚੀਜ਼ ਦੇ ਵਿੱਚ ਖੁਦ ਇਨਵੋਲਵ ਹੁੰਦੇ ਹੋ। ਉਸ ਜਿਹੜਾ ਡਿਫਰੈਂਸ 2 ਤਰ੍ਹਾਂ ਦੀ ਜ਼ਿੰਦਗੀ ਦਾ ਮੈਰਿਡ ਲਾਈਫ ਦੇ ਵਿੱਚ, ਉੱਥੇ ਤੇ ਇੱਥੇ ਦਾ, ਉਹ ਕਿੱਥੇ ਮਹਿਸੂਸ ਹੋਇਆ ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿੱਚ? ਸੋਚਿਆ ਯਾਰ ਸ਼ੈਲੀ, ਤੁਹਾਡੇ ਵਾਈਫ ਦਾ ਨਾਂ, ਕਿ ਸ਼ੈਲੀ ਯਾਰ ਉੱਥੇ ਠੀਕ ਸੀਗਾ ਵੀ ਨਹੀਂ, ਫਿਰ ਉਹਨਾਂ ਨੇ ਕਿਹਾ ਨਹੀਂ ਇਟਸ ਓਕੇ ਆ, ਇਹ ਵੀ ਠੀਕ ਆ। ਕੁਛ ਏਦਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਪਰਿਵਾਰ ਦੇ ਵਿੱਚ ਹੁੰਦੀਆਂ। ਐਕਚੁਅਲੀ ਜਦੋਂ ਇੰਡੀਆ ਦੀ ਲਾਈਫ ਤੇ ਆਪਾਂ ਆਸਟ੍ਰੇਲੀਆ ਦੀ ਲਾਈਫ ਦੇ ਵਿੱਚ
ਫਰਕ ਦੇਖਦੇ ਹਾਂ, ਕਿਉਂਕਿ ਅਸੀਂ ਜਦੋਂ ਮੈਂ ਇੰਡੀਆ, ਮੈਂ ਤੇ ਆਪਣੀ ਦੱਸ ਸਕਦਾ ਨਾ, ਜਦੋਂ ਮੈਂ ਜੀ, ਇੰਡੀਆ ਜੀ। ਸੀਗਾ ਉਦੋਂ ਮੈਨੂੰ ਕੋਈ ਕਿਸੇ ਤਰ੍ਹਾਂ ਦੀ ਮੇਰੇ ਉੱਤੇ ਬਹੁਤ ਸਾਰੀਆਂ ਰਿਸਪੌਂਸਿਬਿਲਟੀਆਂ ਨਹੀਂ ਸੀਗੀਆਂ ਕਿ ਖਾਲੀ ਖਾਲੀ ਖੁੱਲੇ ਹਵਾ 'ਚ ਚੁੱਟਦੇ ਸੀ। ਹਾਂ ਜੀ, ਹਵਾ 'ਚ ਕੋਈ ਗੱਲ ਨਹੀਂ ਜੀ। ਇੱਧਰ ਐਗਜ਼ਾਮਪਲ ਦਿੰਦਾ, ਇੱਕ ਵਾਰੀ ਮੈਂ ਆਪਣੇ ਘਰ ਤੋਂ ਰੋਡ ਕ੍ਰੋਸ ਕਰਨੀ ਸੀਗੀ ਜਿਹੜੀ 300 ਮੀਟਰ 400 ਮੀਟਰ ਦਾ ਹੈ ਨਾ, ਆਫ ਕੋਰਸ। ਤੇ ਮੈਂ ਆਪਣੇ ਘਰ ਤੋਂ ਨਿਕਲਿਆ, ਮੈਨੂੰ ਉਹ ਕਰਨ ਲਈ 2.5 ਘੰਟੇ ਲੱਗ ਗਏ, ਜਿਹੜਾ ਕਿ 5 ਮਿੰਟ ਵੀ ਲੱਗਦੇ। ਚਾਹ ਇੱਧਰ ਚਾਹ ਉੱਧਰ ਚਾਹ, ਜੀ ਕਿਤੇ ਵੀ ਕਿਸੇ ਨਾਲ ਵੀ ਖਾਣਾ ਸ਼ੇਅਰ ਕਰ ਲੈਂਦੇ ਆ, ਜੀ। ਕਿੰਨੇ ਖਾਣੇ ਦੀ ਆਪਸ਼ਨ ਆ, ਕਿਸੇ ਨਾਲ ਗੱਲਾਂ ਮਾਰਨ ਲੱਗ ਪਾ, ਦੁਕਾਨਦਾਰ ਦੁਕਾਨ ਛੱਡ ਕੇ ਆਏ ਨੇ, ਤੁਹਾਡੇ ਨਾਲ ਗੱਲਾਂ ਕਰਨ ਲੱਗ ਪੈਂਦੇ ਆ। ਉਹ ਕਮੀਆਂ ਖਲਦੀਆਂ ਇੱਥੇ। ਉਹ ਜਿਹੜਾ ਨੈਟਵਰਕ ਹੈ, ਜਿਹੜਾ ਸੋਸ਼ਲ ਨੈਟਵਰਕ ਹੈ ਜਿਹੜਾ, ਉਹ ਉੱਥੇ ਚਾਹੇ ਦੁਨੀਆ ਭੁੱਖੀ ਵੀ ਮਰ ਰਹੀ ਹੋਵੇ, ਪਰ ਇਹ ਜਿਹੜਾ ਇਹ એનર્ਜੀ ਹੈ ਜਿਹੜੀ ਮੇਰੇ ਖਿਆਲ ਦੇ ਵਿੱਚ ਉਹ ਦੁਨੀਆ ਦੇ ਕਿਸੇ ਕੋਨੇ ਦੇ ਵਿੱਚ ਨਹੀਂ ਤੁਸੀਂ ਲੱਭ ਸਕਦੇ, ਜੋ ਸਾਡੇ ਬਿਲਕੁਲ ਮੁਲਕ ਦੇ ਵਿੱਚ। ਉਹ ਜੋ ਸਾਡੇ ਮੁਲਕ 'ਚ ਉਹ ਨਹੀਂ, ਉਹ ਤੇ ਇੱਕ ਰਿਲੈਕਸੇਸ਼ਨ, ਚਾਹੇ ਪੁੱਤ ਵਿਆਹ ਜਾਵੇ, ਚਾਹੇ ਉਹਦੇ ਬੱਚੇ ਹੋਣ, ਪੁੱਤ ਫਿਰ ਵੀ ਉਹ ਆ ਜੁੜਦਾ ਕਿ ਚੱਲ ਮਾਂ ਬਾਪ ਹੈਗੇ। ਉਹ ਜਿਹੜੀ ਉੱਥੋਂ ਦੀ ਜਿਹੜੀ ਆ ਉਹ ਵੱਖਰੀ। ਇੱਥੇ ਆ ਕੇ ਅਸੀਂ ਰਿਸਪੌਂਸਿਬਲ ਬਣ ਗਏ ਹਾਂ, ਪਰ ਇਹ ਵੀ ਇੱਥੇ ਆ ਕੇ ਅਸੀਂ ਬਹੁਤ ਅੱਛਾ ਡਿਸਪਲਿਨ ਵੀ ਸਿੱਖਿਆ ਲਾਈਫ 'ਚ। ਜੀ। ਸਭ ਤੋਂ ਵੱਡੀ ਹੈਗੀ ਟਾਈਮ ਮੈਨੇਜਮੈਂਟ, ਜਿਹੜੀ ਮੈਂ ਦੱਸਿਆ ਕਿ 5-10 ਮਿੰਟ ਦਾ ਰਸਤਾ ਆਪਾਂ 2.5 ਘੰਟੇ 'ਚ ਕਦੀ ਉੱਥੇ ਚਾਹ ਪੀ, ਕਦੀ ਉੱਥੇ। ਇੱਥੇ ਜੇ 5 ਮਿੰਟ ਦਾ ਰਸਤਾ ਤੇ ਅਸੀਂ 4.5 ਮਿੰਟ 'ਚ ਕਵਰ ਕਰ ਲੈਂਦੇ ਹਾਂ। ਇੱਕ ਡਿਸਪਲਿਨ ਬਣ ਗਿਆ। ਸਾਡੀ ਨੈਕਸਟ ਜਨਰੇਸ਼ਨ ਜਿਹੜੀ ਉਹਨੂੰ ਵੀ ਉਹ ਸਿੱਖਣ ਦੇ ਉਹਨਾਂ ਨੂੰ ਮਿਲਦਾ। ਬੜੇ ਸੱਚ ਬੋਲਦੇ ਆ, ਜੋ ਏਦਾਂ ਕੱਪ ਪਿਆ ਤੋੜ ਦਿੰਦੇ ਆ, ਕਹਿੰਦੇ ਕਿ ਉਹ ਡੈਡ ਅਸੀਂ ਸਾਡੇ ਕੋਲ ਟੁੱਟ ਗਿਆ। ਅਸੀਂ ਕਹਿੰਦੇ ਸੀ ਇਹ ਕਿੰਨੇ ਤੋੜਿਆ, ਅਸੀਂ ਖੁਦ ਹੀ ਤੋੜ ਕੇ ਕਹਿੰਦੇ ਸੀ ਆਪਣੇ ਟੁੱਟ ਗਿਆ। ਇਹ ਥੋੜਾ ਇਮਾਨਦਾਰੀ ਜਿਹੜੀ ਹੈ ਨਾ, ਓਨੈਸਟਲੀ, ਉਹ ਮੈਂ ਫੀਲ ਕੀਤੀ ਹੈ ਕਿ ਜਿਹੜੀ ਸਾਡੀ ਜਨਰੇਸ਼ਨ ਹੈ, ਨੈਕਸਟ ਜਨਰੇਸ਼ਨ, ਉਹਨਾਂ 'ਚ ਚੰਗੀ ਤਰ੍ਹਾਂ ਕੁੱਟ ਕੇ ਭਰੀ ਹੋਈ। ਅੱਛਾ, ਪਰਿਵਾਰ ਦੇ ਨਾਲ ਗੱਲਾਂ, ਪਰਿਵਾਰ ਦੇ ਮਸਲੇ ਦੇ ਵਿੱਚ ਗੱਲਾਂ ਚੱਲ ਰਹੀਆਂ। ਪਰਿਵਾਰ ਦੇ ਵਿੱਚ ਜਦੋਂ ਤੁਸੀਂ ਇੱਥੇ ਆਉਣੇ, ਇੱਥੇ ਬਹੁਤ ਸਾਰਾ ਜਿਹੜੀਆਂ ਹਾਰਡਸ਼ਿਪ ਸਾਨੂੰ ਆਉਂਦੀਆਂ, ਉਹ ਤੁਹਾਨੂੰ ਕਈ ਵਾਰੀ ਤੁਹਾਡੀ ਰਿਲੇਸ਼ਨਸ਼ਿਪ ਨੂੰ ਇੰਪੈਕਟ ਕਰਦੀ ਆ, ਫੀਲ ਕਰਾਉਂਦੀ ਆ। ਔਰ ਉੱਥੇ ਕਈ ਵਾਰੀ এনवायरमेंट ਆ ਜਿਹੜਾ ਉਹ ਵਾਰਮ ਅਪ ਜਾਂ ਗਰਮ ਕੁਝ ਵੀ ਕਹਿ ਲਈਏ ਆਪਾਂ, ਹੋ ਜਾਂਦਾ ਪਰਿਵਾਰ ਦੇ ਵਿੱਚ। ਤੁਸੀਂ ਵੀ ਕੁਝ ਏਦਾਂ ਦਾ ਫੇਸ ਕੀਤਾ? ਜੇ ਫੇਸ ਕੀਤਾ ਤਾਂ ਕਿੱਦਾਂ ਮੈਨੇਜ ਕੀਤਾ? ਓਬਵੀਅਸਲੀ ਫੇਸ, ਜਦੋਂ ਅਸੀਂ ਕਮਿਊਨਿਟੀ 'ਚ ਕੰਮ ਕਰਦੇ ਹਾਂ ਜੀ, ਵਾਈਫ ਨੇ ਤਾਂ ਕਹਿਣਾ ਹੁੰਦਾ ਕਿ ਤੁਸੀਂ ਜਿਹੜਾ ਟਾਈਮ ਬਾਹਰ ਦਿੰਦੇ ਹੋ ਸਾਡੇ ਨਾਲ ਵੀ ਸ਼ੇਅਰ ਕਰਿਆ ਕਰੋ ਜੀ। ਫਿਰ ਉਹ ਤੇ ਅਸੀਂ ਆਪਣੇ ਆਪ ਹੀ, ਸਾਨੂੰ ਜਦੋਂ ਆਪਣੇ ਉਸ ਰਜੇਵਿਆਂ 'ਚੋਂ ਜਾਂ ਅਸੀਂ ਕਿਸੇ ਤਰ੍ਹਾਂ ਕੱਟ ਕਰਕੇ ਆਪਣੀ ਫੈਮਿਲੀ ਨੂੰ ਜ਼ਰੂਰ ਟਾਈਮ ਦਿਓ। ਪਰਿਵਾਰ ਦੇ ਨਾਲ ਜੁੜਨਾ, ਟਾਈਮ ਸਪੈਂਡ ਕਰਨਾ, ਉਹ ਵੀ ਇੱਕ ਜ਼ਿੰਦਗੀ ਦਾ ਅਹਿਮ ਹਿੱਸਾ ਜੀ। ਜੇ ਤੁਸੀਂ ਆਪਣੇ ਬੱਚਿਆਂ ਨੂੰ ਗਰੋ ਹੁੰਦੇ ਨਹੀਂ ਦੇਖਦੇ, ਦੀਆਂ ਹਰ ਮੂਮੈਂਟ ਕੈਪਚਰ ਨਹੀਂ ਕਰਦੇ, ਤੇ ਤੁਸੀਂ ਉਧਰੋਂ ਲੈ ਕਰ ਜਾਂਦੇ। ਇਸ ਕਰਕੇ ਕੰਮ ਕਰੋ। ਇਸ ਕੰਟਰੀ ਦੇ ਵਿੱਚ ਬਹੁਤ ਜ਼ਿਆਦਾ ਕੰਮ ਦੇ ਪਿੱਛੇ, ਪੈਸੇ ਦੇ ਪਿੱਛੇ ਭੱਜਣ ਦੀ ਲੋੜ ਨਹੀਂ ਹੈ, ਬਿਕੋਜ਼ ਸਿਸਟਮ ਇਜ਼ ਵੈਰੀ ਵੈਲ ਐਗਜ਼ੀਕਿਊਟਡ। ਮੈਡੀਕੇਅਰਸ ਆ ਇੰਡੀਆ ਦੇ ਵਿੱਚ, ਇੱਕ ਬੰਦੇ ਨੂੰ ਬਿਮਾਰ ਹੋ ਜਾਂਦਾ, ਰੱਬ ਨਾ ਕਰੇ ਥੋੜੀ ਜਿਹੀ ਪ੍ਰੋਬਲਮ ਹੋ ਜਾਂਦੀ ਆ, ਉਹਦੇ ਘਰਾਂ ਦੇ ਘਰ ਵਿਕ ਜਾਂਦੇ ਆ, ਪੈਸਾ ਇੱਧਰੋਂ ਲਵੋ ਉੱਧਰੋਂ ਲਵੋ। ਇੱਥੇ ਉਹ ਚੀਜ਼ ਦੀ ਸਭ ਤੋਂ ਵੱਡੀ ਰਿਲੈਕਸੇਸ਼ਨ ਹੈ। ਮੈਡੀਕੇਅਰ ਜਦੋਂ ਤੁਹਾਨੂੰ ਗਵਰਨਮੈਂਟ ਪ੍ਰੋਵਾਈਡ ਕਰਦੀ ਆ, ਮੈਂ ਕਹਿੰਦਾ ਕਿ ਇਸ ਤੋਂ ਵੱਡਾ ਹੋਰ ਕੋਈ ਬੈਨੀਫਿਟ ਨਹੀਂ ਹੋ ਸਕਦਾ ਜੀ। ਬਾਕੀ ਸੈਂਟਰ ਲਿੰਕਸ, ਇਹ ਉਹ ਹੋਰ ਚੀਜ਼ਾਂ ਹੁੰਦੀਆਂ, ਬਟ ਮੈਡੀਕੇਅਰ ਮੈਂ ਕਹਿੰਦਾ ਕਿ ਇੱਕ ਅੱਛਾ, ਮੇਰੇ ਹਿਸਾਬ ਨਾਲ ਸਭ ਤੋਂ ਵਧੀਆ ਇੱਥੋਂ ਦੀ ਕੰਟਰੀ ਦੇ ਲਈ, ਜਿਹੜੇ ਸਾਡੇ ਸਭ ਤੋਂ ਫਾਇਦੇਮੰਦ ਆ। ਹਾਂਜੀ, ਔਰ ਦੁਨੀਆ ਦੇ ਬਹੁਤ ਸਾਰੇ ਵੱਡੇ ਕਹਿੰਦੇ ਕਹਾਉਂਦੇ ਮੁੱਛਾਂ ਜਿਨ੍ਹਾਂ ਨੇ ਆਪਣੀਆਂ ਪੂਰਾ ਕੁੰਡੀਆਂ ਬਣਾਈਆਂ ਹੋਈਆਂ ਦੁਨੀਆ ਦੇ ਵਿੱਚ, ਆਪਣੀ ਧਾਕ ਜਮਾਉਣ ਦੇ ਚੱਕਰ 'ਚ ਨਹੀਂ, ਉੱਥੇ ਵੀ ਤੁਹਾਨੂੰ ਪੇ ਕਰਨੇ ਪੈਂਦੇ ਆ। ਜੋ ਆਸਟ੍ਰੇਲੀਆ ਦੇ ਵਿੱਚ ਜੋ ਸਹੂਲਤ ਹੈ ਇੱਦਾਂ ਦੀ, ਉਹ ਮੇਰੇ ਖਿਆਲ ਨਾਲ ਦੁਨੀਆ ਦੇ ਹੋਰ ਕਿਸੇ ਮੁਲਕ ਦੇ ਵਿੱਚ ਇੰਨੀ ਵਧੀਆ ਤਰੀਕੇ ਨਾਲ ਇੰਪਲੀਮੈਂਟ ਨਹੀਂ ਕੀਤੀ ਹੋਈ। ਇਸ ਕਰਕੇ ਸਾਨੂੰ ਮਾਣ ਵੀ ਹੋਣਾ ਚਾਹੀਦਾ। ਹਾਂ, ਇਸ ਗੱਲ ਦਾ ਮਾਣ। ਔਰ ਇਸੇ ਕਰਕੇ ਬਹੁਤ ਜ਼ਿਆਦਾ ਕੰਮ ਤੇ ਪੈਸੇ ਤੇ એનર્ਜੀ ਔਰ ਟਾਈਮ ਵੇਸਟ ਨਹੀਂ ਕਰਨਾ ਚਾਹੀਦਾ। ਲਿਮਿਟਡ ਕੰਮ ਕਰੋ, ਟਾਈਮ ਸਪੈਂਡ ਕਰੋ, ਕਮਿਊਨਿਟੀ ਦੇ ਕੰਮ ਵੀ ਆਓ, ਔਰ ਇੱਕ ਦੂਜੇ ਦੀ ਹੈਲਪ ਕਰੋ। ਟਰਾਈ ਕਰੋ ਕਿ ਹਾਂ, ਜੇ ਕਿਸੇ ਨੂੰ ਲੋੜਵੰਦ ਹੈ, ਕਿਸੇ ਦੀ ਲੋੜ, ਉਹਨੂੰ ਪ੍ਰੋਪਰ ਗਾਈਡ ਕਰੋ। ਇਹ ਨਹੀਂ ਜਿੱਦਾਂ ਆਪਾਂ ਕਹਿੰਦੇ ਇੰਡੀਆ ਕਿ ਭਾਈ ਉਹਦੇ ਘਰ ਜਾਣਾ ਜੀ, ਉਹ ਬੰਦਾ ਕਹਿੰਦਾ ਨਾਲ ਚੱਲ ਪੈਂਦਾ ਜੀ। ਇੱਥੇ ਤੁਸੀਂ ਉਹਨੂੰ ਸਿਸਟਮ ਨੂੰ ਉਹਨੂੰ ਸਮਝਾ ਵੀ ਦੋਗੇ ਨਾ ਖੜ ਕੇ ਕਿ ਬਾਈ ਇੱਥੋਂ ਲੈਫਟ ਲੈ ਕੇ ਰਾਈਟ, ਆਹ ਤੇਰਾ ਮੈਪ ਹੈ, ਉਹ ਬੰਦਾ ਪਹੁੰਚ ਜਾਊਗਾ। ਇਸ ਕਰਕੇ ਇੱਥੇ ਜ਼ਿਆਦਾ ਹੈਲਪ ਦੀ ਲੋੜ ਨਹੀਂ ਹੈ, ਬਟ ਸਟਿਲ ਸਮਵੇਅਰ ਆਪਾਂ ਕਿਤੇ ਨਾ ਕਿਤੇ ਕਿਸੇ ਨੂੰ ਗਾਈਡ ਕਰ ਸਕਦੇ ਹਾਂ, ਤੇ ਉਹ ਕਰਿਆ ਕਰੋ। ਕਮਾਈ, ਮੈਂ ਨਹੀਂ ਕਹਿੰਦਾ ਕਮਾਈ ਨਹੀਂ ਕਰਨੀ ਚਾਹੀਦੀ, ਔਰ ਸਾਡੇ ਤੇ ਪੰਜਾਬੀਆਂ ਨੇ ਪੂਰਾ ਇਸ ਟਾਈਮ, ਇੰਡੀਅਨਸ ਨੇ
ਪੂਰਾ ਆਪਣਾ ਕਾਰੋਬਾਰ ਦੇ ਵਿੱਚ ਨਾਂ ਰੋਸ਼ਨ ਕੀਤਾ ਸਾਰਿਆਂ ਨੇ। ਕਿੰਨੇ ਐਗਜ਼ਾਮਪਲਸ ਹੈ ਜੀ। ਕਿ ਇੱਕ ਸਾਡੇ ਸਾਹਮਣੇ ਇਹ ਵੀ ਐਗਜ਼ਾਮਪਲ ਹੈ, ਰੋਬੀ ਜੀ ਆਪਣੇ ਚੈਨਲ ਤੇ ਕਿੰਨਾ ਵਰਕ 2012 ਤੋਂ ਜਿਹੜੀ ਚੀਜ਼ ਰਾਬਤਾ ਸੁਣਦੇ ਆ ਰਹੇ ਹਾਂ। ਰਾਬਤਾ ਮੂਵੀ ਵੀ ਆਈ ਸੀਗੀ ਬਾਲੀਵੁੱਡ, ਉਸ ਤੋਂ ਬਾਅਦ ਦੀ ਗੱਲ ਹੈ। ਹਾਂ ਉਹ ਜਦੋਂ ਪਤਾ ਨਹੀਂ ਤੁਹਾਨੂੰ ਤੁਸੀਂ ਨੋਟਿਸ ਕੀਤਾ ਕਿ ਨਹੀਂ, ਸੁਸ਼ਾਂਤ ਰਾਜਪੂਤ ਦੀ ਮੂਵੀ ਸੀ। ਉਦੋਂ ਮੈਂ ਜਦੋਂ ਮੂਵੀ ਆਪਾਂ ਦੇਖੀ ਸੀ ਉਸ ਟਾਈਮ 'ਚ, ਉਦੋਂ ਵੀ ਮੈਨੂੰ ਇਹ ਲੱਗਾ ਸੀਗਾ ਕਿ ਹਾਂ ਇਹਨਾਂ ਨੇ ਆਪਣਾ ਜਿਹੜਾ ਚੈਨਲ ਦਾ ਨਾਂ ਨਾ ਪ੍ਰੋਪਰ ਕਿਤੇ ਸੋਚ ਕੇ ਰੱਖਿਆ ਕਿ ਰਾਬਤਾ ਮੇਨਟੇਨ। ਇਹ ਤੁਹਾਨੂੰ ਮੈਂ ਕੰਪਲੀਮੈਂਟ ਦੇਣਾ ਕਿ ਨਾਂ ਬਹੁਤ ਵਧੀਆ ਜੀ। ਉਹੀ ਕੋਸ਼ਿਸ਼ ਹੈ ਕਿ ਜਿੱਦਾਂ ਹੁਣ ਤੁਹਾਡੇ ਨਾਲ ਗੱਲਾਂ ਕਰਕੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੇ ਆਉਣ ਦੀ ਸੋਚ ਰਹੇ ਨੇ ਜਾਂ ਇੱਥੇ ਹਜੇ ਤਾਜ਼ੇ ਆਏ ਨੇ, ਤਾਂ ਉਹਨਾਂ ਨੂੰ ਇਹ ਲੱਗੇ ਕਿ ਹਾਂ 2020 ਦੇ ਵਿੱਚ ਵੀ ਉਹੀ ਹੈ ਜੋ 2008 ਦੇ ਵਿੱਚ ਹੋਇਆ ਸੀਗਾ। ਉਸ ਤੋਂ ਬਾਅਦ ਵੀ ਜਿਹੜੇ ਆਉਣਗੇ ਉਹਨਾਂ ਦੇ ਲਈ ਵੀ। ਸੋ ਇੱਥੇ ਮੈਂ ਗੱਲ ਜੋੜਨ ਦੀ ਕੋਸ਼ਿਸ਼ ਕਰੂੰਗਾ, ਬਿਕੋਜ਼ ਤੁਸੀਂ ਹਾਰਡਸ਼ਿਪ ਜਾਂ ਖੁਦ ਦੇਖੀ ਜਾਂ ਆਲੇ ਦੁਆਲੇ ਤੁਸੀਂ ਵਿਚਰਦੇ ਲੋਕਾਂ ਦੇ ਵਿੱਚ ਦੇਖੀ। ਅੱਜ ਤੁਸੀਂ ਕਮਿਊਨਿਟੀ ਦੇ ਉਸ ਸਟੇਜ ਦੇ ਉੱਪਰ ਬੈਠ ਕੇ ਕੰਮ ਕਰ ਰਹੇ ਹੋ ਜਿੱਥੇ ਤੁਸੀਂ ਪੋਲੀਟੀਸ਼ੀਅਨਸ ਦੇ ਨਾਲ ਵੀ ਤੁਸੀਂ ਰਾਬਤਾ ਬਣਾਉਣੇ ਹੋ, ਇੱਥੋਂ ਦੇ ਜਿਹੜੇ ਨਿਊ ਕਮਰਸ ਨੇ ਉਹਨਾਂ ਨਾਲ ਵੀ ਰਾਬਤਾ ਬਣਾਉਣੇ ਹੋ। ਉਦੋਂ ਦੇ 2008 ਤੋਂ 10 ਦੇ ਵਿੱਚ ਆਏ ਹੋਏ ਜਿਹੜੇ ਇੱਥੇ ਸਾਡੇ ਲੋਕ ਨੇਗੇ, ਉਹਨਾਂ ਤੇ ਅੱਜ ਦਿਆਂ ਦੇ ਵਿੱਚ ਕੀ ਫਰਕ ਆ, ਕੀ ਚੰਗਾ ਤੇ ਕੀ ਚੰਗਾ ਨਹੀਂ ਆ, ਕਿੱਥੇ ਇੰਪਰੂਵ ਕਰਨ ਦੀ ਲੋੜ ਆ ਉਹਨਾਂ ਨੂੰ? ਇੰਪਰੂਵ ਕਰਨ ਦੀ ਜੇ ਆਪਾਂ ਪਹਿਲਾਂ ਕਰੀਏ, ਪਹਿਲਾਂ ਥੋੜੀ ਪਾਪੂਲੇਸ਼ਨ ਘੱਟ ਸੀਗੀ ਸਾਊਥ ਆਸਟ੍ਰੇਲੀਆ 'ਚ ਜੀ। ਉਦੋਂ ਥੋੜੀਆਂ ਜੌਬ ਓਪਰਚੁਨਿਟੀਜ਼ ਹੁੰਦੀਆਂ ਸੀਗੀਆਂ, ਮਿਲਦੀਆਂ ਸੀਗੀਆਂ। ਪਰ ਉਦੋਂ ਜਿਹੜੇ ਲੋਕ ਸੀਗੇ, ਜਿਹੜੇ ਸਾਡੇ ਵਰਗੇ ਖੁੱਲੇ ਖਿਆਲ ਦੇ ਆਂਦੇ ਸੀਗੇ, ਜਿਹੜੀ 2014 ਤੋਂ ਬਾਅਦ ਜਿਹੜੇ ਲੋਕ ਆ ਬੜੇ ਪ੍ਰੋਫੈਸ਼ਨਲ ਆਣੇ ਸ਼ੁਰੂ ਹੋ ਗਏ। ਇੰਡੀਅਨਸ ਬੜੇ ਪ੍ਰੋਫੈਸ਼ਨਲ ਆਣੇ ਸ਼ੁਰੂ ਹੋ ਗਏ। ਉਹਨਾਂ ਨੂੰ ਕੋਈ ਆਈਟੀ 'ਚ, ਕੋਈ ਫਾਰਮਾਸਿਊਟੀਕਲਸ, ਕੋਈ ਮੈਡੀਸਿਨ 'ਚ, ਕਿੰਨੇ ਡਾਕਟਰਸ ਆ। ਉਹ ਜਨਰੇਸ਼ਨ ਜਿਹੜੀ ਆਈ ਉਹਨਾਂ ਨੂੰ ਥੋੜਾ ਖੁਦ ਵੀ ਹੁਣ ਬਹੁਤ ਸਾਰੇ ਸਾਡੇ ਭਾਈ ਭੈਣ ਆਉਂਦੇ ਜਿਹੜੇ ਇੰਡੀਆ ਤੋਂ ਪਹਿਲਾਂ ਹੀ ਸਰਚ ਕਰਕੇ ਆਉਂਦੇ ਆ। ਉਹਨਾਂ ਨੂੰ ਪਤਾ ਹੁੰਦਾ ਕਿ ਟਾਈ ਕਿੱਦਾਂ ਲਾਉਣੀ ਹੈ। ਮੇਰੇ ਵਰਗੇ ਨੇ ਆ ਕੇ ਇੱਥੇ ਸਿੱਖਣੀ ਹੁੰਦੀ ਹੈ। ਬਿਲਕੁਲ, ਹਾਂਜੀ। ਮੈਨੂੰ ਤਾਂ ਅਜੇ ਨੋਟ ਬਣਨੀ ਨਹੀਂ ਆਉਂਦੀ ਜੀ। ਸੋ ਤੇ ਉਹ ਜਿਹੜਾ ਜੇ ਆਪਰਚੁਨਿਟੀ ਦੀ ਗੱਲ ਕਰੀਏ, ਦੋਨੇ ਪਾਸੇ ਆ। ਪਹਿਲੋਂ ਅਸੀਂ ਆਉਂਦੇ ਸੀ, ਉਦੋਂ ਆਪਾਂ ਜਦੋਂ ਅਸੀਂ ਸਾਡੇ ਵਰਗੇ ਬੰਦੇ, ਦੇਸੀ ਬੰਦੇ ਆਉਂਦੇ ਸੀਗੇ, ਕਿਤੇ ਵੀ ਆਪਾਂ ਜੌਬ ਲੱਗ ਜਾਂਦੇ ਸੀਗੇ। ਹੁਣ ਥੋੜਾ ਜਿਹਾ ਹਾਰਡ ਹੈ, ਪਰ ਹੁਣ ਕਮਿਊਨਿਟੀ ਸਮਾਰਟ ਹੈ, ਹੁਣ ਜਨਰੇਸ਼ਨ ਸਮਾਰਟ ਹੈ ਤੇ ਬੈਲੈਂਸ ਹੀ ਹੈ ਕੰਮ। ਮੈਂ ਇਹ ਨਹੀਂ ਕਹਿ ਸਕਦਾ, ਬਟ ਹੁਣ ਥੋੜਾ ਇਹ ਹੈ ਕਿ ਰੁਝੇਵੇਂ ਵੱਧ ਗਏ ਲੋਕ ਆਪਣੇ ਲੋਕਾਂ ਦੇ। ਪਹਿਲਾਂ ਸੋਸ਼ਲੀ ਕੰਮ ਇੱਕ ਦੂਜੇ ਨਾਲ ਸੋਸ਼ਲੀ ਹੋ ਜਾਂਦੇ ਸੀ ਬਹੁਤ ਸਾਰੇ। ਇੱਕ ਥੋੜਾ ਕਰੋਨਾ ਵਾਇਰਸ ਕੋਵਿਡ ਦਾ ਟਾਈਮ ਵੀ ਹੈ, ਵੀ ਬਹੁਤ ਅਸੀਂ ਬਹੁਤ ਲੱਕੀ ਅਸੀਂ ਇਸ ਕੰਟਰੀ 'ਚ। ਆਸਟ੍ਰੇਲੀਆ ਵਾਈਡ ਪੂਰੇ ਅੱਜ 0 ਕੇਸ ਹਾਂ ਹੋਇਆ। ਬਹੁਤ ਅੱਛਾ ਲੋਕਾਂ ਨੇ ਮੇਨਟੇਨ ਕੀਤਾ, ਡਿਸਟੈਂਸ ਮੇਨਟੇਨਿੰਗ ਹੋਈ, ਪੂਰੇ ਰੂਲਸ ਰੈਗੂਲੇਸ਼ਨਸ ਸੁਣਦੇ ਆ। ਮੇਰੇ ਖਿਆਲ ਦੇ ਵਿੱਚ ਇੱਥੋਂ ਦੀ ਪਬਲਿਕ ਨਾ ਗਵਰਨਮੈਂਟ ਦੇ ਮੈਸੇਜ ਨੂੰ ਓਬੇ ਕਰਦੇ ਆ ਬਹੁਤ ਹੱਦ ਤੱਕ। ਬਿਲਕੁਲ ਕਰਦੇ। ਔਰ ਪੂਰਾ ਸਾਡੀ ਕਮਿਊਨਿਟੀ ਦੇ ਵਿੱਚ ਮੈਂ ਨਹੀਂ ਸੁਣਿਆ ਕਿਸੇ ਨੂੰ ਕਰੋਨਾ ਹੋਇਆ, ਕਿਸੇ ਵੀ ਇੰਡੀਅਨ ਸਾਊਥ ਆਸਟ੍ਰੇਲੀਆ 'ਚ ਮੈਂ ਕਿਤੇ ਵੀ ਮੈਂ ਨਹੀਂ ਸੁਣਿਆ ਕਿ ਸਾਡੀ ਕਮਿਊਨਿਟੀ ਦੇ ਵਿੱਚ ਕੋਈ ਪੋਜ਼ਿਟਿਵ ਕੇਸ ਹੈ, ਕਿਉਂਕਿ ਇੰਨੇ ਇੰਟੈਲੀਜੈਂਟ, ਇੰਨੇ ਡਿਸਿਪਲਿਨ ਵਾਲੇ ਫੋਲੋ ਕਰਦੇ ਆ ਰੂਲ, ਵਿਚ ਇਜ਼ ਗੁੱਡ ਫॉर ਅਸ। ਮੈਂ ਜ਼ਿਕਰ ਕਰਦਾ ਹਿਊਮਨ ਸਰਵਿਸਿਜ਼ ਮਿਨਿਸਟਰ ਮਿਸ਼ੇਲ ਲੈਂਸੀ ਜੀ, ਉਹਨਾਂ ਨਾਲ ਡਿਸਕਸ ਕੀਤਾ ਸੀ। ਮੈਂ ਕਿਹਾ ਕਿ ਜਿਹੜੇ ਸਟੂਡੈਂਟਸ ਆ, ਜਦੋਂ ਆਪਾਂ ਕੋਵਿਡ ਦੇ ਵਿੱਚ, ਕੋਵਿਡ ਦੇ ਵੱਲ ਮੈਂ ਥੋੜਾ ਟੌਪਿਕ ਮੋੜਿਆ, ਕੋਵਿਡ ਦੇ ਵਿੱਚ ਜਿਹੜੇ ਫੁੱਲ ਟਾਈਮ EMPLOYE ਹੈ, ਜਿਹੜੇ ਪਰਮਾਨੈਂਟ ਹੈ ਜਾਂ ਜਿਹੜੇ ਸਿਟੀਜ਼ਨ ਆ, ਉਹ ਜੌਬ ਸੀਕਰ ਔਰ ਜੌਬ ਕੀਪਰ ਲੈ ਰਹੇ ਆ। ਜਿਹੜੇ ਜੌਬਸ ਲੱਭਦੇ ਉਹ ਜੌਬ ਸੀਕਰ, ਜਿਹੜੇ ਨਹੀਂ ਆ ਉਹਨਾਂ ਨੂੰ ਜੌਬ ਕੀਪਰ। ਉਸ ਟਾਈਮ ਮੈਂ ਉੱਥੇ ਗੱਲ ਕਦੀ ਸ਼ੇਅਰ ਨਹੀਂ ਕੀਤੀ, ਕਿਉਂਕਿ ਮੈਂ ਉੱਥੇ ਇੱਕ ਮੁੱਦਾ ਚੱਕਿਆ ਸੀਗਾ। ਇਟਸ ਇਨ ਮਾਈ ਮੇਰੇ ਈਮੇਲ 'ਚ ਸਾਰਾ ਕੁਝ ਹੈ। ਉਹ ਮੈਂ ਉੱਥੇ ਪੁਆਇੰਟ ਚੁੱਕਿਆ ਸੀ ਕਿ ਸਟੂਡੈਂਟਸ ਨੂੰ ਵੀ ਕੁਝ ਹੈਲਪ ਦੇਣੀ ਚਾਹੀਦੀ ਹੈ, ਉਹਨਾਂ ਦੀ ਬਣਨੀ ਚਾਹੀਦੀ ਹੈ। ਅੱਜ ਮੈਂ ਡਿਸਕਲੋਜ਼ ਕਰਦਾ ਰੋਬੀ ਤੁਹਾਡੇ ਨਾਲ। ਉਹ ਮੈਂ ਉਦੋਂ ਉਹਨਾਂ ਨਾਲ ਕੀਤੀ ਸੀਗੀ, ਐਂਡ ਸ਼ੀ ਕਾਲਡ ਮੀ ਐਜ਼ ਵੈਲ। ਉਹਨੇ ਮੈਨੂੰ ਆਪਣੇ ਕੁਝ ਮੀਡੀਆਜ਼ ਦੇ, ਇੰਡੀਅਨ ਮੀਡੀਆਜ਼ ਦੇ ਨਾਮ ਦਿੱਤੇ ਸੀਗੇ, ਮੈਂ ਸਾਰਿਆਂ ਦੇ ਰੈਫਰੈਂਸ ਤੇ ਤੁਹਾਡਾ ਵੀ ਦਿੱਤਾ, ਤੇ ਕੁਝ ਇਮੀਗ੍ਰੇਸ਼ਨਸ ਵਾਲਿਆਂ ਦੇ ਦਿੱਤੇ ਸੀਗੇ ਜੀ, ਠੀਕ ਹੈ। ਔਰ ਫਿਰ ਕਿਤੇ ਨਾ ਕਿਤੇ ਇੰਪੈਕਟ ਹੋ ਕੇ ਸਟੂਡੈਂਟਸ ਨੂੰ ਸਪੋਰਟ ਮਿਲੀ ਹੈ। ਔਰ ਇਹ ਵੀ ਨਹੀਂ, ਪ੍ਰਾਈਵੇਟ ਆਰਟੀਓ ਜਿਹੜੇ ਕਾਲਜ ਉੱਥੇ ਵੀ ਮਿਲੀ ਹੈ ਸਟੂਡੈਂਟਸ ਨੂੰ। ਕੁਝ ਲੋਕ ਸਾਡੇ ਨਹੀਂ ਅਪਲਾਈ ਕਰ ਸਕੇ, ਬਟ ਮਿਲੀ ਹੈ। ਅੱਛਾ, ਤੁਹਾਡੀ ਦੋ ਤਰ੍ਹਾਂ ਦੀ ਜਰਨੀ,
ਇੱਕ ਤੁਹਾਡੀ ਪ੍ਰੋਫੈਸ਼ਨਲ ਜਰਨੀ, ਇੱਕ ਤੁਹਾਡੀ ਜਿਹੜੀ ਸੋਸ਼ਲ ਨੈਟਵਰਕ ਆ ਜਿਹੜਾ, ਇਹ ਦੋਨਾਂ ਚੀਜ਼ਾਂ ਦੇ ਉੱਪਰ ਆਪਾਂ ਡਿਟੇਲ ਦੇ ਵਿੱਚ ਗੱਲ ਕਰਾਂਗੇ ਇਹ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਹਾਂਜੀ ਦੋਸਤੋ, ਵੈਲਕਮ ਬੈਕ। ਪ੍ਰੋਗਰਾਮ ਦੇ ਆਖਰੀ ਹਿੱਸੇ ਦੇ ਵਿੱਚ ਇੱਕ ਵਾਰੀ ਫਿਰ ਤੋਂ ਮੈਂ ਤੁਹਾਡਾ ਸਵਾਗਤ ਕਰਦਾ। ਖੁੰਡ ਚਰਚਾ ਦੇ ਇਸ ਮੰਚ ਦੇ ਉੱਪਰ ਮੇਰੇ ਨਾਲ ਨੇ ਅੱਜ ਗਗਨ ਸ਼ਰਮਾ ਜੀ। ਗਗਨ ਸ਼ਰਮਾ ਜਿਹੜੇ ਸੋਸ਼ਲ ਐਕਟਿਵਿਸਟ ਨੇ ਇਸ ਸਿਟੀ ਦੇ ਵਿੱਚ, ਔਰ 2008 ਤੋਂ ਐਡੀਲੇਡ ਦੇ ਵਿੱਚ ਹੀ ਰਹਿ ਰਹੇ ਨੇ। ਇਹਨਾਂ ਦੀ ਜ਼ਿੰਦਗੀ ਦੇ ਬਹੁਤ ਸਾਰੇ ਪੱਖਾਂ ਨੂੰ ਆਪਾਂ ਨੇ ਜਾਣਨ ਦੀ ਕੋਸ਼ਿਸ਼ ਕੀਤੀ, ਇਹਨਾਂ ਦੀ ਸੋਚ ਨੂੰ ਵੀ ਥੋੜਾ ਪਰਖਣ ਦੀ ਕੋਸ਼ਿਸ਼ ਕੀਤੀ। ਆਪਾਂ ਇਹਨਾਂ ਤੋਂ ਪੁੱਛ ਦਿਆਂਗੇ ਜ਼ਿੰਦਗੀ ਦੇ ਵਿੱਚ ਜਿਹੜੇ ਇੱਥੇ 2008 ਤੋਂ ਜਿਹੜਾ ਸਮਾਂ ਗੁਜ਼ਾਰ ਰਹੇ ਨੇ ਉਹਦੇ ਵਿੱਚ ਇਹਨਾਂ ਦਾ ਪ੍ਰੋਫੈਸ਼ਨਲ ਸਫ਼ਰ ਕਿੱਦਾਂ ਦਾ ਰਿਹਾ। ਗਗਨ ਜੀ, ਸਭ ਤੋਂ ਪਹਿਲੀ ਜੌਬ ਕਿਹੜੀ ਸੀ? ਸਭ ਤੋਂ ਪਹਿਲੀ ਜੌਬ ਸੀ ਮੇਰੀ ਫੌਕਸਟੈਲ ਤੇ, ਡੋਰ ਟੂ ਡੋਰ ਸੈਲ ਕਰਨਾ। ਅੱਛਾ। ਜਾ ਕੇ ਬਸ ਲੋਕਾਂ ਦੇ ਬੈਲ ਮਾਰੇ, ਕਹਿੰਦਾ ਫੌਕਸਟੈਲ ਲੈ ਲਓ। ਇਹ ਕੰਮ ਸੀਗਾ। ਕਿੰਨਾ ਔਖਾ ਕੰਮ ਸੀ? ਜਦੋਂ ਮੈਂ ਪਹਿਲਾ ਫਸਟ ਵੀਕ ਸੀ ਜਦੋਂ ਜੁਆਇਨ ਕੀਤੀ, ਮੈਂ ਕਿਹਾ ਵੀ ਇਹ ਤਾਂ ਸਾਡੇ ਵੱਸ ਦਾ ਕੰਮ ਨਹੀਂ ਹੈ। ਪਰ ਕਿਤੇ ਨਾ ਕਿਤੇ ਚੋਣ ਪ੍ਰਚਾਰ ਇੰਡੀਆ ਕਰਦੇ ਸੀਗੇ, ਲੋਕਾਂ ਦੇ ਘਰਾਂ ਬੈਲ ਮਾਰ ਕੇ, ਉਹ ਕੰਮ ਆਇਆ। ਤੇ ਉਹੀ ਇੱਥੇ ਆ ਕੇ ਮੈਂ ਲੋਕਾਂ ਦੇ ਨਾਲ ਹੋਇਆ ਕਿ ਰੀਵਨ ਹੀ ਨਹੀਂ ਹੈਗਾ ਕੱਟਣ ਨੂੰ, ਜਦੋਂ ਤੁਸੀਂ ਜਾ ਕੇ ਡੋਰ ਦੀ ਗੱਲ ਕਰਦੇ ਹੋ, ਕਿਉਂਕਿ ਉਹ ਤੇ ਰੀਵਨ ਕੱਟਣ ਵਾਲੇ ਪਰਸਨ ਨੇ ਆ ਕੇ ਡੋਰ ਨੌਕ ਕਰਨੀ। ਬਿਲਕੁਲ, ਕਿਉਂ ਅਸੀਂ ਪਹਿਲੇ ਦਿਨ ਤੋਂ ਪ੍ਰੋਫੈਸ਼ਨਲ ਨਹੀਂ ਬਣ ਸਕਦੇ। ਹੌਲੀ ਆਪਾਂ ਕਿਸੇ ਚੀਜ਼ 'ਚ ਪ੍ਰੋਫੈਸ਼ਨਲ ਬਣਦੇ ਹਾਂ। ਪਰ ਮੈਨੂੰ ਇੰਨਾ ਕੁ ਉਸ ਜੌਬ ਜਿਹਨੇ ਮੈਨੂੰ ਇੰਨਾ ਕੁ ਸੌਖਾ ਕੀਤਾ, ਮੈਂ ਟਾਈਮ ਸਪੈਂਡ ਕਰਦਾ ਸੀ 4 ਤੋਂ ਲੈ ਕੇ 8 ਵਜੇ ਤੱਕ ਮੈਂ ਕਰਦਾ ਸੀਗਾ ਡੋਰ ਨੌਕਿੰਗ ਜੀ, ਔਰ ਬਾਕੀ ਸਾਰਾ ਟਾਈਮ ਘਰ 'ਚ ਸਪੈਂਡ ਕਰਨਾ। ਬੇਟਾ ਹੋਇਆ ਸੀਗਾ ਉਦੋਂ, ਤੇ ਉਹਦੇ ਨਾਲ ਆਪਣਾ ਉਹ ਟਾਈਮ ਸਪੈਂਡ ਕਰਨਾ। ਫਸਟ ਈਅਰ ਦੀ ਮੇਰੀ ਇਨਕਮ ਜਿਹੜੀ ਸੀਗੀ, ਮੈਂ $79,000 ਡੋਰ ਨੌਕਿੰਗ ਤੋਂ ਕੀਤੀ। ਸ਼ੁਰੂ ਤੋਂ ਮੈਨੂੰ ਅੱਜ ਤੱਕ ਜਿੰਨੀ ਵੀ ਮੇਰੀ ਫੀਡਬੈਕ ਹੈ, ਜਿੰਨੀ ਦੇਰ ਮੈਂ ਉਹ ਕੰਮ ਕੀਤਾ, ਉਹਦੇ 'ਚ ਮੈਨੇਜਰ ਵੀ ਰਿਹਾ, ਅੱਜ ਤੱਕ ਕਿਸੇ ਬੰਦੇ ਨੇ ਮੈਨੂੰ, ਸਾਊਥ ਆਸਟ੍ਰੇਲੀਅਨ ਜਿੰਨੇ ਵੀ ਮੈਨੂੰ ਤਾਂ ਬਹੁਤ ਬਹੁਤ ਥੈਂਕਸ ਕਰਦਾ, ਕਿਸੇ ਬੰਦੇ ਨੇ ਮੈਨੂੰ ਇਹ ਨਹੀਂ ਕਿਹਾ ਕਿ ਰੂਡਲੀ ਬੋਲਿਆ ਹੋਵੇ ਕਿ ਹਾਂ ਡੋਰ ਬੰਦ ਕਰ ਲਿਆ ਹੋਵੇ, ਇਦਾਂ ਕਰ ਲਿਆ ਹੋਵੇ। ਨੈਵਰ ਐਵਰ ਹੈਡ ਐਨੀ ਚਾਂਸ। ਔਰ ਇਹ ਕਾਫੀ ਸੁਣਨ ਨੂੰ ਮਿਲਦਾ ਕਿ ਡੋਰ ਨੌਕਿੰਗ ਦੀ ਜਿਹੜੀ ਜੌਬ ਹੁੰਦੀ ਹੈ ਉਹਦੇ ਵਿੱਚ ਕਈ ਵਾਰੀ ਬਹੁਤ ਰੂਡ ਬਿਹੇਵੀਅਰ ਪਰ ਮੈਨੂੰ ਨਹੀਂ ਮਿਲਿਆ। ਉੱਥੋਂ ਮੇਰਾ ਨਾ ਲੋਕਾਂ ਦੇ ਨਾਲ ਪਬਲਿਕ ਇੰਟਰੈਕਸ਼ਨ ਕਰਨ ਦਾ ਮੈਨੂੰ ਮੌਕਾ ਮਿਲਿਆ ਕਿ ਪਬਲਿਕ ਜਿਹੜੀ ਇੱਥੇ ਲੋਕਲ ਆ ਉਹਨਾਂ ਨਾਲ ਕਿੱਦਾਂ ਗੱਲ ਕਰਨੀ ਸਿੱਖਿਆ ਸਾਰਾ। ਸੋ ਇਹ ਵੀ ਇੱਕ ਫੈਕਟਰ ਸੀਗਾ ਤੁਸੀਂ ਸੋਸ਼ਲ ਨੈਟਵਰਕ ਵਾਲੇ ਪਾਸੇ ਜਾਂ ਸੋਸ਼ਲ ਇਹ ਵੀ ਫੈਕਟਰ ਸੀ। ਔਰ ਫਿਰ ਮੈਂ ਕਰਦਾ ਸੀਗਾ ਜੌਬ ਕੀਤੀ, OTR ਹੁੰਦਾ ਨਾ ਸਰਵਿਸ ਸਟੇਸ਼ਨ ਜੀ, ਡੋਰ ਨੌਕਿੰਗ। ਮੈਂ ਸਾਰਾ ਦਿਨ ਫ੍ਰੀ ਹੁੰਦਾ ਸੀਗਾ, ਸੰਡੇ ਔਰ ਸੈਟਰਡੇ ਮੈਂ OTR ਤੇ ਜੌਬ ਅਪਲਾਈ ਕੀਤੀ, ਮੈਨੂੰ ਮਿਲ ਗਈ। 5 ਘੰਟੇ ਮੈਂ ਸੈਟਰਡੇ ਕਰਦਾ ਸੀਗਾ, 6-8 ਘੰਟੇ ਸੰਡੇ ਕਰਦਾ ਸੀਗਾ। ਉਹ ਮੈਂ ਆਵਰਲੀ ਜੌਬ ਕਰਦਾ ਸੀਗਾ, ਮੈਨੂੰ ਸੈਟੀਸਫੈਕਸ਼ਨ ਨਹੀਂ ਸੀ ਹੁੰਦੀ ਕਿ ਉੱਥੇ ਮੈਂ ਇੱਕ ਬੰਦੇ ਨੂੰ ਫੌਕਸਟੈਲ ਦੇ ਆਣਾ, ਮੇਰੇ $160 ਮੈਨੂੰ ਮਿਲਦੇ ਆ, $150 ਮਿਲ ਜਾਂਦਾ। ਇੱਥੇ ਮੈਂ ਇਦਾਂ ਕਰਦਾ, ਪਰ ਹਰ ਜੌਬ ਦਾ ਆਪਣਾ ਟਾਈਪ ਹੁੰਦਾ ਨਾ। ਉਹ OTR ਤੇ ਮੈਂ ਹੈਮਸਟਰਡ ਰੋਡ ਤੇ ਕਰਦਾ ਸੀਗਾ। ਬਹੁਤ ਸਾਰੇ ਸੱਜਣ ਵੇਲੇ ਆਪਣੇ ਜਾਣਦੇ ਆ ਕਿ ਉੱਥੇ ਮੈਂ ਜੌਬ ਕਰਦਾ ਸੀ ਉਦੋਂ। ਬਖਸ਼ਿੰਦਰ ਜਿਹਨਾਂ ਦਾ ਨਾਮ ਵੀ ਮੈਂਸ਼ਨ ਕਰਦੇ ਨੇ, ਬਖਸ਼ਿੰਦਰ। ਤੇ ਉੱਥੇ ਮਤਲਬ ਮੇਰਾ ਲੋਕਾਂ ਦੇ ਪਬਲਿਕ ਡੀਲਿੰਗ ਹੁੰਦੀ ਸੀ। ਇੰਡੀਅਨ ਨੇ ਆਣਾ, ਹਾਂਜੀ ਕਿੱਥੋਂ, ਕੀ ਹੈ ਜੀ, ਤੁਸੀਂ ਕੀ ਹੈ, ਉਸ ਮਤਲਬ ਉੱਥੋਂ ਮੈਨੂੰ ਇੱਕ ਬਹੁਤ ਵਧੀਆ ਪਲੇਟਫਾਰਮ ਮਿਲਿਆ, ਲੋਕ ਜਾਣਨ ਲੱਗ ਗਏ। ਫਿਰ ਉਹੀ ਬੈਨੀਫਿਟ ਲੈ ਕੇ ਮੈਂ ਜਦੋਂ ਵੋਡਾਫੋਨ 'ਚ ਗਿਆ, ਤੇ ਉਹ ਵਾਈਟ ਕਾਲਰ ਜੌਬ ਸੀਗੀ, 3 ਹੁੰਦੇ ਸੀ ਨਾ, 3 ਮੋਬਾਈਲ ਹਚਿਨਸਨ, ਉਹਦੇ 'ਚ ਉਹ ਚੀਜ਼ ਦਾ ਮੈਨੂੰ ਬਹੁਤ ਫਾਇਦਾ ਮਿਲਿਆ। ਜਦੋਂ ਸਾਡੇ ਆਫਿਸ 'ਚ 30 ਦਾ ਸਟਾਫ ਹੁੰਦਾ ਸੀਗਾ, ਜਦੋਂ ਕੋਈ ਵੀ ਇੰਡੀਅਨ, ਪੰਜਾਬੀ, ਕਿਸੇ ਨੇ ਵੀ ਉੱਥੇ ਆਪਣੇ ਵੋਡਾਫੋਨ ਲੈਣਾ ਹੁੰਦਾ ਸੀਗਾ, ਉਹ ਆ ਕੇ ਮੇਰੇ ਹੀ ਟੇਬਲ ਤੇ ਆਉਂਦੇ ਸੀਗੇ, ਲਾਈਨ ਲੱਗੀ ਹੁੰਦੀ ਸੀਗੀ। ਮਤਲਬ ਉੱਥੋਂ ਮੇਰੀ ਮਤਲਬ ਪਬਲਿਕ ਇੰਟਰੈਕਸ਼ਨ ਸ਼ੁਰੂ ਹੋਈ। ਉਹ ਕਿਸੇ ਦੇ ਬਰਥਡੇ, ਉਦੋਂ ਬਰਥਡੇ ਤੇ ਜਾਣਾ ਸ਼ੁਰੂ ਕੀਤਾ।
ਕਿ ਹਾਂ ਜੀ ਸਾਡਾ ਤੁਸੀਂ ਆਇਓ, ਸਾਡੇ ਬੇਟੇ ਦਾ ਬਰਥਡੇ ਹੈ, ਸਾਡੀ ਇਹ ਐਨਵਰਸਰੀ ਹੈ। ਪਬਲਿਕ ਡੀਲਿੰਗ ਨੈਟਵਰਕ ਫਿਰ ਮੇਰਾ ਸ਼ੁਰੂ ਹੋਇਆ ਹੌਲੀ ਹੌਲੀ। ਤੇ ਅੱਜ ਦੀ ਡੇਟ ਦੇ ਵਿੱਚ ਪ੍ਰੋਫੈਸ਼ਨਲ ਲਾਈਫ ਦੇ ਵਿੱਚ ਤੁਸੀਂ ਆਫ ਕੋਰਸ ਬਿਜ਼ਨਸ ਓਨ ਕੀਤੇ ਨੇ ਔਰ ਕਰ ਰਹੇ ਹੋਗੇ, ਕਿੱਥੇ ਸਟੈਂਡ ਕਰ ਰਹੇ ਹੋ ਤੁਸੀਂ? ਕਿੰਨੇ ਬਿਜ਼ਨਸ ਓਨਰਸ਼ਿਪ ਦੇ ਵੱਲੋਂ ਜਿਹੜੀ ਤੁਸੀਂ ਉਹ ਕਿੱਥੇ ਸਟੈਂਡ ਕਰਦੇ ਹੋ ਲਾਈਫ ਵਿੱਚ? ਇੱਕ ਬਿਜ਼ਨਸ ਜਿਹੜੀ ਚੀਜ਼ ਹੈ ਨਾ, ਆਲਵੇਜ਼ ਲਰਨਿੰਗ ਹੈ। ਕੋਈ ਵੀ ਬਿਜ਼ਨਸਮੈਨ ਮੇਰੇ ਉਹਦੇ ਨਾਲ 100% ਸਕਸੈਸਫੁਲ ਨਹੀਂ ਹੁੰਦਾ। ਮੈਂ ਵੋਡਾਫੋਨ ਤੋਂ ਬਾਅਦ ਟੈਲਸਟਰਾ ਦੀ ਡੀਲਰਸ਼ਿਪ ਲੈ ਲਈ ਸੀਗੀ। ਟੈਲੀਫਰਮ ਆਪਣਾ ਹੈਲੀਫੈਕਸ 'ਚ ਆਫਿਸ ਹੈ, ਤੁਹਾਨੂੰ ਪਤਾ। ਟੈਲੀਫਰਮ ਤੋਂ ਅਸੀਂ ਟੈਲਸਟਰਾ ਬਿਜ਼ਨਸ ਪਾਰਟਨਰ ਅਸੀਂ ਕੰਮ ਸ਼ੁਰੂ ਕੀਤਾ ਜੀ। ਉਹਦੇ ਨਾਲ ਕੈਫੇ ਲਏ, ਬਾਰ ਲਈ, ਨੁਕਸਾਨ ਹੋਇਆ, ਠੀਕ ਹੈ। ਉਹ ਕਿਉਂਕਿ ਅਸੀਂ ਸਿੱਖਿਆ, ਅਸੀਂ ਹੁਣ ਅਗਲੇ ਨੂੰ ਜਦੋਂ ਅਸੀਂ ਬਿਜ਼ਨਸ ਲਏ 500,000 ਲਗਾ ਦਿੰਦੇ ਸੀਗੇ, ਇਹ ਨਹੀਂ ਦੇਖਦੇ ਰੈਂਟ ਕਿੰਨਾ ਹੈ, ਓਵਰਹੈਡ ਕੀ ਹੈ। ਹੁਣ ਅਸੀਂ ਲੋਕਾਂ ਨੂੰ ਸਲਾਹ ਦਿੰਦੇ ਹਾਂ, ਆਪਣੇ ਭਾਈਚਾਰਿਆਂ ਨੂੰ, ਕਿ ਭਾਈ ਇਹ ਚੀਜ਼ ਨੂੰ ਬੜੇ ਧਿਆਨ ਨਾਲ ਕੰਸੀਡਰ ਕਰਨਾ, ਜਿੰਨਾ ਵੀ ਆਪਣਾ ਐਕਸਪੀਰੀਅੰਸ ਹੈ। ਫਿਰ ਮੈਂ ਫਾਰਮਾਸਿਊਟੀਕਲ ਨਾਲ ਰਿਲੇਟਡ ਆਪਣੀ ਕੰਪਨੀ ਸ਼ੁਰੂ ਕੀਤੀ ਹੈ ਐਕਸਟਰਾ। ਇੱਕ ਅਸੀਂ ਆਪਣਾ 5tel ਪਰ ਆਪਣਾ ਔਨ ਸਿਮ ਕਾਰਡ ਅਸੀਂ ਕਰ ਰਹੇ, ਉਹਦੇ ਨਾਲ ਸਾਡਾ ਵੋਡਾਫੋਨ ਆਪਟਸ ਨਾਲ ਕੰਟਰੈਕਟ ਹੋ ਗਿਆ। ਤੁਸੀਂ ਆਪਟਸ ਦੀ ਜਗ੍ਹਾ, ਵੋਡਾਫੋਨ ਦੀ ਜਗ੍ਹਾ ਸਾਡਾ ਸਿਮ ਜਾਇਆ ਕਰੇਗਾ। ਅੱਛਾ, ਠੀਕ ਹੈ। ਫੋਨਸ, ਕਲਾਊਡ ਸੋਲਿਊਸ਼ਨਸ, ਸਾਰਾ ਟੈਲੀਕਮਿਊਨੀਕੇਸ਼ਨ ਦੇ ਨਾਲ ਹੀ ਆਪਣਾ ਬਿਜ਼ਨਸ ਗਰੋ ਕੀਤਾ। ਤੇ ਇੱਕ ਹੁਣ ਮੈਂ NDIS ਦੇ ਨਾਲ ਆਪਣਾ ਕੰਪਨੀ ਸ਼ੁਰੂ ਕੀਤੀ ਹੈ। ਉਹਦੇ 'ਚ ਅਸੀਂ ਹੁਣ ਘਰ ਬਣਾ ਕੇ ਜਿਹੜਾ ਡਿਸੇਬਿਲਿਟੀ ਸਰਵਿਸਿਜ਼ ਜਿਹੜਾ ਤੁਸੀਂ ਟੀਚ ਕਰਦੇ ਹੋ ਤੁਸੀਂ ਹੋਪ ਇੰਸਟੀਚਿਊਟ 'ਚ, ਉਹ ਉਹਨਾਂ ਲਈ ਵੀ ਅੱਗੇ ਮੈਂ ਮਤਲਬ ਸ਼ੁਰੂ ਕੀਤਾ ਨਾਲ ਕਿ ਆਦਤ ਹੈ, ਹੁਣ ਬਿਜ਼ਨਸ ਹੀ ਕਰ ਸਕਦੇ ਹਾਂ, ਪਰ ਐਕਸਪੀਰੀਅੰਸ ਗੇਨ ਕਰਨਾ, ਮੈਂ ਕਹਿੰਦਾ ਅਜੇ ਵੀ ਅਸੀਂ ਐਕਸਪੀਰੀਅੰਸ ਹੀ ਲੈ ਰਹੇ ਹਾਂ। ਕੀ ਸੋਚਦੇ ਹੋ ਬਿਜ਼ਨਸ ਕਰਨ ਵਾਸਤੇ ਡਿਗਰੀ ਜ਼ਰੂਰੀ ਹੈ ਜਾਂ ਤਜਰਬਾ ਜ਼ਰੂਰੀ ਹੈ ਜਾਂ ਦੋਨੋਂ ਜ਼ਰੂਰੀ ਨੇ? ਜਿਹੜੇ ਤਜਰਬਾ ਡੈਫੀਨਿਟਲੀ ਚਾਹੀਦਾ। ਡਿਗਰੀ ਹੁਣ ਮੈਂ ਫਾਰਮਾਸਿਊਟੀਕਲਸ, ਮੈਂ ਤੇ ਬੈਚਲਰ ਫਾਰਮੇਸੀ ਕੀਤੀ ਹੈ ਤੇ ਮੇਰਾ ਫਾਰਮੇਸੀ ਨਾਲ ਇੱਥੇ ਕੋਈ ਹੈ ਨਹੀਂ, ਲੈਣਾ ਦੇਣਾ ਨਹੀਂ, ਪਰ ਫਿਰ ਵੀ ਬਿਜ਼ਨਸ ਇਜ਼ ਇਕੁਅਲ ਟੂ ਰਿਸਕ। ਬਿਜ਼ਨਸ ਨੂੰ ਸਟਾਰਟ ਕਰਨ ਲਈ ਕਈ ਹੁੰਦੇ ਜਿਹਨਾਂ ਕੋਲ ਐਕਸਪੀਰੀਅੰਸ ਨਹੀਂ ਹੈਗਾ। ਮੈਂ ਇਹ ਨਹੀਂ ਕਹਿੰਦਾ ਤੁਸੀਂ ਬਿਜ਼ਨਸ ਨਾ ਸਟਾਰਟ ਕਰੋ, ਸਾਡਾ ਬਹੁਤ ਨਾਮ ਹੈ ਸਾਊਥ ਆਸਟ੍ਰੇਲੀਆ 'ਚ, ਇੰਡੀਅਨ ਕਮਿਊਨਿਟੀ ਦਾ ਬਹੁਤ ਨਾਮ ਹੈ। ਕਿੰਨੇ ਪੰਜਾਬੀਆਂ ਦੇ ਕਿੰਨੇ ਬਿਜ਼ਨਸਿਸ ਆ ਜਿਨ੍ਹਾਂ ਨੇ ਸ਼ੁਰੂ ਕੀਤੇ ਹੋਏ ਆ, ਤੇ ਸਮਝਦਾਰ ਹੋ ਗਏ ਲੋਕ। ਬਿਜ਼ਨਸ ਲਈ ਸਭ ਤੋਂ ਵੱਡਾ ਜਿਹੜਾ ਉਹ ਐਕਸਪੀਰੀਅੰਸ ਨਹੀਂ, ਓਵਰਹੈਡਸ 'ਤੇ ਕੰਟਰੋਲ ਕਰਨਾ। ਕੋਈ ਵੀ ਬਿਜ਼ਨਸ ਕਰ ਲਓ, ਓਵਰਹੈਡਸ, ਉਹਦਾ ਮਾਰਕੀਟ ਰਿਵਿਊ ਜ਼ਰੂਰ ਕਰਨਾ ਚਾਹੀਦਾ, ਤੇ ਉਹ ਹਮੇਸ਼ਾ ਰਿਜ਼ਲਟ ਦਿੰਦਾ। ਔਰ ਤੁਹਾਡੇ ਨਾਲ ਸਲਾਹ ਕਰ ਸਕਦੇ ਆ ਕੇ ਪੁੱਛ ਸਕਦੇ ਆ, ਤੁਸੀਂ ਆਲਰੇਡੀ ਮੀਡੀਆ ਅਵੇਲੇਬਲ ਹੈ ਇਸ ਚੀਜ਼ਾਂ ਦੱਸਣ ਲਈ, ਤੇ ਤੁਹਾਨੂੰ ਵੀ ਕੋਈ ਤੁਸੀਂ ਵੀ ਬਿਜ਼ਨਸ ਜਦੋਂ ਦੇ ਆਏ ਹੋ, ਤੁਸੀਂ ਬਿਜ਼ਨਸ ਹੀ ਕਰ ਰਹੇ ਹੋ ਜੀ, ਤੇ ਇਸ ਲਈ ਮੇਰੇ ਹਿਸਾਬ ਨਾਲ ਕੁਆਲੀਫਿਕੇਸ਼ਨ ਡਿਗਰੀ ਦੀ ਜ਼ਰੂਰਤ ਨਹੀਂ ਹੈ, ਡੈਡੀਕੇਸ਼ਨ ਦੀ ਜ਼ਰੂਰਤ ਹੈ। ਅੱਛਾ, ਆਈਏ ਸੋਸ਼ਲ ਨੈਟਵਰਕ, ਸੋਸ਼ਲ ਜਿਹੜੀਆਂ ਤੁਹਾਡੀਆਂ ਐਕਟੀਵਿਟੀਜ਼ ਨੇ ਉਹਨਾਂ ਦੇ ਵਿੱਚ ਤੁਸੀਂ ਇਲੈਕਸ਼ਨ ਦੇ ਵਿੱਚ ਵੀ ਆਪਣਾ ਪਾਰਟਿਸਿਪੇਟ ਕੀਤਾ, ਉਹ ਤਜਰਬਾ ਕਿੱਦਾਂ ਦਾ ਰਿਹਾ? ਉਹ ਅੰਦਰ ਦੀ ਆਵਾਜ਼ ਸੀ ਜਾਂ ਦੋਸਤਾਂ ਨੇ ਹੱਲਾਸ਼ੇਰੀ ਦਿੱਤੀ ਸੀਗੀ, ਜਾਂ ਰੋਡ ਤੇ ਜਾਂਦੇ ਆਲੇ ਦੁਆਲੇ ਲੱਗੇ ਹੋਏ ਜਿਹੜੇ ਬੋਰਡ ਨੇਗੇ ਉੱਥੇ ਸੋਚਦੇ ਸੀਗੇ ਯਾਰ ਇੱਥੇ ਗਗਨ ਸਿਆਂ ਟਾਈ ਤਾਂ ਸਿੱਖ ਲਈ, ਹੁਣ ਆਪਣਾ ਵੀ ਹੋਣਾ ਚਾਹੀਦਾ ਹੈ? ਕੀ ਸੀਗਾ ਉਹ ਪੂਰਾ? ਐਕਚੁਅਲੀ ਮੈਂ ਲਿਬਰਲ ਪਾਰਟੀ ਜੁਆਇਨ ਕਰ ਲਈ ਸੀਗੀ। ਮੈਨੂੰ ਥੋੜ੍ਹੀਆਂ ਉਹਨਾਂ ਦੀਆਂ ਜਿਹੜੀਆਂ ਪਾਲਿਸੀਜ਼ ਸੀਗੀਆਂ ਉਹ ਅੱਛੀਆਂ ਲੱਗਦੀਆਂ ਸੀਗੀਆਂ। ਮਾਈਗ੍ਰੈਂਟ ਦੇ ਮੈਂ ਥੋੜ੍ਹਾ ਜਿਹਾ ਅੱਛਾ ਲੱਗਦਾ ਸੀਗਾ। ਜੌਨ ਹੈਵਰਡ ਸਾਡੇ ਜਿਹੜੇ ਪ੍ਰਾਈਮ ਮਿਨਿਸਟਰ ਸੀਗੇ ਉਸ ਟਾਈਮ ਤੇ, ਉਹਨਾਂ ਨੇ ਮਾਈਗ੍ਰੈਂਟ ਨੂੰ ਬਹੁਤ ਹੱਲਾਸ਼ੇਰੀ ਦਿੱਤੀ ਉਹਨਾਂ ਨੇ ਇੱਥੇ ਆਉਣ ਲਈ। ਉਹਨਾਂ ਦੀ ਉਹ ਮੈਨੂੰ ਥੋੜੇ ਮੇਰੇ ਮੈਨੂੰ ਨਹੀਂ ਕਲੋਜ਼ ਨਹੀਂ, ਮੈਨੂੰ ਲੱਗਾ ਕਿ ਹਾਂ ਇਹ ਡਿਡ ਰਾਈਟ, ਮੇਰੀ ਸੋਚ ਉਹਨਾਂ ਦੇ। ਫਿਰ ਮੈਂ ਉੱਥੋਂ ਲਿਬਰਲ ਪਾਰਟੀ ਦਾ ਮੈਂਬਰ ਬਣ ਗਿਆ 2014 ਤੋਂ ਜੀ। 2015 'ਚ ਮੈਂ ਲਿਬਰਲ ਪਾਰਟੀ ਜੁਆਇਨ ਕੀਤੀ। ਉਹ ਲਿਬਰਲ ਪਾਰਟੀ 'ਚ ਕੰਮ ਕਰਦਾ ਆਪਣਾ ਫੋਨ ਕਨਵੈਂਸਿੰਗ ਕੀਤੀ, ਆਪਣਾ ਸਕਰੂਟਨੀਅਰ ਦਾ ਰੋਲ ਕੀਤਾ, ਵੋਟਿੰਗ ਕਾਊਂਟਿੰਗ ਕੀਤੀ, ਬੂਥ ਤੇ ਕੀਤਾ, ਹਰ ਜਗ੍ਹਾ ਉਹ ਕੀਤਾ ਕੰਮ, ਨਿਸਵਾਰਥ ਕੀਤਾ। ਮਨ 'ਚ ਇਹ ਨਹੀਂ ਸੀ ਮੈਂ ਕੈਂਡੀਡੇਟ ਬਣਨਾ। ਅੱਛਾ, ਬੋਰਡ ਲੱਗਣ ਤੋਂ ਪਹਿਲਾਂ ਜਿਹੜਾ ਲੱਗੇ ਹੁੰਦੇ ਆ ਬੋਰਡ ਆਪਣੇ ਪੋਲਾਂ ਦੇ ਉੱਪਰ, ਜਿੱਥੇ ਤੁਸੀਂ ਐਜ਼ ਅ ਕੈਂਡੀਡੇਟ ਰਿਪਰੈਜ਼ੈਂਟ ਕਰਦੇ ਹੋ ਕਿਸੇ ਕਮਿਊਨਿਟੀ ਨੂੰ, ਉਦੋਂ ਪਹਿਲਾਂ ਇਹ ਸਾਰਾ ਕੁਝ ਕਰ ਚੁੱਕੇ ਸੀਗੇ? ਮਤਲਬ ਇੰਡੀਆ 'ਚ ਨਹੀਂ ਇੱਥੇ ਮਤਲਬ ਉੱਥੇ ਨਾ ਮੈਂ ਕਰ ਚੁੱਕਾ ਸੀਗਾ। ਅੱਛਾ ਮੈਨੂੰ ਥੋੜਾ ਮੈਂ ਐਵੇਂ ਸੁਪਨੇ ਲਈ ਤੁਸੀਂ ਸਿੱਧੇ ਲੱਗ ਜਾਂਦੇ ਨੇ ਉੱਥੇ, ਮਤਲਬ ਬਹੁਤ ਮਿਹਨਤ ਕਰਨੀ ਪੈਂਦੀ ਹੈ। ਮਿਹਨਤ ਕਰ
ਪ੍ਰੋਪਰ ਮਿਹਨਤ ਕਰਨੀ ਪੈਂਦੀ ਹੈ ਜੇ ਆਪਾਂ ਸਕਸੈਸ ਕੋਈ ਵੀ ਕੰਮ ਆ ਸਾਨੂੰ ਹਾਰਡ ਵਰਕ ਕਰਨੀ ਪੈਂਦੀ। ਮੈਨੂੰ ਲਿਬਰਲ ਪਾਰਟੀ ਦੇ ਵਿੱਚੋਂ ਉਹਨਾਂ ਨੇ ਇੱਕ ਫਿਊਚਰ ਵਾਸਤੇ ਬੋਰਡ ਬਣਾਇਆ ਸੀਗਾ ਜੀ। ਉਹਨਾਂ ਨੇ ਮੈਨੂੰ ਸਾਹਮਣੇ ਤੋਂ ਕਾਲ ਕੀਤੀ। ਆਈ ਫੈਲਟ ਪ੍ਰਾਊਡ ਕਿ ਚਲੋ ਮੈਂ ਦੇਖਿਆ ਕਿ ਐਟਲੀਸਟ ਕੋਈ ਇੰਡੀਅਨ, ਮੇਰੀ ਸੋਚ ਇਹ ਹੁੰਦੀ ਹੈ ਕਿ ਆਪਣੇ ਪਰਸਨਲ ਨਾਲੋਂ ਕਿ ਕਮਿਊਨਿਟੀ ਦਾ ਨਾਂ ਕਿਸ ਤਰ੍ਹਾਂ ਬਣੇ ਰਵੇ। ਮੈਂ ਉਹਨਾਂ ਨੇ ਮੈਨੂੰ ਸਾਹਮਣੇ ਕਾਲ ਕੀਤੀ, ਉਹ ਮੈਨੂੰ ਬੋਰਡ ਆਫ ਐਡਵਾਈਜ਼ਰੀ ਬੋਰਡ ਮੈਂਬਰ ਲਿੱਤਾ। ਉਹਦੇ 'ਚ ਆਈ ਵਾਸ ਦਾ ਮੇਰੇ ਖਿਆਲ ਪਹਿਲਾ ਹੀ ਫਸਟ ਇੰਡੀਅਨ ਸੀਗਾ ਜਿਹੜਾ ਉਹਦੇ 'ਚ ਲਿਆ। ਔਰ ਐਡਵਾਈਜ਼ਰੀ ਬੋਰਡ ਫਿਊਚਰ ਐਸੇ ਬੜੀ ਵੱਡੀ ਦੀ ਫਾਈਨੈਂਸ਼ੀਅਲ ਉਹ ਹੈ ਬੋਰਡ ਹੈ। ਉੱਥੇ ਮੈਂ ਉਹਨਾਂ ਦੇ ਕੋਲੋਂ ਸਿੱਖਿਆ ਗੱਲਾਂ ਕੀ ਕਰਦੇ ਆ। ਉਹਦੇ 'ਚ ਸਾਰੇ ਚਿਹਰੇ ਕੋਈ ਚੈਨਲ 7 ਤੋਂ, ਕੋਈ ਵਾਈਨਰੀ, ਕੋਈ ਡਾਕਟਰਸ, ਸਾਰੇ ਇਦਾਂ ਦੇ ਸੀਗੇ। ਉਹਨਾਂ ਤੋਂ ਸਿੱਖਿਆ। ਉਸ ਤੋਂ ਬਾਅਦ ਮੈਂ ਜਦੋਂ ਕੈਂਡੀਡੇਸੀ ਆਈ, ਸਭ ਤੋਂ ਪਹਿਲਾਂ ਮੈਨੂੰ MLC ਦੀ ਆਈ ਸੀਗੀ ਜੀ। ਮੈਂ ਪ੍ਰਪੇਅਰ ਨਹੀਂ ਸੀਗਾ। ਸਾਡੇ ਚੁਗਾ ਸਾਹਿਬ ਜੀ ਡਾਕਟਰ ਉਹਨਾਂ ਨੇ ਆਪਣਾ ਨੋਮੀਨੇਸ਼ਨ ਭਰੀ ਸੀਗੀ। ਉਹ ਐਕਚੁਅਲੀ ਉਦੋਂ ਮੈਨੂੰ ਪਤਾ ਨਹੀਂ ਸੀ, ਮੈਂ ਮਤਲਬ ਉਹਨੂੰ ਨਹੀਂ ਕੀਤੀ। ਫਿਰ ਮੈਂ ਉਦੋਂ ਫਿਰ ਕੁਝ ਮੈਨੂੰ ਜਿਹੜੇ ਮੇਰੇ ਲਿਬਰਲ ਪਾਰਟੀ ਨਾਲ ਜੁੜੇ ਸੀਗੇ ਮੇਰੇ ਕੋਲੀਗਸ ਦੂਜੇ, ਉਹਨਾਂ ਨੇ ਮੈਨੂੰ ਕਿਹਾ ਕਿ ਯੂ ਸ਼ੁੱਡ ਪੁੱਟ ਯੂਰ ਨੇਮ। ਫਿਰ ਮੈਂ ਥੋੜਾ ਜਿਹਾ ਕੋਈ ਵਰਕ ਨਹੀਂ ਕੀਤਾ, ਸੀਟ ਕਿਹੜੀ ਹੈ ਕੀ ਹੈ, ਥੋੜਾ ਜਿਹਾ ਫਲੋਰੀ ਤੇ ਮੈਂ ਵਰਕ ਕੀਤਾ ਸੀਗਾ ਕਿ ਫਲੋਰੀ ਸੀਟ ਲਿਬਰਲ ਦਾ ਮਾਰਜਨ ਘੱਟ ਹੈ ਤੇ ਮੈਂ ਫਲੋਰੀ ਦੇ ਵਿੱਚੋਂ ਆਪਣੀ ਨੋਮੀਨੇਸ਼ਨ ਕੀਤੀ ਸੀ। ਨੋ ਡਾਊਟ ਆਪਣੀ ਪੰਜਾਬੀ ਭਾਈਚਾਰਾ ਇੰਡੀਅਨ ਬਹੁਤ ਸਪੋਰਟ ਵੀ ਮਿਲੀ ਹੈ, ਪਰ ਕੱਲੀ ਸਾਡੀ ਸਪੋਰਟ ਦੇ ਨਾਲ ਆਪਾਂ ਅੱਗੇ ਨਹੀਂ ਜਾ ਸਕਦੇ। ਸਾਨੂੰ ਸਾਰਿਆਂ ਨੂੰ ਨਾਲ ਲੈ ਕੇ ਹੀ ਜਾਣਾ ਪੈਣਾ, ਕਿਉਂਕਿ ਸਾਡੇ ਵੋਟ ਪ੍ਰਸ਼ਤ ਦੀ ਗੱਲ ਕਰੀਏ ਤੇ ਅਸੀਂ ਹੈਗੇ ਆ 1.2%, ਈਵਨ 1% ਵੀ ਨਹੀਂ ਹੈ ਐਕਚੁਅਲੀ ਸਾਰੇ। ਠੀਕ ਹੈ, ਸਾਡੇ ਅੰਦਰ ਸਾਰਿਆਂ ਦੇ ਵਿੱਚ ਜਜ਼ਬਾ ਹੈ ਕੁਝ ਕਰਨ ਦਾ। ਇੰਡੀਆ 'ਚ ਆਪਾਂ ਦੇਖਿਆ ਕਿੱਦਾਂ ਕਰਦੇ ਆ, ਉਹ ਕੀਤਾ। ਫਿਰ ਮੈਂ ਚਲੋ ਅੱਛੀ ਮੇਰਾ ਐਕਸਪੀਰੀਅੰਸ ਰਿਹਾ। ਕਿੰਨੇ ਹੰਡਰਡਸ ਮੇਰੇ ਕੋਲ ਵਲੰਟੀਅਰ ਜਿਨ੍ਹਾਂ ਨੇ ਮੈਨੂੰ ਖੁਦ ਅਪਰੋਚ ਕੀਤਾ ਸੀ ਤੁਹਾਡੇ ਲਈ ਉਹ ਕਰਨਾ ਚਾਹੁੰਦੇ ਆ। ਫਿਰ ਮੈਂ ਹੁਣ ਰੀਸੈਂਟਲੀ ਮਲਟੀਕਲਚਰਲ ਬੋਰਡ ਆਫ ਸਾਊਥ ਆਸਟ੍ਰੇਲੀਆ ਲਿਬਰਲ ਪਾਰਟੀ, ਉਹਦੇ ਵਿੱਚ ਇਲੈਕਸ਼ਨ ਹੋਈ ਸੀਗੀ। ਮੈਂ ਆਪਣਾ ਨੋਮੀਨੇਟ ਕੀਤਾ ਸੀ ਆਪਣਾ ਨਾਮ ਜੀ। 400 ਕੁਛ ਉਹਦੇ 'ਚ ਡੈਲੀਗੇਟ ਸੀ। ਓਨਲੀ ਡੈਲੀਗੇਟਸ ਕੈਨ ਵੋਟ, ਉਹ ਦੂਜਾ ਨਹੀਂ ਨੋਰਮਲ ਲਿਬਰਲ ਮੈਂਬਰ ਵੋਟ ਨਹੀਂ ਕਰਦਾ। ਉਹਦੇ 'ਚ ਮੈਨੂੰ ਅੱਛਾ 330 ਵੋਟਸ ਮਿਲੇ। ਮੈਨੂੰ ਲੱਗਾ ਕਿ ਹਾਂ ਅਸੀਂ ਕਹਾ ਕੁਛ ਤੇ ਸਾਡੀ ਤੇ ਅਟੈਂਡੈਂਸ ਹੈਗੀ, ਸੈਕਿੰਡ ਹਾਈਐਸਟ ਮੈਨੂੰ ਮਿਲੇ। ਇੰਟਰਨਲੀ ਅੱਛੇ ਰਿਲੇਸ਼ਨਸ ਹੈ, ਸਟਰੋਂਗ ਹੈ। ਹਮੇਸ਼ਾ ਆਪਣੇ ਇੰਡੀਅਨ ਭਾਈਚਾਰੇ ਦੀ ਗੱਲ ਕਰਦਾ, ਕਿਤੇ ਮਾੜਾ ਨਹੀਂ ਸੁਣਨ ਦਿੰਦਾ, ਰੋਕ ਦਿੰਦਾ ਕਿ ਨਹੀਂ। ਜੇ ਆਪਾਂ ਕਿਤੇ ਗਰੀਬੀ ਸ਼ੋਅ ਕਰਨਾ ਕਿ ਇੰਡੀਆ 'ਚ ਪਾਵਰਟੀ ਹੈ, ਦਿਖਾਣੇ ਕਿ ਇੰਡੀਆ ਰਿਚ ਵੀ ਹੈ, ਹਰ ਚੀਜ਼ ਉੱਥੇ ਮੈਂ ਰੋਕਦਾ। ਮੈਂ ਹੁਣ ਇਮੀਗ੍ਰੇਸ਼ਨ ਦੇ ਜਿਹੜੇ ਸਾਡੇ ਬਹੁਤ ਜ਼ਿਆਦਾ ਜਿਹਦੇ ਵੀਜ਼ਾ ਫੈਡਰਲ ਜਿਹੜੇ MRT ਜਿਹਨੂੰ ATT ਕਹਿੰਦੇ, ਜਿਹੜੇ ਬੜੇ ਕੇਸਿਸ ਪਏ ਹੋਏ ਆ, ਮੈਂ ਹੁਣ ਉਹਨੂੰ ਮਿਨਿਸਟਰ ਨਾਲ ਡਿਸਕਸ ਕਰ ਰਿਹਾ ਕਿ ਕਿਸੇ ਨਾ ਕਿਸੇ ਤਰੀਕੇ ਤੇ ਜਿਹੜਾ ਛੋਟੇ-ਮੋਟੇ ਕਾਰਨ ਆਬਜੈਕਸ਼ਨ ਜਿਹੜੀ ਹੋਈ ਆ ਉਹਨਾਂ ਨੂੰ ਪਲੀਜ਼ ਕੰਸੀਡਰ ਕਰਕੇ ਉਹਨਾਂ ਨੂੰ ਉਹ ਕੀਤਾ ਜਾਵੇ ਜੀ। ਉਸ ਤੋਂ ਬਾਅਦ ਹੁਣ ਆਪਣੇ ਤੁਹਾਨੂੰ ਪਤਾ ਹੀ ਹੋਣਾ ਐਡੀਲੇਡ ਓਵਲ। ਹਾਂ, ਇਹ ਸਵਾਲ ਵੀ ਮੈਂ ਅਗਲਾ ਕਰਨਾ ਸੀਗਾ। ਇਹ ਜਿਹੜੀ ਕਰੰਟਲੀ ਜਿਹੜੀ ਤੁਹਾਡੀ ਅਚੀਵਮੈਂਟ ਆ ਗਈ, ਜਾਂ ਜੋ ਤੁਸੀਂ ਜਿਸ ਪੋਜੀਸ਼ਨ ਦੇ ਵਿੱਚ ਖੜੇ ਹੋ, ਬੀਇੰਗ ਐਜ਼ ਇੰਡੀਅਨ ਵੀ ਫੀਲ ਪ੍ਰਾਊਡ। ਸਾਖਾ ਦੇ ਜਿਹੜੇ ਇਲੈਕਸ਼ਨ ਹੋ ਰਹੇ ਨੇ, ਇਹ ਪੂਰਾ ਪ੍ਰੋਸੈਸ ਸਾਨੂੰ ਸਮਝਾਓ, ਇਹ ਕਿੱਦਾਂ ਵਰਕ ਕਰ ਰਿਹਾ। ਔਰ ਤੁਸੀਂ ਆਫ ਕੋਰਸ ਮੇਰੇ ਖਿਆਲ ਦੇ ਵਿੱਚ ਰਾਈਟ ਨਾਓ ਅੱਜ ਜਿਹੜੀ 5 ਨਵੰਬਰ 2020 ਆ ਇਲੈਕਸ਼ਨ ਚੱਲ ਰਹੀਆਂ ਨੇ, ਉਹਦੀ VOTING ਹੋ ਰਹੀ ਆ, ਉਹਦੇ ਬਾਰੇ ਦੱਸੋ ਸਰ। ਕ੍ਰਿਕਟ ਦਾ ਸ਼ੌਂਕ ਹੈਗਾ ਸੀ ਮੈਨੂੰ, ਮੈਂ ਖੁਦ ਡਿਸਟ੍ਰਿਕਟ ਕ੍ਰਿਕਟ ਖੇਲਿਆ ਅੰਮ੍ਰਿਤਸਰ 'ਚ, ਆਪਣੇ ਰਹੀ ਟੀਮ ਨੂੰ ਮੈਂ ਰਿਪਰੈਜ਼ੈਂਟ ਕਰਦਾ ਸੀ, ਡਿਸਟ੍ਰਿਕਟ ਕ੍ਰਿਕਟ ਖੇਲੀ ਹੋਈ ਹੈ। ਉਸ ਤੋਂ ਬਾਅਦ ਮੇਰਾ ਬੇਟਾ ਕ੍ਰਿਕਟ ਹੈ, ਮੈਂ ਗਾਜ਼ਾ ਦੇ ਵਿੱਚ ਕ੍ਰਿਕਟ ਡਾਇਰੈਕਟਰ ਹਾਂ ਉੱਥੇ ਗਾਜ਼ਾ ਕਲੱਬ ਕਮਿਊਨਿਟੀ। ਮੈਨੂੰ ਇਹ ਸੀਗਾ ਕਿ ਸਾਊਥ ਆਸਟ੍ਰੇਲੀਅਨ ਕ੍ਰਿਕਟ ਐਸੋਸੀਏਸ਼ਨ ਦੇ ਵਿੱਚ ਐਡੀਲੇਡ ਓਵਲ ਦੇ ਵਿੱਚ ਸਾਡਾ ਕੋਈ ਨਾ ਕੋਈ ਰਿਪਰੈਜ਼ੈਂਟੇਟਿਵ ਚਾਹੀਦਾ। ਐਡੀਲੇਡ ਓਵਲ ਜਿਹੜਾ ਸੀਗਾ 1871 'ਚ 1871 ਦਾ ਇਹ ਓਵਲ ਹੈ ਸਟੈਬਲਿਸ਼ਡ ਹੈ। ਉਦੋਂ ਤੋਂ ਲੈ ਕੇ ਅੱਜ ਆਪਾਂ 2020 ਦੇ ਵਿੱਚ ਆ, ਸਾਡਾ ਕੋਈ ਵੀ ਰਿਪਰੈਜ਼ੈਂਟੇਟਿਵ ਨਹੀਂ ਹੈਗਾ। ਜੇ ਕ੍ਰਿਕਟ ਦੀ ਗੱਲ ਕਰੀਏ ਤਾਂ ਇੰਡੀਅਨਸ ਲਈ ਕ੍ਰਿਕਟ ਇੱਕ ਰਿਲੀਜਨ ਹੈ। ਕਰਾਊਡ ਬਹੁਤ ਜ਼ਿਆਦਾ ਹੁੰਦੀ ਹੈ ਇੰਡੀਅਨ, ਬਹੁਤ ਕਰਾਊਡ ਹੁੰਦੀ ਹੈ। ਆਪਣੇ ਬਹੁਤ ਸਾਰੇ ਇੰਡੀਅਨ ਲੋਕ ਆ ਜਿਨ੍ਹਾਂ ਨੇ ਮੈਂਬਰਸ਼ਿਪ ਅਪਲਾਈ ਕੀਤੀ ਹੈ। ਜਦੋਂ ਆਪਾਂ ਸਾਕਾ ਦੀ ਮੈਂਬਰਸ਼ਿਪ ਅਪਲਾਈ ਕਰਦੇ ਹਾਂ, ਅੱਜ ਦੀ ਡੇਟ ਦੇ ਵਿੱਚ 6 ਸਾਲ ਦਾ ਟਾਈਮ ਹੈ ਵੇਟਿੰਗ ਪੀਰੀਅਡ, ਸਟਿਲ ਵੇਟਿੰਗ। ਠੀਕ ਹੈ, 4 ਤੋਂ 6 ਸਾਲ ਦੀ ਵੇਟਿੰਗ ਚੱਲ ਰਹੀ ਹੈ। MCG ਹੈ ਉਹ 'ਚ 25 ਇਅਰਸ ਦੀ ਚੱਲ ਰਹੀ ਹੈ। ਠੀਕ ਹੈ, ਪਰ ਐਡੀਲੇਡ ਮੈਲਬਨ ਦੇ ਕੰਪੈਰੀਜ਼ਨ ਬਹੁਤ ਛੋਟਾ ਹੈ, ਬਟ ਸਟਿਲ ਜਿਹੜੀ ਮੈਂਬਰਸ਼ਿਪ ਜਿਹੜੀ ਵੇਟਿੰਗ ਲਿਸਟ ਹੈ ਉਹਦੇ 'ਚ
ਮੈਂ ਪਤਾ ਕੀਤਾ ਸੀਗਾ 43% ਇੰਡੀਅਨਸ ਹੈ ਓਕੇ। ਤੇ ਮਤਲਬ ਵੇਟਿੰਗ ਲਿਸਟ ਦੇ ਵਿੱਚ। ਮੈਂ ਇੱਕ ਥੋੜਾ ਜਿਹਾ ਮੈਨੂੰ ਹੋਰ ਮੈਂ ਕੀਤਾ ਸੀਗਾ, ਮੈਨੂੰ ਲੋਕਾਂ ਨੇ ਅਪਰੋਚ ਕੀਤੀ ਸੀਗੀ ਕਿ ਜਿਹੜੇ ਐਡੀਲੇਡ ਓਵਲ ਦੇ ਵਿੱਚ ਫੂਡ ਹੈ ਉਹਨਾਂ ਦੀ ਕੋਸਟ ਜਿਹੜੀ ਹੈ ਬਿਯੋਂਡ ਹੈ, ਉਹ ਜ਼ਿਆਦਾ ਜਾਂਦੀ ਹੈ। $15 ਕਿਸੇ ਕਿਹਾ ਅਲਕੋਹਲ ਜਿਹੜੀ ਹੈ $10-15 ਤੋਂ ਉੱਪਰ ਸ਼ੁਰੂ ਹੁੰਦੀ ਹੈ, ਦਿਸ ਟੂ ਮਚ ਟੂ ਸਪੈਂਡ ਦੇਅਰ। ਮੈਂ ਪ੍ਰਪੋਜ਼ਲ ਉਹਦੇ ਵਿੱਚ ਇਹ ਰੱਖਿਆ ਕਿ ਕੋਸਟ ਨੂੰ ਥੋੜਾ ਲੋ ਕੀਤਾ ਜਾਵੇ। ਥੋੜਾ ਮੈਂ ਦੱਸਦਾ ਪਹਿਲਾਂ, ਕੈਂਡੀਡੇਸੀ ਲਈ ਸਾਕਾ ਦੇ ਵਿੱਚ MP ਦੀ ਇਲੈਕਸ਼ਨ ਤੋਂ ਵੀ ਜ਼ਿਆਦਾ ਔਖਾ ਕੰਮ ਹੈ। ਅੱਛਾ, ਉਹਦੇ ਵਿੱਚ ਕਮਿਊਨਿਟੀ ਦਾ ਕਾਫੀ ਜ਼ੋਰ ਲੱਗਿਆ ਹੋਇਆ ਤੁਹਾਡੇ ਵਿੱਚ। ਨਹੀਂ, ਬਹੁਤ ਲੱਕੀ ਹੈ, ਸਾਰਿਆਂ ਦਾ ਥੈਂਕਸ ਹੈ ਕਿ ਇੰਨੇ ਆਪਣੀ ਕਮਿਊਨਿਟੀ ਨੇ ਪਿਆਰ ਦੇ ਰਹੀ ਹੈ, ਸਪੋਰਟ ਦੇ ਰਹੀ ਹੈ, ਸ਼ੇਅਰ ਕਰ ਰਹੀ ਹੈ। ਸਿਡਨੀ ਤੋਂ ਕੋਈ ਆ ਸਾਡੇ ਕਮਿਊਨਿਟੀ ਦੇ ਲੋਕ ਅੱਜ ਹੁਣੇ ਐਗਜ਼ਾਮਪਲ ਹੈ, ਸਿਡਨੀ ਤੋਂ ਮੂਵ ਕਰਕੇ ਉਹਨੇ ਮੈਨੂੰ ਫੋਨ ਕੀਤਾ, ਕਿਸੇ ਨੇ ਪੋਸਟ ਸ਼ੇਅਰ ਕੀਤੀ ਸੀ ਕਿ ਮੈਂ ਔਰ ਮੇਰੀ ਵਾਈਫ ਐਡੀਲੇਡ ਓਵਲ 'ਚ ਮੈਂਬਰਸ਼ਿਪ ਉਹ ਕਰਦੇ ਹਾਂ ਹੋਲਡ, ਬਟ ਵੀ ਮੂਵ ਟੂ ਸਿਡਨੀ, ਪਰ ਅਸੀਂ ਤੁਹਾਨੂੰ ਵੋਟ ਕਰਨੀ ਹੈ। ਵੋਟਿੰਗ ਅੱਛੀ ਹੋ ਰਹੀ ਹੈ। 3 ਪੋਜੀਸ਼ਨ ਵੈਕੈਂਟ ਹੈ ਔਰ ਨਾਰਮਲੀ 23 ਐਪਲੀਕੇਸ਼ਨ ਸੀਗੀ ਜਿਨ੍ਹਾਂ ਨੇ ਕੈਂਡੀਡੇਟ ਬਣਨ ਲਈ ਅਪਲਾਈ ਕੀਤਾ ਸੀਗਾ। 15 ਵਰ ਰਿਜੈਕਟਡ, 8 ਜਿਹੜੇ ਕੈਂਡੀਡੇਟ ਉਹਨਾਂ ਚੋਂ ਆਮ ਦਾ ਵਨ ਆਫ ਦੈਮ। ਫਸਟ ਟਾਈਮ ਹੀ ਮੈਂ ਕੀਤਾ ਸੀਗਾ। ਮੈਨੂੰ ਇਹ ਲੱਗਦਾ ਸੀ ਕਿ ਜੇ ਤੁਸੀਂ ਅਪਲਾਈ ਕਰਦੇ ਹੋ ਨੋਮੀਨੇਸ਼ਨ 2-3 ਸਾਲ ਤੇ ਅਪਲਾਈ ਕਰਨ 'ਚ ਲੱਗ ਜਾਂਦੇ ਆ। ਜੀ ਜੀ। ਚਲੋ ਹੁਣ ਐਕਸਪੀਰੀਅੰਸ ਆ, ਉਹ ਕਰਕੇ ਆਪਣਾ ਇੰਟਰਵਿਊਜ਼ ਵੀ ਲਈ ਹੈ। ਸਾਕਾ ਚੇਅਰਮੈਨ ਜਿਹੜੀ ਕਮੇਟੀ ਇਲੈਕਸ਼ਨ ਕਮੇਟੀ, ਉਹ ਤੁਹਾਡੀ ਇੰਟਰਵਿਊ ਕਰਦੇ ਆ ਕਿ ਇਹਨੂੰ ਨੌਲੇਜ ਹੈ, ਐਕਸਪੀਰੀਅੰਸ ਹੈ। ਮੈਨੂੰ ਐਕਸਪੀਰੀਅੰਸ ਵੀ ਸੀਗਾ। ਗਾਜ਼ਾ ਕਲੱਬ ਵੀ ਰਨ ਕਰਦੇ ਆ ਜਿੱਥੇ ਮਲਟੀ ਕਲਚਰਲ ਗਾਰਡ ਹੈ ਸਾਡਾ। ਕਿੰਨੀਆਂ ਕ੍ਰਿਕਟ ਟੀਮ ਹੈ, ਅੱਜ ਵੀ ਅਸੀਂ ਉੱਥੇ ਜਾਂਦੇ ਹਾਂ ਤੇ ਆਰਾਮ ਨਾਲ 100 ਫੈਮਿਲੀ ਉੱਥੇ ਐਵਰੀ ਉਹਨਾਂ ਨੂੰ ਮਿਲਦਾ ਸੀ ਮੈਂ। ਉਹ ਗੱਲ ਕਰਦੇ ਸੀਗੇ ਕਿ ਹਾਂ ਸਾਨੂੰ ਆਹ ਮੁਸ਼ਕਿਲ ਹੈ, ਸਾਨੂੰ ਇੱਥੇ ਟਿਕਟ ਨਹੀਂ ਮਿਲਦੀ, ਸਾਨੂੰ ਪਤਾ ਨਹੀਂ ਚੱਲਦਾ ਕੀ ਕਰਨਾ ਕਿੱਦਾਂ ਨਹੀਂ। ਮੇਰਾ ਮਕਸਦ ਇੱਕੋ ਹੀ ਹੈ ਕਿ ਮੈਂ ਜਿਹੜੇ ਆਪਣੇ ਕ੍ਰਿਕਟ ਜਿਹੜੀ ਸਾਡੇ ਲੋਕਾਂ 'ਚ ਦੀਵਾਨਗੀ ਹੈ ਕ੍ਰਿਕਟ ਲਈ, ਔਰ ਉਹਨਾਂ ਨੂੰ ਸਮਝ ਨਹੀਂ ਹੈ ਕਿਸੇ ਨਾ ਕਿਸੇ ਤਰੀਕੇ ਕਿ ਅਸੀਂ ਉੱਥੇ ਕਿਹਦੇ ਨਾਲ ਕਮਿਊਨੀਕੇਟ ਕਰਨਾ ਹੈ। ਇੰਡੀਅਨ ਟੀਮ ਆ ਜਾਂਦੀ ਆ, ਇੰਡੀਅਨ ਟੀਮ ਸਾਡੇ ਇੰਡੀਅਨ ਲੋਕ ਕਮਿਊਨਿਟੀ ਨਾਲ ਹੀ ਇੰਟਰੈਕਟ ਨਹੀਂ ਕਰਦੀ। ਸਿਸਟਮ ਲੋਕ ਸ਼ੌਂਕ ਆ ਸਾਰਿਆਂ ਨੂੰ ਦੇਖਣ ਦਾ ਕਿ ਹਾਂ ਅਸੀਂ ਇੱਥੇ ਬੈਠੇ, ਸਾਡੇ ਇੰਡੀਆ ਤੋਂ ਕੋਈ ਇੰਡੀਅਨ ਟੀਮ ਆ ਰਹੀ ਹੈ, ਉਹਨਾਂ 'ਚ ਗੈਪ ਆ ਕਿਸੇ ਨੂੰ। ਮੈਂ ਚਾਹੁੰਦਾ ਕਿ ਉਹ ਗੈਪ ਘੱਟ ਹੋਵੇ ਔਰ ਜਿੱਥੇ ਕਿਸੇ ਦਾ ਕਿਸੇ ਤਰ੍ਹਾਂ ਦੀ ਜ਼ਰੂਰਤ ਹੈ, ਕਿਸੇ ਨੂੰ ਮੈਂਬਰਸ਼ਿਪ ਦੇ ਵਿੱਚ ਇਸ਼ੂਜ਼ ਆ ਜਾਂ ਕਿਸੇ ਤਰ੍ਹਾਂ ਦਾ ਕੁਛ ਹੈ, ਕਿ ਮੈਂ ਆਪਣੀ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰ ਸਕਾਂ ਕ੍ਰਿਕਟ ਦੇ ਵਿੱਚ। ਜਿਹੜੀ ਵੋਟਿੰਗ ਹੈ ਉਹ 27 ਤਰੀਕ ਦੀ ਸ਼ੁਰੂ ਹੋ ਚੁੱਕੀ ਹੈ ਔਰ ਉਹਦੇ ਵਿੱਚ ਚੱਲਣੀ ਕਦੋਂ ਤੱਕ? ਉਹ ਚੱਲਣੀ ਆ 13 ਨਵੰਬਰ ਤੱਕ। 13 ਨਵੰਬਰ ਜੀ। ਉਹਨਾਂ ਨੇ ਇਨਫ ਟਾਈਮ ਦਿੱਤਾ। ਈਜ਼ੀ ਨਹੀਂ ਹੈ। ਅਜੇ ਮੈਂ ਫਿਰ ਕਹਿ ਰਿਹਾ ਕਿ ਆਮ ਲਰਨਿੰਗ ਕੀ ਹੈ, ਕੀ ਹੈ। ਜਿੱਤ ਹਾਰ ਤੇ ਚਲੋ ਉਹ ਬਾਅਦ ਦੀ ਗੱਲ ਆ। ਸਪੋਰਟ ਔਰ ਪਿਆਰ ਮਿਲਣਾ ਮੇਰੇ ਲਈ ਸਭ ਤੋਂ ਵੱਡੀ ਗੱਲ ਉਹ ਆ ਜਿਹੜੀ ਮੈਨੂੰ ਮਿਲੀ ਹੋਈ ਹੈ ਜੀ। ਉਹਦੇ 'ਚ 8 ਕੈਂਡੀਡੇਟ ਹੈ ਜੀ। ਬੈਲਟ ਪੇਪਰ ਹੈ ਜੀ, ਆਨਲਾਈਨ ਵੋਟਿੰਗ ਹੈ। 8 ਚੋਂ 3 ਪੋਜੀਸ਼ਨ ਦੇ ਉੱਤੇ ਤੁਸੀਂ ਟਿਕ ਕਰਨਾ ਜੀ। ਸੋ ਜੇ ਕੋਈ ਸਾਖਾ ਮੈਂਬਰ ਆ ਜਿਹਨੇ ਅਜੇ ਨਹੀਂ ਵੋਟ ਪਾਈ, ਉਹ ਵੋਟ ਆਪਣੀ ਆਨਲਾਈਨ ਕਰ ਸਕਦਾ। ਦਿਸ ਬਾਈ ਪੋਸਟ ਔਰ ਵੋਟ ਨਹੀਂ ਹੁੰਦੀ, ਆਨਲਾਈਨ ਹੀ ਹੁੰਦੀ ਹੈ। ਲਿੰਕ ਸਾਰੇ ਮੈਂਬਰਸ ਨੂੰ ਆਉਂਦਾ, 1 ਸੈਕਿੰਡ ਦਾ ਕੰਮ ਹੈ। ਉਹ 3 ਲਾਣੇ ਆ ਤੇ ਜਿੱਥੇ ਗਗਨ ਸ਼ਰਮਾ ਉੱਥੇ ਟਿਕ ਲਗਾਣੀ ਹੈ। 2 ਜਿਹੜੇ ਹੋਰ ਡਿਜ਼ਰਵਿੰਗ ਕੈਂਡੀਡੇਟ ਆ ਉਹਨਾਂ ਤੇ ਟਿਕ ਲਗਾ ਕੇ ਤੇ ਵੋਟ ਹੋ ਜਾਂਦੀ ਹੈ ਜੀ। ਮੇਰੇ ਪਰਸਨਲ ਜਿਹੜਾ ਮੈਂ ਆਪਣੀ ਇਨਫੋਰਮੇਸ਼ਨ ਗੈਦਰ ਕੀਤੀ ਆ, ਉਹਦੇ ਲਈ ਮੈਨੂੰ ਪਤਾ ਲੱਗਾ ਹੈ ਕਿ ਮਲਟੀ ਕਲਚਰਲ ਜਿਹੜੇ ਮੈਂਬਰਸ ਹੈ ਨਾ, ਉਹ ਅਰਾਊਂਡ 1000 ਪਲੱਸ ਹੈ ਜੀ। ਔਰ ਉੱਥੇ ਜਾਣ ਲਈ, ਉਸ ਬੋਰਡ 'ਚ ਜਾਣ ਲਈ ਮੇਰੇ ਖਿਆਲ ਹੈ ਕਿ ਇੰਨੀਆਂ ਕੁ ਵੋਟਸ ਜਿਹੜੀਆਂ ਦੈਟ ਇਜ਼ ਇਨਫ। ਸੋ ਮੀਨਸ ਜੇ ਸਾਰੇ ਜੁਟ ਜਾਣ, ਸਿਰ ਜੋੜ ਲੈਣ ਆਪਣੇ, ਤਾਂ ਜੇ ਮੈਂ ਨਾ ਹੁੰਦਾ, ਤੁਸੀਂ ਕੈਂਡੀਡੇਟ ਹੁੰਦੇ, ਕੋਈ ਨਾ ਕੋਈ ਇੰਡੀਅਨ ਨੂੰ, ਕੋਈ ਵੀ ਇੰਡੀਅਨ ਸਾਡੇ 'ਚੋਂ ਤੁਹਾਡੇ 'ਚੋਂ ਕੋਈ ਵੀ ਹੁੰਦਾ, ਉਹਨੂੰ ਸਪੋਰਟ ਕਰਨੀ ਚਾਹੀਦੀ ਹੈ ਤਾਂ ਕਿ ਐਟਲੀਸਟ ਸਾਡਾ ਕੋਈ ਉੱਥੇ ਸਾਨੂੰ ਪਤਾ ਲੱਗੇ, ਕੁਝ ਗਾਈਡੈਂਸ ਲਈ ਸਾਨੂੰ ਉਹ ਮਿਲੇ। ਨੋਟ ਓਨਲੀ ਇੰਡੀਅਨ ਬਟ ਮੈਨੂੰ ਮਲਟੀ ਕਲਚਰਲ ਬੋਰਡ ਮੇਰਾ ਜਿਹੜਾ ਪਾਰਟੀ ਦਾ ਵਾ, ਉਹਦੇ 'ਚੋਂ ਮੈਨੂੰ ਬਹੁਤ ਸਪੋਰਟ ਮਿਲ ਰਹੀ ਹੈ। ਮੈਨੂੰ ਮੇਰੇ ਸਰਕਲ ਜਿਹੜਾ ਆਸਟ੍ਰੇਲੀਅਨ ਸਰਕਲ ਆ, ਉਹਦੇ ਵਿੱਚੋਂ ਬਹੁਤ ਸਪੋਰਟ। ਫੇਸਬੁੱਕ 'ਤੇ ਮੇਰੇ ਤੋਂ ਲੋਕ ਪੁੱਛਦੇ ਆ ਕਿ ਜੇ ਤੁਸੀਂ ਆਓਗੇ ਤੁਸੀਂ ਕੀ ਕਰੋਗੇ ਜੀ, ਤੇ ਮੇਰੇ ਸਿੱਧਾ ਕਲੀਅਰ ਹੈ, ਆਲ ਕੱਟ ਦਾ ਕੋਸਟ ਔਰ ਆਲ ਗੈਟ ਮੋਰ ਗੇਮਸ ਇਨ ਐਡੀਲੇਡ। ਐਡੀਲੇਡ 'ਚ ਹੁਣ
ਮੈਚ ਘੱਟ ਹੋ ਗਏ ਹੂੰ ਕ੍ਰਿਕਟ ਦੇ। ਇੰਡੀਅਨ ਟੀਮ ਦੇ 20 T20 ਵੀ ਹੋਣੀ ਸੀ, ਵਨਡੇ ਵੀ ਖੇਲੇ ਸੀ। ਐਡੀਲੇਡ ਇਜ਼ ਅ ਸੇਫੈਸਟ ਪਲੇਸ ਟੂ ਪਲੇ, ਪਰ ਸਾਨੂੰ ਟੈਸਟ ਮੈਚ ਮਿਲਿਆ, ਟੈਸਟ ਮੈਚ ਇੱਕ ਡੇ ਨਾਈਟ ਟੈਸਟ ਮੈਚ ਹੈ। ਉਹਦੇ ਵਿੱਚ ਵੀ ਜਾਣ ਲਈ ਜਨਰਲ ਟਿਕਟਸ ਲਈ ਬਹੁਤ ਹੀ ਔਖਾ ਹੈ। ਹੂੰ ਸਪੇਸ ਠੀਕ ਹੈ। ਹੁਣ ਮੇਰੀ ਜਿਹੜੀ ਥਿੰਕਿੰਗ ਹੋਈ ਸੀਗਾ ਕਿ ਜੇ ਇੰਡੀਅਨ ਕ੍ਰਿਕਟ ਟੀਮ ਆ ਰਹੀ ਹੈ ਨਾ, ਦੇ ਸ਼ੁੱਡ ਬੀ ਬੈਲੈਂਸ ਬਿਟਵੀਨ ਦਾ ਇੰਡੀਅਨ ਕਮਿਊਨਿਟੀ ਐਂਡ ਦਾ ਮੈਂਬਰਸ। ਜੀ ਠੀਕ ਹੈ। ਮੈਂ ਫਿਰ ਉਹਨਾਂ ਨੂੰ ਆਪਣੇ ਜਿਹੜਾ ਰਿਟਰਨਿੰਗ ਆਫਿਸਰ ਉਹਨੂੰ ਮੈਂ ਲਿਖਿਆ ਉਹਦੇ 'ਚ ਕਿ ਜ਼ਰੂਰ ਉਹਦੇ ਵਿੱਚ ਸਾਰਿਆਂ ਨੂੰ ਜਾਣ ਦਾ ਮੌਕਾ ਦੇਣਾ ਚਾਹੀਦਾ, ਕਿ ਇਹ ਨਹੀਂ ਕਿ ਤੁਸੀਂ ਬਸ ਜਿਹੜੇ ਮੈਂਬਰਸ, ਮੈਂ ਮੈਂਬਰ ਹਾਂ ਪਰ ਮੈਂ ਮੈਂਬਰ ਹੋਣ ਦੇ ਬਾਵਜੂਦ ਵੀ ਸਾਰਿਆਂ ਦੀ ਗੱਲ ਕਰ ਰਿਹਾ, ਕਿੰਨੇ ਫੈਨਸ ਹੈ ਇੱਥੇ ਕ੍ਰਿਕਟ ਦੇ ਜੀ। ਤੇ ਬਸ ਇਹੀ ਕਿ ਵੋਟ ਕਰੋ। ਸਾਊਥ ਆਸਟ੍ਰੇਲੀਅਨ ਕ੍ਰਿਕਟ ਜਿਹੜਾ ਵੀ ਮੈਂਬਰ ਆ ਆਪਣੇ ਨੈਟਵਰਕ ਤੋਂ ਅੱਗੇ ਦੱਸੋ ਕਿ ਹਾਂ ਜਿੱਦਾਂ ਵੋਟ ਕਰ ਸਕਦੇ ਆ। ਬਿਲਕੁਲ ਜੀ, ਬਹੁਤ ਮਾਣ ਵਾਲੀ ਗੱਲ ਆ ਔਰ ਸਾਡੇ ਲਈ ਤੁਸੀਂ ਆਪਣੇ ਸਫ਼ਰ ਦੇ ਵਿੱਚ ਅੱਗੇ ਵਧਦੇ ਜਾ ਰਹੇ ਹੋ। ਔਰ ਬਹੁਤ ਸਾਰੀਆਂ ਗੱਲਾਂ ਕਰਨੀਆਂ ਸੀ ਤੁਹਾਡੇ ਨਾਲ, ਸਪੈਸ਼ਲੀ ਪੋਲੀਟੀਕਲ ਜਿਹੜਾ ਤੁਹਾਡਾ ਸਫ਼ਰ ਆ ਉਹਦੇ ਬਾਰੇ 'ਚ ਗੱਲਾਂ ਕਰਨੀਆਂ ਸੀ, ਪਰ ਇਹ ਪ੍ਰੋਗਰਾਮ ਜਿੱਦਾਂ ਬੇਸਿਕ ਇੰਟਰੋ ਆ, ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਬੁਲਾਉਂਦੇ ਰਹਾਂਗੇ ਇਸ ਸਟੂਡੀਓ ਦੇ ਵਿੱਚ, ਅਲੱਗ-ਅਲੱਗ ਮੁੱਦਿਆਂ ਦੇ ਉੱਪਰ ਅਸੀਂ ਗੱਲਬਾਤ ਕਰਦੇ ਰਹਾਂਗੇ, ਖੁੰਡ ਚਰਚਾ ਕਰਦੇ ਰਹਾਂਗੇ, ਜਿੱਥੇ ਤੁਹਾਡੇ ਵਿਊਜ਼ ਅਸੀਂ ਲਵਾਂਗੇ। ਔਰ ਬਹੁਤ ਚੰਗਾ ਲੱਗਿਆ ਤੁਹਾਨੂੰ ਅੱਜ ਇੱਥੇ ਤੁਹਾਡੇ ਨਾਲ ਜਿਹੜੀਆਂ ਦਿਲ ਦੀਆਂ ਗੱਲਾਂ ਜਿਹੜੀਆਂ ਕਾਫੀ ਸਾਰੀਆਂ ਕੀਤੀਆਂ। ਸੋ ਕੁਝ ਹੋਰ ਤੁਸੀਂ ਆਪਣੇ ਸਾਰੇ ਦਰਸ਼ਕ ਨੇ ਜਿਹੜੇ ਸਪੈਸ਼ਲੀ ਸਾਡੇ ਆਸਟ੍ਰੇਲੀਆ ਵਾਸੀ ਨੇਗੇ ਜਾਂ ਦੁਨੀਆ ਦੇ ਵਿੱਚ ਵਸਦੇ ਪੰਜਾਬੀ ਨੇ, ਉਹ ਪੈਂਡੇਮਿਕ ਜਿਹੜੀ ਇਸ ਪੂਰੀ ਸਟ੍ਰੈਸ ਭਰੀ ਲਾਈਫ ਦੇ ਵਿੱਚ ਜਿਹੜੇ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਚੱਲ ਰਹੀ ਹੈ ਸਾਰਿਆਂ ਦੇ ਵਿੱਚ, ਕੁਝ ਕਹਿਣਾ ਚਾਹੁੰਦੇ ਹੋ? ਸਭ ਤੋਂ ਪਹਿਲਾਂ ਤੇ ਰੋਬੀ ਬੈਨੀਪਾਲ ਤੇ ਰਾਬਤਾ ਟੀਵੀ, ਰਾਬਤਾ ਰੇਡੀਓ, ਉਹਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੈਨੂੰ ਇੱਥੇ ਆਉਣ ਦਾ ਮੌਕਾ ਦਿੱਤਾ ਔਰ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਦਿੱਤਾ, ਪਬਲਿਕਲੀ ਆਪਣੇ ਐਕਸਪੀਰੀਅੰਸ ਸ਼ੇਅਰ ਕਰਨ ਦਾ ਮੌਕਾ ਦਿੱਤਾ। ਮੇਰੀ ਸਾਰਿਆਂ ਅੱਗੇ ਇਹੀ ਗੁਜ਼ਾਰਿਸ਼ ਹੈ ਕਿ ਜ਼ਰੂਰ ਆਪਣੇ ਭਾਈਚਾਰੇ ਦੇ ਚੈਨਲ ਵੀਡੀਓਜ਼ ਜ਼ਰੂਰ ਫੋਲੋ ਕਰਿਆ ਕਰੋ, ਔਰ ਇਹਦੇ ਵਿੱਚ ਤੁਸੀਂ ਗਵਾਉਣਾ ਤਾਂ ਕੁਛ ਨਹੀਂ ਹੈ, ਇਨਫੋਰਮੇਸ਼ਨ ਹੀ ਲੈ ਸਕੋਗੇ ਜੀ। ਔਰ ਇੱਕੋ ਹੀ ਗੱਲ ਕਹੂੰਗਾ ਕਿ ਆਪਣੇ ਕਮਿਊਨਿਟੀ ਦੇ ਨਾਲ ਹਮੇਸ਼ਾ ਹੱਥ ਨਾਲ ਹੱਥ ਫੜ ਕੇ ਚੱਲੋ। ਆਪਣੇ ਐਕਸਪੀਰੀਅੰਸ ਤੋਂ ਕਹਿ ਰਿਹਾ, ਕਿਸੇ ਨੂੰ ਪੁਸ਼ ਕਰਕੇ ਥੱਲੇ ਸੁੱਟ ਕੇ ਕਿਸੇ ਨੂੰ ਕੁਝ ਹਾਸਲ ਨਹੀਂ ਹੁੰਦਾ। ਬਸ ਆਪਣਾ ਜਜ਼ਬਾ ਰੱਖੋ, ਓਨੈਸਟੀ ਰੱਖੋ ਲਾਈਫ 'ਚ, ਐਂਡ ਯੂ ਵਿਲ ਅਚੀਵ ਐਵਰੀਥਿੰਗ। ਥੈਂਕ ਯੂ ਜੀ। ਇਹ ਸਨ ਗਗਨ ਸ਼ਰਮਾ ਜੀ, ਜਿਨ੍ਹਾਂ ਨੇ ਆਪਣੇ ਦਿਲ ਦੀਆਂ ਗੱਲਾਂ ਧੁਰ ਦਿਲੋਂ ਇਸ ਮੰਚ ਦੇ ਉੱਪਰ ਕੀਤੀਆਂ। ਅਗਲੇ ਕਿਸੇ ਪ੍ਰੋਗਰਾਮ ਦੇ ਵਿੱਚ ਕਿਸੇ ਹੋਰ ਸ਼ਖਸੀਅਤ ਨੂੰ ਲੈ ਕੇ ਤੁਹਾਡੀ ਕਚਹਿਰੀ 'ਚ ਹਾਜ਼ਰ ਹੋਵਾਂਗੇ। ਬਸ ਜਾਣ ਤੋਂ ਪਹਿਲਾਂ ਸਬਸਕ੍ਰਾਈਬ ਵੀ ਕਰ ਲਓ ਤੇ ਉਹ ਘੰਟੀ ਵਾਲਾ ਬਟਨ ਵੀ ਦਬਾ ਦਿਓ। ਫਿਰ ਆਪਾਂ ਮਿਲਦੇ ਹਾਂ ਅਗਲੇ ਪ੍ਰੋਗਰਾਮ ਦੇ ਵਿੱਚ। ਇਸੇ ਤਰ੍ਹਾਂ ਹੀ ਹੱਸਦੇ ਵਸਦੇ ਰਹੋ, ਜ਼ਿੰਦਗੀ ਨੂੰ ਜਿੰਦਾਬਾਦ ਰੱਖੋ। ਤੁਹਾਡਾ ਆਪਣਾ ਰੋਬੀ ਬੈਨੀਪਾਲ ਸਿਖਾ।